ਸਾਰੇ ਵੀਰਾਂ ਤੇ ਭੈਣਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਗੁਲਬਰਗ ਸਿੰਘ ਬਾਸੀ ਹੈ ਤੇ ਦਾਸ ਇਸ ਸੈਸ਼ਨ ਨੂੰ ਮੋਡਰੇਟ ਕਰੇਗਾ। ਪਹਿਲਾ ਹਾਫ ਤੇ ਦੂਸਰਾ ਹਾਫ ਮੇਰੇ ਭੈਣ ਜੀ ਮਨਦੀਪ ਕੌਰ ਜੀ ਮੋਡਰੇਟ ਕਰਨਗੇ। ਤੇ ਆਪਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਰਦਾਸ ਕਰ ਲਈਏ। ਤੇ ਮੇਰੀ ਬੇਨਤੀ ਹੈ ਬੀਬੀ ਬਲਵਿੰਦਰ ਕੌਰ ਜੀ ਅੱਗੇ ਕਿ ਪਲੀਜ਼ ਤੁਸੀਂ ਅਰਦਾਸ ਨਾਲ ਇਹ ਸੈਸ਼ਨ ਸ਼ੁਰੂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਇਹ ਵੈਬੀਨਾਰ ਅਸੀਂ ਅਰਦਾਸ ਦਾ ਸਹਾਰਾ ਲੈਂਦੇ ਹੋਏ ਸ਼ੁਰੂ ਕਰ ਰਹੇ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। तुम मात पिता हम बारक तेरे, तुम्हारी कृपा में सुख कनेरे। कोई न जाने तुमरा अंत, ऊंचे ते ऊंचा भगवंत। सगल समगरी तुमरे सूतर तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। तुम्हारी गत मित तुम ही जानी, नानक दास सदा कुर्बानी। वाहिगुरु जी का खालसा वाहिगुरु जी की फतेह। भैन जी आप जी का बहुत 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 धन्यवाद। ते हुण आपां अज दा सैशन शुरू करते हैं। ग्लोबल सिक्खी स्कॉलर्स दे ग्रुप वालों किया जाता, जिहड़ा कि एक ग्लोबल सिख कौंसल का एक प्रोजेक्ट है। ते अज दे सैशन का सिरलेख है टॉपिक सिख संस्थावां वालों दसवंध दी सही वरतों, रिस्पॉन्सिबल यूज ऑफ दसवंध by the Sikh institutions। ਤੇ ਇਹ ਸੈਸ਼ਨ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਥੋੜਾ ਜਿਹਾ ਗਲੋਬਲ ਸਿੱਖ ਕੌਂਸਲ ਬਾਰੇ ਜਾਣਕਾਰੀ ਦੇ ਦਿਆਂ। ਬਹੁਤੇ ਸੱਜਣ ਤੇ ਗਲੋਬਲ ਸਿੱਖ ਕੌਂਸਲ ਦੇ ਨਾਲ ਇਨਵੋਲਵ ਹੈ, ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ, ਲੇਕਿਨ ਕੁਝ ਸੱਜਣ ਜਿਹੜੇ ਨਵੇਂ ਆਏ ਹੈ ਉਹਨਾਂ ਦੀ ਜਾਣਕਾਰੀ ਲਈ ਥੋੜਾ ਜਿਹਾ ਗਲੋਬਲ ਸਿੱਖ ਕੌਂਸਲ ਬਾਰੇ 2 ਮਿੰਟ ਮੈਂ ਦੱਸ ਦਿਆਂ कि Global Sikh Council is the voice of the Sikhs worldwide। ਤੇ ਜਿੱਥੇ Global Sikh Council ਸਿੱਖਾਂ ਦੀ ਆਵਾਜ਼ ਨਾਨ ਸਿੱਖ ਸੰਸਥਾਵਾਂ, ਗਵਰਨਮੈਂਟਸ ਐਂਡ ਅਦਰ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਤੱਕ ਪਹੁੰਚਾਉਂਦੀ ਹੈ, ਉੱਥੇ ਨਾਲ ਨਾਲ ਗਲੋਬਲ ਸਿੱਖ ਕੌਂਸਲ ਦੇ ਕਈ ਪ੍ਰੋਜੈਕਟ ਹੈ ਜਿਹੜੀ ਸਿੱਖੀ ਦੀ ਸੇਵਾ ਵਿੱਚ ਕੀਤੇ ਜਾਂਦੇ ਆ। ਤੇ ਉਹਨਾਂ ਵਿੱਚੋਂ अब एक बड़ा प्रोजेक्ट है ग्लोबल सिक्खी स्कॉलर्स वालों, वो मंथली सैमीनार किए जाते उन्होंने टॉपिक्स से जेडे अपनी सिख कम्यूनिटी के इंटरस्ट दे है। ते होर साडे प्रोजेक्ट जेडे है स्टार्टिंग विद माँ बोली पंजाबी, गुरबाणी सांझ, किस गुरबाणी सांझ दे भी ते माँ बोली पंजाबी दे भी सारे जूम सैशन है वर्ल्ड वाइड। किस सुनिए किस कहिए वर्ल्ड वाइड 4-5 सैशन वक्रे वक्रे समय ते उहदे च गुरबाणी दी सेध बारे ज्ञान किया जाता। साडे कोल नवा फोरम बनिया एक गुरबाणी डिस्कशन फोरम, वो साडी वैबसाइट ते है। ते नाल नाल साडे कोल गुरबाणी ते गुरमुत विचार व्हाट्सएप ग्रुप हैगा, वो भी चलता। ते एक होर नवा प्रोजेक्ट है जिहड़ा आप जी सारिਆਂ ਦੇ इंटरस्ट ਲਈ बहुत ही इंपॉर्टेंट है, वो शुरू किया जी कि सिक्खी इन 5
10 and 50 years from today. ਸੋ ਉਹਦੇ ਵਿੱਚ ਜਿੰਨਾ ਵੀ ਸੱਜਣ ਪਾਰਟਿਸਿਪੇਟ ਕਰ ਸਕਦੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨਾਲ ਨਾਲ ਸਾਡੇ ਕੋਲ ਹੋਰ ਜਿਹੜੇ ਸੇਵਾ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਆ, ਵੂਮਨ ਇੰਪਾਵਰਮੈਂਟ ਬਹੁਤ ਤਕੜਾ ਪ੍ਰੋਜੈਕਟ ਹੈ, ਹਰ ਹਫਤੇ ਮੀਟਿੰਗ ਹੁੰਦੀ ਹੈ ਐਂਡ ਵੈਰੀ ਵੈਲ ਡਨ, ਵੈਰੀ ਵੈਲ ਅਟੈਂਡਡ। ਤੇ ਨੈਕਸਟ ਜਿਹੜਾ ਪੰਜਾਬ ਦੇ ਵਿੱਚ, ਪੰਜਾਬ ਦੇ ਪਿੰਡਾਂ ਵਿੱਚ ਚੱਲ ਰਿਹਾ ਪੰਜਾਬ ਐਜੂਕੇਸ਼ਨ, ਹੈਲਥ ਐਂਡ ਇੰਪਾਵਰਮੈਂਟ ਲਹਿਰ, ਉਹਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਵਿਦਿਆਰਥੀਆਂ ਨੂੰ ਮਦਦ ਕੀਤੀ ਜਾਂਦੀ ਹੈ, ਸੰਗਤਾਂ ਨੂੰ ਮਦਦ ਕੀਤੀ ਜਾਂਦੀ ਹੈ। ਇਹ ਬਰੀਫ ਜਿਹੇ ਦੇ ਵਿੱਚ ਸਾਡੇ ਗਲੋਬਲ ਸਿੱਖ ਕੌਂਸਲ ਦੇ ਪ੍ਰੋਜੈਕਟ ਚੱਲ ਰਹੇ ਆ। ਹੁਣ ਆਈਏ ਆਪਾਂ ਅੱਜ ਦੇ ਸੈਸ਼ਨ ਤੇ। ਅੱਜ ਦਾ ਸੈਸ਼ਨ 2 ਭਾਗਾਂ ਵਿੱਚ ਚੱਲੇਗਾ, ਜਿਵੇਂ ਆਪਾਂ ਪਹਿਲਾਂ ਤੋਂ ਹੀ ਚੱਲਦੇ ਆ। ਪਹਿਲਾ ਭਾਗ ਆਲਮੋਸਟ 1 ਘੰਟਾ, ਜਿਹਦੇ ਵਿੱਚ ਤੁਸੀਂ ਸੱਜਣਾ ਤੋਂ ਵਿਚਾਰ ਸੁਣੋਗੇ ਤੇ ਸਾਡੇ ਗੈਸਟ ਸਪੀਕਰ ਪਹਿਲਾਂ ਬੋਲਣਗੇ ਤੇ ਉਹਨਾਂ ਤੋਂ ਬਾਅਦ ਬਾਕੀ ਸੱਜਣ ਜਿਨ੍ਹਾਂ ਨੇ ਰਜਿਸਟਰ ਕੀਤਾ ਹੋਇਆ। ਤੇ ਦੂਸਰੇ ਭਾਗ ਵਿੱਚ ਆਪ ਜੀ ਨੂੰ, ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ, ਉਹ ਆਪਣਾ ਵਿਚਾਰ ਸਾਂਝਾ ਕਰ ਸਕਦੇ ਆ। ਤੇ ਜੇ ਆਪ ਜੀ ਨੂੰ ਕੋਈ ਸਵਾਲ ਹੈ ਕਿਸੇ ਸਪੀਕਰ ਤੋਂ ਤਾਂ ਤੁਸੀਂ ਉਹ ਪੁੱਛ ਸਕਦੇ ਹੋ। ਸੋ ਮੇਨਲੀ ਓਪਨ ਸੈਸ਼ਨ ਹੈ। ਸਾਡੇ ਗੈਸਟ ਸਪੀਕਰ ਲਈ ਪਹਿਲਾਂ ਅਸੀਂ 25 ਤੋਂ 30 ਮਿੰਟ ਤੱਕ ਸਮਾਂ ਰੱਖਿਆ ਹੁੰਦਾ, ਤੇ ਜਿਹੜੇ ਬਾਕੀ ਦੇ ਰਜਿਸਟਰਡ ਸਪੀਕਰ ਹੈ ਉਹਨਾਂ ਨੂੰ 7 ਤੋਂ 10 ਮਿੰਟ ਦਾ ਸਮਾਂ ਦਿੱਤਾ ਜਾਂਦਾ। ਤੇ ਬਾਕੀ ਜਦੋਂ ਅਸੀਂ ਕੁਐਸਚਨ ਆਨਸਰ ਹੋਵਾਂਗੇ ਉਦੋਂ 2, 3, 4 ਮਿੰਟ ਉਦੋਂ ਵੱਧ ਨਹੀਂ। ਸੋ ਇਹ ਸਾਡਾ ਪ੍ਰੋਗਰਾਮ ਹੈ। ਤੇ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ। ਸਾਡੇ ਅੱਜ ਦੇ ਗੈਸਟ ਸਪੀਕਰ ਪ੍ਰੋਫੈਸਰ ਹਰਿੰਦਰਪਾਲ ਸਿੰਘ ਜੀ, ਇਹ ਦਿੱਲੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੈ, ਕਈ ਸਾਲਾਂ ਤੋਂ ਹੈ। ਤੇ ਨਾਲ ਨਾਲ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਕਿ ਇਹ ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ, ਔਰ ਉਹ ਸੇਵਾ ਇਹਨਾਂ ਨੇ ਕਈ ਸਾਲਾਂ ਤੋਂ ਕੀਤੀ ਹੋਈ ਹੈ ਤੇ ਬੜੀ ਸੇਵਾ ਕੀਤੀ ਹੈ। ਦੂਜੇ ਪਾਸੇ ਇਹ ਨਾਲ ਨਾਲ ਗੁਰਬਾਣੀ ਦਾ ਪ੍ਰਚਾਰ ਕਰਦੇ ਆ, ਲੇਖ ਲਿਖਦੇ ਆ ਤੇ ਲੈਕਚਰ ਦਿੰਦੇ ਆ। ਤੇ ਇਹਨਾਂ ਦੇ ਪਰਸਨਲ ਸਟੈਂਡ, ਇਹਨਾਂ ਨੇ ਹੀ ਇਜ਼ ਪ੍ਰੋਪੋਨੈਂਟ ਆਫ ਸੇਇੰਗ ਕਿ ਬਈ ਕੋਈ ਕਿਸੇ ਤਾਂ ਕੋਈ ਗਲਤ ਗੱਲ ਹੋ ਰਹੀ ਹੈ ਤਾਂ ਉੱਠ ਕੇ ਬੋਲੋ, ਚੁੱਪ ਨਾ ਰਹੋ, ਬੀ ਐਕਟਿਵ, ਡੂ ਸਮਥਿੰਗ। ਤੇ ਨਾਲ ਨਾਲ ਇਹ ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਦਾ ਲੇਡੀਜ਼ ਇੰਪਾਵਰਮੈਂਟ ਪਾਸੇ ਵੀ ਬਹੁਤ ਬਹੁਤ ਧਿਆਨ ਹੈ ਤੇ ਹੀ ਇਜ਼ ਐਕਟਿਵ ਇਨ ਦੈਟ। ਸੋ ਲੈਟਸ ਵੈਲਕਮ ਅੱਜ ਦੇ ਗੈਸਟ ਸਪੀਕਰ ਸਰਦਾਰ ਪ੍ਰੋਫੈਸਰ ਹਰਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅੱਜ ਦੇ ਵਿਸ਼ੇ ਬਾਰੇ ਗੱਲ ਕਰਾਂ ਉਸ ਤੋਂ ਪਹਿਲੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਮੈਂ ਐਟ ਪ੍ਰੈਜ਼ੈਂਟ ਮੈਂ ਮੈਂਬਰ ਨਹੀਂ ਹਾਂ, ਮੈਂਬਰ ਰਿਹਾ, ਔਰ ਮੈਂ ਗੁਰਮਤਿ ਕਾਲਜ ਦਾ ਚੇਅਰਮੈਨ ਰਿਹਾ। ਹੁਣ ਮੈਂ 2 ਸਾਲ ਤੋਂ ਛੱਡ ਦਿੱਤਾ ਹੈ ਆਪਣੀ। ਮੈਂ PhD ਕਰ ਰਿਹਾ ਸੀ, ਉਸ PhD ਨੂੰ ਮੈਂ ਕੰਪਲੀਟ ਕਰ ਲਿਆ। ਮੇਰਾ PhD ਦਾ ਜਿਹੜਾ ਵਿਸ਼ਾ ਸੀ ਉਹ ਹੈ ਕਿ ਮਾਨਵੀ ਵਿਕਾਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਯੋਗਦਾਨ। ਤੇ ਮੇਰੀ PhD ਹੁਣ ਕੰਪਲੀਟ ਹੋ ਗਈ ਹੈ। ਮੈਂ ਪ੍ਰੋਫੈਸਰ ਵੀ ਨਹੀਂ ਹਾਂ, ਬੜੀ ਛੇਤੀ ਡਾਕਟਰ ਹੋਣ ਵਾਲਾ। ਚਲੋ, ਅੱਜ ਦਾ ਜਿਹੜਾ ਵਿਸ਼ਾ ਹੈ ਇਹ ਦਸਵੰਤ ਦਾ ਰਿਸਪੌਂਸੀਬਲ ਯੂਜ਼ ਕਿਵੇਂ ਹੋਏ, ਇੱਕ ਆਦਰਸ਼ਕ ਯੂਜ਼ ਕਿਵੇਂ ਹੋਏ। ਔਰ ਇਹ ਸਾਡੇ ਸਿੱਖੀਜ਼ਮ ਵਿੱਚ, ਸਿੱਖੀ ਵਿੱਚ ਇਹ ਇੱਕ ਸਿਧਾਂਤ ਦਸਵੰਤ ਦਾ ਸਾਡੇ 5ਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ। ਮੈਂ ਗੱਲ ਨੂੰ ਆਪਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਇਹ ਦੱਸਣਾ ਚਾਹਾਂਗਾ, ਜਾਂ ਮੈਂ ਚਾਹਾਂਗਾ ਕਿ ਇਸ ਨੂੰ ਸੋਚੀਏ ਅਸੀਂ ਕਿ ਅਧਿਆਤਮਕ ਪੂਰਵਜਾਂ ਦੇ ਜਿਹੜੇ ਵਿਚਾਰ ਨੇ ਉਹ ਕਦੇ ਵੀ ਪੁਰਾਣੇ ਨਹੀਂ ਹੁੰਦੇ ਤੇ ਨਾ ਹੋ ਸਕਦੇ ਨੇ। ਜ਼ਰੂਰਤ ਪੁਰਾਤਨ ਨੂੰ ਪੁਨਰ ਜੀਵਤ ਕਰਨ ਦੀ ਹੈ ਔਰ ਨਵੇਂ ਬਾਰੇ ਗਿਆਨ ਹਾਸਲ ਕਰਨ ਦੀ ਹੈ। ਔਰ ਜਿਹੜੇ ਸਾਡੇ ਅਧਿਆਤਮਕ ਪੂਰਵਜਾਂ ਨੇ ਦਾ ਜਿਹੜਾ ਕਰਜ਼ ਹੈ ਸਾਡੇ ਤੇ, ਉਹ ਅਸੀਂ ਉਹਨਾਂ ਦਾ ਅਧਿਐਨ ਕਰਕੇ, ਉਹਨਾਂ ਦੀ ਸਟੱਡੀ ਕਰਕੇ, ਉਸ ਤੇ ਅਮਲ ਕਰਕੇ
ਅਸੀਂ ਉਤਾਰ ਸਕਦੇ ਹਾਂ। ਜੇ ਹੁਣ ਮੈਂ ਗੱਲ ਸ਼ੁਰੂ ਕਰਾਂ ਤੇ ਮਨੁੱਖੀ ਜੀਵਨ ਨੂੰ ਵੱਖ-ਵੱਖ ਪੱਧਰਾਂ ਉੱਤੇ ਕਿਵੇਂ ਸੰਗਠਿਤ ਕੀਤਾ ਜਾਵੇ ਤਾਂ ਕਿ ਮਨੁੱਖੀ ਜੀਵਨ ਦਾ ਸਰਵਪੱਖੀ ਵਿਕਾਸ ਹੋ ਸਕੇ, ਤਾਂ ਇਸ ਪ੍ਰਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਬੜਾ ਮਹੱਤਵਪੂਰਨ ਯੋਗਦਾਨ ਹੈ। ਗੁਰੂ ਨਾਨਕ ਪਾਤਸ਼ਾਹ ਨੇ ਐਸੇ ਸਮਾਜ ਦੀ, ਇੱਕ ਐਸੀ ਸੁਸਾਇਟੀ ਦੀ ਸਿਰਜਣਾ ਕਰਨ ਦਾ ਪ੍ਰਯਾਸ ਕੀਤਾ ਜੋ ਲਰਨਡ ਹੋਵੇ, ਭਾਵ ਗਿਆਨਵਾਨ ਹੋਵੇ, ਜੋ ਅਵੇਕਨਡ ਹੋਵੇ, ਜਾਗਰਤ ਹੋਵੇ, ਜੋ ਡਿਵੈਲਪਡ ਹੋਵੇ, ਵਿਕਸਿਤ ਹੋਵੇ। ਔਰ ਇਹੋ ਜਿਹੇ ਸਮਾਜ ਦਾ ਰੋਡ ਮੈਪ ਪਾਤਸ਼ਾਹ ਨੇ 15ਵੀਂ ਸ਼ਤਾਬਦੀ ਵਿੱਚ ਤਿਆਰ ਕਰ ਲਿਆ। ਇਸ ਲਰਨਿੰਗ ਤੇ ਅਵੇਕਨਿੰਗ ਸੁਸਾਇਟੀ ਨੂੰ ਕ੍ਰੀਏਟ ਕਰਨ ਲਈ, ਜਾਂ ਮੈਂ ਕਹਿ ਲਵਾਂ ਸਿਰਜਣਾ ਕਰਨ ਲਈ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਬੜਾ ਗਜ਼ਬ ਦਾ, ਬੜਾ ਨਵੇਕਲਾ ਮਾਡਲ ਦਿੱਤਾ। ਔਰ ਉਹ ਸੀ ਗਾਲ ਖਾਏ ਕਿਛ ਹੱਥੋਂ ਦੇ। ਹੁਣ ਇਸ ਸਿਧਾਂਤ ਨੂੰ ਸਮਝੀਏ ਕਿ ਮਨੁੱਖ ਦੀ ਅੰਤਰਦ੍ਰਿਸ਼ਟੀ ਤੇ ਬਾਹਰੀ ਦ੍ਰਿਸ਼ਟੀ, ਜਿਹੜੇ ਤਿੰਨ ਸਿਧਾਂਤ ਜਿਹੜੇ ਮੈਂ ਸਮਝ ਸਕਦਾ ਕਿ ਮੈਨੀਫੈਸਟੋ ਆਫ ਸਿੱਖੀਜ਼ਮ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਇਹਨੂੰ ਸਮਝੀਏ ਕਿ ਮਨੁੱਖ ਦੀ ਅੰਤਰਦ੍ਰਿਸ਼ਟੀ ਤੇ ਬਾਹਰੀ ਦ੍ਰਿਸ਼ਟੀ। ਅੰਤਰਦ੍ਰਿਸ਼ਟੀ ਕੀ ਹੈ? ਨਾਮ ਜਪਣਾ। ਬਾਹਰੀ ਦ੍ਰਿਸ਼ਟੀ ਕੀ ਹੈ? ਕਿਰਤ ਕਰਨਾ ਤੇ ਵੰਡ ਛਕਣਾ। ਇਹ ਆਪਸ ਦੇ ਵਿੱਚ ਇੰਟਰਕਨੈਕਟਡ ਕਰਨੇ, ਕਿਰਿਆਮਤ ਹੋ ਜਾਣੇ, ਤਾਂ ਫਿਰ ਨਾਨਕ ਭਗਤਾਂ ਸਦਾ ਵਿਗਾਸ ਦਾ ਜਾਂ ਨਾਨਕ ਵਿਕਸੇ ਵੇ ਪ੍ਰਵਾਹ ਵਾਲਾ ਅਨੁਭਵ ਹੋ ਜਾਂਦਾ ਹੈ। ਔਰ ਇੱਥੇ ਸਮਝਣਾ, ਇੱਥੇ ਗੁਰੂ ਨਾਨਕ ਸਾਹਿਬ ਨੇ ਵਿਗਾਸ ਸ਼ਬਦ ਯੂਜ਼ ਕੀਤਾ, ਵਿਕਾਸ ਨਹੀਂ। ਇੱਥੇ ਇਸ ਗੱਲ ਨੂੰ ਸਮਝਣਾ ਕਿ ਜਿਹੜਾ ਵਿਕਾਸ ਦਾ ਗਿਆਨ ਸ਼ਾਸਤਰ ਹੈ ਉਹ ਹੋਰ ਹੈ ਤੇ ਵਿਗਾਸ ਦਾ ਗਿਆਨ ਸ਼ਾਸਤਰ ਹੋਰ ਹੈ। ਵਿਗਾਸ ਦੇ ਅਰਥ ਬੜੇ ਵਸੀਹ ਨੇ। ਵਿਗਾਸ ਤੇ ਵਿਕਾਸ ਦੇ ਨਾਲ, ਜਿਹੜਾ ਵਿਗਾਸ ਹੈ ਉਹਦੇ ਵਿੱਚ ਵਿਕਾਸ ਦੇ ਨਾਲ ਨਾਲ ਅੰਦਰੂਨੀ ਖੇੜਾ ਵੀ ਹੁੰਦਾ ਹੈ। ਯਾਨੀ ਵਿਕਾਸ ਜਿਹੜਾ ਹੈ ਇਹ ਮਾਈਕਰੋ ਇਕਨੋਮਿਕਸ ਹੈ ਔਰ ਵਿਗਾਸ ਜਿਹੜਾ ਇਹ ਮੈਕਰੋ ਇਕਨੋਮਿਕਸ ਹੈ। ਵਿਗਾਸ ਦੇ ਵਿੱਚ ਸੌਂਦਰੇ ਦਰਸ਼ਨ ਹੈ, ਸੌਂਦਰੇ ਅਨੁਭਵ ਸ਼ਾਮਲ ਹੁੰਦਾ ਹੈ। ਔਰ ਗੁਰੂ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਭਾਵ ਮੈਕਰੋ ਇਕਨੋਮਿਕਸ ਦੇ ਨਾਲ ਯੂਨੀਵਰਸਲ ਵੈਲਫੇਅਰ ਤੇ ਯੂਨੀਵਰਸਲ ਕੰਸਰਨ ਦਾ ਜਿਹੜਾ ਸਾਨੂੰ ਐਸਾ ਇੱਕ ਸਿਧਾਂਤ ਦੇ ਦਿੱਤਾ, ਜਿਹੜਾ ਸਿੱਖ ਸੱਭਿਆਚਾਰ ਦਾ ਹਿੱਸਾ ਬਣ ਕੇ ਦੁਨੀਆ ਨੂੰ ਇੱਕ ਨਵਾਂ ਵਿਕਾਸ ਮਾਡਲ ਦਿੱਤਾ। ਦੇਖੋ, ਗੁਰੂ ਨਾਨਕ ਸਾਹਿਬ ਤੋਂ ਸਿੱਖੀ ਸ਼ੁਰੂ ਹੁੰਦੀ ਹੈ ਔਰ ਇੱਕ ਲਹਿਰ ਦਾ ਰੂਪ ਬਣ ਜਾਂਦੀ ਹੈ। ਸਿੱਖ ਲਹਿਰ ਵਿਕਸਿਤ ਹੁੰਦੀ ਗਈ। ਜਿਸ ਤਰ੍ਹਾਂ ਵਿਕਸਿਤ ਹੁੰਦੀ ਗਈ ਉਸੇ ਤਰ੍ਹਾਂ ਪਦਾਰਥਾਂ ਦੀ, ਧਨ ਦੀ, ਸਹੂਲਤਾਂ ਦੀ ਜ਼ਰੂਰਤ ਸ਼ੁਰੂ ਹੋ ਗਈ। ਔਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੇਵਲ ਧਾਰਮਿਕ ਕਿਰਿਆਵਾਂ ਵੱਲ ਹੀ ਨਹੀਂ ਪ੍ਰੇਰਿਆ, ਬਲਕਿ ਆਪਣੇ ਸੇਵਕਾਂ ਨੂੰ ਦੁਨਿਆਵੀ ਲੋੜਾਂ ਵੱਲ ਵੀ ਧਿਆਨ ਦਿੱਤਾ। ਔਰ ਅਗਰ ਅਸੀਂ ਇਤਿਹਾਸ ਪੜ੍ਹੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਕਸਬਿਆਂ, ਸ਼ਹਿਰਾਂ ਵਿੱਚ, ਭਾਵੇਂ ਉਹ ਪਾਣੀ ਦੀ ਪੂਰਤੀ ਹੋਵੇ, ਬੋਲੀਆਂ ਹੋਣ, ਖੂਹ ਬਣਵਾਏ, ਕਸਬੇ ਬਣਵਾਏ, ਗੋਇੰਦਵਾਲ, ਅੰਮ੍ਰਿਤਸਰ, ਅਨੰਦਪੁਰ ਸਾਹਿਬ ਵਰਗੇ ਸ਼ਹਿਰ ਵਸਾਏ, ਕੀਰਤਪੁਰ ਸਾਹਿਬ ਸ਼ਹਿਰ ਵਸਾਏ। ਯਾਨੀ ਅਧਿਆਤਮਕਤਾ ਦੇ ਨਾਲ ਨਾਲ ਸਮਾਜਿਕ ਕ੍ਰਾਂਤੀ ਦਾ ਵੀ ਆਗਾਜ਼ ਜਿਹੜਾ ਹੈ ਉਹ ਸਾਡੇ ਗੁਰੂ ਸਾਹਿਬਾਨ ਨੇ ਜਾਂ ਸਿੱਖੀਜ਼ਮ ਨੇ ਦੇ ਵਿੱਚ ਸ਼ੁਰੂ ਹੋਇਆ। ਔਰ ਫਿਰ ਸਰਬੱਤ ਦੇ ਭਲੇ ਲਈ ਜਿਹੜਾ ਸਿਧਾਂਤ ਦਿੱਤਾ, ਸਰਬੱਤ ਦਾ ਭਲਾ ਤੇ ਸਰਬੱਤ ਨਾਲ ਸਰੋਕਾਰ, ਵੰਡ ਛਕਣਾ ਤੇ ਸਰਬੱਤ ਦੇ ਭਲੇ ਤੋਂ ਹੀ ਇਹ ਦਸਵੰਤ ਦਾ ਸਿਧਾਂਤ ਜਿਹੜਾ ਇਹ ਮੈਂ ਸਮਝਦਾ ਕਿ ਇਹਦਾ ਸ਼ੁਰੂਆਤ ਜਾਂ ਇਹਦੀ ਨੀਂਹ ਰੱਖੀ ਗਈ। ਹਰ ਕੌਮ ਦਾ, ਹਰ ਧਰਮ ਜਾਂ ਜਥੇਬੰਦੀ ਆਪਣੇ ਉਦੇਸ਼ ਵਿੱਚ ਸਫਲ ਹੋਣ ਲਈ ਆਪਣੇ ਅਨੁਯਾਈਆਂ ਦੇ ਸਹਿਯੋਗ ਤੇ ਨਿਰਭਰ ਹੁੰਦੀ ਹੈ। ਔਰ ਜਿਸ ਤਰ੍ਹਾਂ ਇਸਲਾਮ ਦੇ ਵਾਧੇ ਲਈ ਆਮਦਨ ਦਾ ਇੱਕ ਹਿੱਸਾ ਦੇਣਾ ਲਾਜ਼ਮੀ ਹੈ, ਜਿਸ ਨੂੰ ਜ਼ਕਾਤ ਦਾ ਨਿਯਮ ਕਹਿੰਦੇ ਨੇ, ਇਸੇ ਤਰ੍ਹਾਂ ਸਿੱਖੀ ਵਿੱਚ ਸਰਬੱਤ ਦੇ ਭਲੇ ਲਈ, ਮਨੁੱਖਤਾ ਦੇ ਭਲੇ ਲਈ ਤਨ, ਮਨ ਤੇ ਧਨ ਦੇ ਯੋਗਦਾਨ ਦੀ ਗੱਲ ਹੈ। ਔਰ ਦਸਵੰਸ ਉਸ ਯੋਗਦਾਨ ਦਾ ਇੱਕ ਬੜਾ ਖੂਬਸੂਰਤ ਸਿਧਾਂਤ ਹੈ। ਔਰ ਇਸ ਤਰ੍ਹਾਂ ਦਸਵੰਤ ਇੱਕ ਬੜਾ ਨਵੇਕਲਾ ਤੇ ਨਿਆਰਾ ਸੰਕਲਪ ਹੈ। ਅਸੀਂ ਇਸ ਨੂੰ ਇਹ ਸਮਝਣਾ ਹੈ। ਔਰ ਥੋੜਾ ਜਿਹਾ ਇਸ ਨੂੰ ਵੀ ਸਮਝੀਏ ਕਿ ਆਮ ਦਸਵੰਤ ਤੇ ਸਿਧਾਂਤ ਨੂੰ ਆਮ ਤੌਰ ਤੇ ਦਾਨ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਦਾਨ ਕਿਸੇ ਨੂੰ ਮਦਦ ਵਜੋਂ ਦਿੱਤਾ ਜਾਂਦਾ ਹੈ। ਦਾਨ ਦੇਣ ਵੇਲੇ ਵਾਲੇ ਦੇ ਮਨ ਵਿੱਚ ਸੁਪੀਰੀਅਰਿਟੀ ਕੰਪਲੈਕਸ ਆ ਜਾਂਦੀ ਹੈ ਔਰ ਲੈਣ ਵਾਲੇ ਦੇ ਵਿੱਚ ਇਨਫੀਰੀਅਰਿਟੀ ਕੰਪਲੈਕਸ ਆ ਜਾਂਦੀ ਹੈ, ਉਹਦੀ ਸੰਭਾਵਨਾ ਹੁੰਦੀ ਹੈ। ਇਸ ਲਈ ਗੁਰਮਤ ਵੀ ਇਸ ਸਮੱਸਿਆ ਨੂੰ ਬੜੇ ਸੁੰਦਰ ਢੰਗ ਨਾਲ ਨਜਿੱਠਿਆ ਗਿਆ ਕਿ ਹਰ ਇੱਕ ਨੂੰ ਇਹ ਉਪਦੇਸ਼ ਕੀਤਾ ਗਿਆ ਕਿ ਕਿਸੇ ਨੂੰ ਦਾਨ ਦੇਣ ਦੀ ਬਜਾਏ
ਦਸਵੰਤ ਜਿਹੜਾ ਉਹ ਭੇਟ ਕਰੋ। ਦਸਵੰਤ ਭਾਵ ਆਪਣੀ ਕਮਾਈ ਦਾ 10ਵਾਂ ਹਿੱਸਾ, ਇਹ ਗੁਰੂ ਦੇ ਅਰਥ ਖਰਚਣਾ ਹੈ। ਤੇ ਦਾਨ ਵਿਅਕਤੀਗਤ ਹੈ, ਦਸਵੰਤ ਸੰਸਥਾਗਤ ਇੰਸਟੀਟਿਊਸ਼ਨਲ ਬਣ ਗਿਆ, ਜਿਸ ਦਾ ਆਧਾਰ ਹੈ ਗਰੀਬ ਦਾ ਮੂੰਹ, ਗੁਰੂ ਦੀ ਗੋਲਕ। ਹੁਣ ਦਸਵੰਤ ਦੇ, ਜਦੋਂ ਮੈਂ ਦਸਵੰਤ ਦਾ ਇਤਿਹਾਸ ਦੱਸ ਰਿਹਾ, ਤੇ ਇਹ ਜਦੋਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਮੈਂ ਤੀਜੇ ਪਾਤਸ਼ਾਹ ਦੀ ਗੱਲ ਕਰਾਂ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਸੰਕਲਪ ਸ਼ੁਰੂ ਕੀਤਾ, ਤੇ ਗੋਇੰਦਵਾਲ ਜਦੋਂ ਬਹੁਤ ਜ਼ਿਆਦਾ ਸੰਗਤਾਂ ਆਣੀਆਂ ਸ਼ੁਰੂ ਹੋ ਗਈਆਂ ਤਾਂ ਗੁਰੂ ਅਮਰਦਾਸ ਜੀ ਨੇ ਮੰਜੀ ਸਿਸਟਮ ਸ਼ੁਰੂ ਕੀਤਾ, ਜਿਹਦੇ 22 ਕੇਂਦਰ ਬਣਾਏ ਗਏ, ਔਰ ਉਹ ਹਰ ਮੰਜੀ ਤੇ ਇੱਕ ਉਹਨਾਂ ਜਿਹੜਾ ਹੈਡ ਬਣਾਇਆ ਸੰਗਤੀਆ, ਉਸਨੂੰ ਸੰਗਤੀਆ ਕਿਹਾ ਗਿਆ। ਸਿੱਖੀ ਨੂੰ ਐਕਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਤੀਜੇ ਪਾਤਸ਼ਾਹ ਨੇ। ਔਰ ਫਿਰ ਪੰਜਵੇਂ ਪਾਤਸ਼ਾਹ ਨੇ ਜੋ ਹੈ ਗੁਰੂ ਅਰਜਨ ਪਾਤਸ਼ਾਹ ਨੇ, ਉਹ ਦਸਵੰਤ ਪ੍ਰਥਾ ਦੀ ਜਿਹੜੀ ਸ਼ੁਰੂਆਤ ਗੁਰੂ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੁੰਦੀ ਹੈ। ਔਰ ਇਹ ਜਿਹੜੇ ਸੰਗਤੀਏ ਗੁਰੂ ਅਮਰਦਾਸ ਜੀ ਨੇ ਬਣਾਏ ਸੀ, ਇਹ ਇਹਨਾਂ ਨੂੰ ਹੀ ਦਸਵੰਤ ਕੁਲੈਕਟ ਕਰਨ ਦੀ ਜ਼ਿੰਮੇਵਾਰੀ ਲਈ। ਔਰ ਇਸ ਤਰ੍ਹਾਂ ਮੈਂ ਕਹਿ ਸਕਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੰਡ ਛਕਣ ਦਾ ਸਾਕਾਰ ਰੂਪ ਦਸਵੰਤ ਹੈ। ਔਰ ਗੁਰੂ ਅਰਜਨ ਸਾਹਿਬ ਨੇ ਜਦੋਂ ਇਹ ਸ਼ੁਰੂ ਕੀਤਾ ਤਾਂ ਇਹ ਜਿਹੜੇ ਸੰਗਤੀਏ ਨੂੰ ਅਪਗ੍ਰੇਡ ਕਰਕੇ ਮਸੰਦਾਂ ਦਾ ਅਹੁਦਾ ਬਣਾ ਦਿੱਤਾ। ਹੁਣ ਅੱਜ ਮਸੰਦ ਨੂੰ ਵਿਲੀਅਨ ਤੇ ਅਸੀਂ ਸਮਝਦੇ ਹਾਂ, ਲੇਕਿਨ ਮਸੰਦ ਪਰਸ਼ੀਅਨ ਦੇ ਵਿੱਚ ਜਿਹੜਾ ਮਸੰਦ ਦਾ ਮਤਲਬ ਹੈ, ਮੁਸਾਨਾਦ ਤੋਂ ਇਸ ਸ਼ਬਦ ਤੋਂ ਆਇਆ, ਜਿਸ ਦਾ ਮਤਲਬ ਹੁੰਦਾ ਨੋਬਲ, ਸ੍ਰੇਸ਼ਟ। ਇਹ ਬਾਅਦ ਦੀ ਗੱਲ ਹੈ ਕਿ 10ਵੇਂ ਪਾਤਸ਼ਾਹ ਟਾਈਮ ਜਦੋਂ ਇਹ ਕਰਪਟ ਹੋ ਗਏ ਤਾਂ ਫਿਰ ਮਸੰਦਾਂ ਨੂੰ ਉਹਨਾਂ ਨੇ ਜੋ ਹੈ ਮਨਫੀ ਕਰਕੇ ਤੇ ਮਸੰਦਾਂ ਦੀ ਜਗ੍ਹਾ ਤੇ ਉਹਨਾਂ ਨੇ ਕਿਹਾ ਕਿ ਕੋਈ ਵਿਚੋਲਾ ਨਹੀਂ ਹੋਏਗਾ, ਹੁਣ ਖਾਲਸਾ ਦੀ ਇੱਕ ਸੰਸਥਾ ਬਣੀ। ਇੱਕ ਗੱਲ ਮੈਨੂੰ ਲੱਗਦਾ ਕਿ ਮੈਂ ਇਸ ਲਈ ਥੋੜਾ ਜਿਹਾ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਟੂਡੈਂਟ ਹਾਂ, ਤੇ ਮੈਂ ਇਹ ਸਮਝਦਾ ਕਿ ਇਸ ਨੂੰ ਆਪਾਂ ਥੋੜਾ ਜਿਹਾ ਸਪਿਰਚੁਅਲਿਟੀ ਨਾਲ ਸਮਝੀਏ, ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ। ਦੇਖੋ, ਗੁਰੂ ਸ਼ਬਦ ਤੇ ਸੰਗਤ, ਇਹ ਸਿੱਖੀ ਦੇ ਵਿਕਾਸ ਦੇ 3 ਇੰਟਰਕਨੈਕਟਡ ਜਿਹੜੇ ਨੇ 3 ਮੁੱਖ ਥੰਬ ਨੇ, ਪਿਲਰਸ ਨੇ। ਇਹ ਇੱਕ ਦੂਜੇ ਤੋਂ ਅਲੱਗ ਨਹੀਂ ਹੋ ਸਕਦੇ, ਨਾ ਕੀਤੇ ਜਾ ਸਕਦੇ ਨੇ, ਨਾ ਹੋ ਸਕਦੇ ਨੇ। ਇਹ ਸਿੱਖੀ ਦੇ, ਮੈਂ ਕਹਿ ਲਵਾਂ ਖਾਲਸੇ ਦੇ ਕਹਿ ਲਵਾਂ, ਇਹ ਸਹਿਭੰਗ ਗੁਣ ਨੇ ਤਿੰਨੋਂ। ਔਰ ਇਹਨੂੰ ਤਿੰਨੋਂ ਸੰਕਲਪਾਂ ਦਾ ਜਿਹੜਾ ਦੁਰਾ ਹੈ ਉਹ ਸਾਡੀ ਗੁਰਦੁਆਰਾ ਸੰਸਥਾ ਹੈ, ਸਾਡੀ ਗੁਰਦੁਆਰਾ ਇੰਸਟੀਟਿਊਸ਼ਨ ਹੈ। ਤੇ ਅਸੀਂ ਦਸਵੰਤ ਨੂੰ ਇੰਡੀਵਿਜੂਅਲ ਲੋੜਵੰਦਾਂ ਨੂੰ ਵੀ ਦੇ ਸਕਦੇ ਹਾਂ, ਜ਼ਰੂਰ ਉਹਨਾਂ ਦੀ ਮਦਦ ਕਰੀਏ, ਕਰ ਸਕਦੇ ਹਾਂ, ਕਿਉਂਕਿ ਪਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਜਿਹੜਾ ਮੈਂ ਕਹਿ ਲਵਾਂ ਜਿਹੜਾ ਫਰੇਜ਼ ਅਸੀਂ ਬੋਲਦੇ ਹਾਂ, ਇਹ ਗੁਰਦੁਆਰਾ ਕਮੇਟੀ ਦੀ ਜਾਂ ਗੁਰਦੁਆਰਾ ਸੰਸਥਾ ਦੀ ਗੋਲਕ ਤੋਂ ਭਾਵ ਹੈ ਇਹਦਾ। ਔਰ ਇਸ ਸੰਸਥਾ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਗੁਰਦੁਆਰਾ ਸਿੱਖੀ ਜੀਵਨ ਜਾਂਚ ਦਾ ਸੋਮਾ ਹੈ ਗੁਰਦੁਆਰਾ ਸੰਸਥਾ। ਔਰ ਇਹਨੂੰ ਥੋੜਾ ਜਿਹਾ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਤੇ ਦੂਜੇ ਧਰਮਾਂ ਦੇ ਧਾਰਮਿਕ ਸਥਾਨਾਂ ਵਾਂਗ ਇਹ ਕੇਵਲ ਪੂਜਾ ਪਾਠ ਦੇ ਸਥਾਨ ਨਹੀਂ ਨੇ, ਬਲਕਿ ਇਹ ਧਾਰਮਿਕ, ਸਮਾਜਿਕ ਔਰ ਵਿਦਿਅਕ ਅਤੇ ਸੱਭਿਆਚਾਰਕ ਕੇਂਦਰ ਵੀ ਨੇ। ਇਸ ਲਈ ਗੁਰਦੁਆਰਾ ਦੇ ਨਾਲ ਜੁੜੀ ਸੰਗਤ ਇੱਕ ਗਲੋਬਲ ਨੈਟਵਰਕ ਬਣ ਗਿਆ, ਇੱਕ ਗਲੋਬਲ ਨੈਟਵਰਕ ਖੜਾ ਹੋ ਗਿਆ ਇਸ ਸੰਸਥਾ ਦੇ ਨਾਲ। ਔਰ ਇਹ ਗਲੋਬਲ ਨੈਟਵਰਕ ਇੱਕ ਕਰਤਾਰੀ ਸ਼ਕਤੀ ਹੈ, ਜਿਸ ਨਾਲ ਅਸੀਂ ਦੁਨੀਆ ਦੇ ਵਿੱਚ ਇੱਕ ਬੜਾ ਰਿਸਪੈਕਟੇਬਲ ਸਥਾਨ ਪ੍ਰਾਪਤ ਕਰ ਸਕਦੇ ਹਾਂ। ਅਸੀਂ ਆਪਣੀ ਜਨਰੇਸ਼ਨ ਨੂੰ, ਆਪਣੀ ਪਨੀਰੀ ਨੂੰ, ਆਪਣੇ ਸੱਭਿਆਚਾਰ ਤੇ ਵਿਦਿਆ ਨਾਲ, ਆਪਣੇ ਇਸ਼ਟ, ਆਪਣੀ ਭਾਸ਼ਾ ਨਾਲ ਜੋੜਨ ਲਈ ਗੁਰਦੁਆਰਾ ਸੰਸਥਾ ਦਾ ਬੜਾ ਅਹਿਮ ਯੋਗਦਾਨ ਹੈ। ਔਰ ਸਾਡਾ ਸਿਧਾਂਤ ਗੁਰੂ ਗ੍ਰੰਥ ਤੇ ਗੁਰੂ ਪੰਥ, ਇਸ ਨੂੰ ਕਾਇਮ ਰੱਖਣ ਲਈ ਗੁਰਦੁਆਰਾ ਸੰਸਥਾ ਦਾ ਹੋਣਾ ਔਰ ਇਸ ਦਾ ਵਿਕਾਸ, ਇਸ ਸੰਸਥਾ ਦਾ ਵਿਕਾਸ ਬਹੁਤ ਜ਼ਰੂਰੀ ਹੈ। ਔਰ ਇਹ ਵਿਕਾਸ ਦਸਵੰਤ ਦੇ ਉੱਤੇ ਨਿਰਭਰ ਹੈ। ਜੇਕਰ ਅਸੀਂ ਸਿੱਖੀ ਦਾ ਭਵਿੱਖ, ਸਿੱਖੀ ਦਾ ਫਿਊਚਰ ਸੁਰੱਖਿਅਤ ਦੇਖਣਾ ਚਾਹੁੰਦੇ ਹਾਂ ਤਾਂ ਇਸ ਸੰਸਥਾ ਨੂੰ, ਇਸ ਸੰਸਥਾ ਦੇ ਮੈਨੇਜਮੈਂਟ ਨੂੰ ਆਦਰਸ਼ ਬਣਾਉਣਾ ਪਏਗਾ, ਆਈਡੀਅਲ ਬਣਾਉਣਾ ਪਏਗਾ। ਔਰ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ। ਤੇ ਗੁਰਦੁਆਰਾ ਸੰਸਥਾ ਚੱਲਣੀ ਹੈ ਦਸਵੰਤ ਨਾਲ। ਗੁਰਦੁਆਰਾ ਸੰਸਥਾ ਨੂੰ ਚਲਾਉਣ ਦਾ ਵੱਡਾ ਸਾਧਨ ਦਸਵੰਤ ਹੈ। ਇਹੀ ਸਾਡਾ, ਮੈਨੂੰ ਲੱਗਦਾ ਕਿ ਅੱਜ ਦਾ ਵਿਸ਼ਾ ਹੈ। ਅਸੀਂ ਇਸੇ ਤੋਂ ਹੀ ਚਿੰਤਨ ਕਰਨਾ ਹੈ। ਔਰ ਅਜੋਕੇ ਸਮੇਂ ਦਸਵੰਤ ਦੀ ਸਹੀ ਵਰਤੋਂ ਕਿਵੇਂ ਹੋਵੇ, ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਉਸ ਬਾਰੇ ਅਸੀਂ ਵਿਚਾਰ ਕਰਦੇ ਹਾਂ। ਕਹਿੰਦੇ ਨੇ ਕਿ ਇਤਿਹਾਸ ਕਿਸੇ ਵੀ ਸਮਾਜ ਨਾਲ, ਕੌਮ ਨਾਲ ਸੰਬੰਧਿਤ ਹੋਵੇ, ਉਸ ਤੋਂ ਸੇਧ ਲੈਣੀ ਚਾਹੀਦੀ ਹੈ।
ਔਰ ਮੈਂ ਛੋਟੀ ਜਿਹੀ ਉਦਾਹਰਨ ਦਿਆਂ ਕਿ ਲਗਭਗ 2700 ਸਾਲ ਦੀ ਜਦੋਜਹਿਦ ਤੋਂ ਬਾਅਦ ਯਹੂਦੀਆਂ ਨੂੰ ਆਪਣੀ ਛੋਟੀ ਜਿਹੀ ਅਲੱਗ ਪਹਿਚਾਣ ਦੀ ਜਗ੍ਹਾ ਮਿਲੀ, ਯਾਨੀ ਇਜ਼ਰਾਈਲ। ਤਾਂ ਦੁਨੀਆ ਭਰ ਦੇ ਯਹੂਦੀਆਂ ਨੇ ਅਰਬਾਂ ਰੁਪਏ ਇਕੱਠੇ ਕਰਕੇ ਉਹਨਾਂ ਦੇ ਜਿਹੜੇ ਰਿਲੀਜੀਅਸ ਹੈਡ ਨੇ ਉਹਨਾਂ ਨੂੰ ਦਿੱਤੇ ਕਿ ਐਸਾ ਧਾਰਮਿਕ ਸਥਾਨ ਬਣਾਇਆ ਜਾਵੇ ਜਿਸ ਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਾ ਹੋਵੇ। ਪਰ ਉਸ ਲੀਡਰਸ਼ਿਪ ਨੇ ਧਾਰਮਿਕ ਸਥਾਨ ਤੋਂ ਜ਼ਿਆਦਾ ਦੇਸ਼ ਵਿੱਚ ਟੈਕਨੋਲੋਜੀ ਤੇ ਉਸ ਦੇ ਮਿਆਰ ਦੀਆਂ ਸਿੱਖਿਆ ਸੰਸਥਾਵਾਂ ਦਾ ਜਾਲ ਵਿਛਾ ਦਿੱਤਾ। ਔਰ ਅਸੀਂ ਅੱਜ ਦੇਖਦੇ ਹਾਂ ਕਿ ਅੱਜ ਹਰ ਯਹੂਦੀ, ਔਰ ਨਾਲ ਦੇ ਨਾਲ ਇਹ ਸੰਸਥਾਵਾਂ ਤਾਂ ਵਿਛਾਈਆਂ, ਨਾਲ ਦੇ ਨਾਲ ਹਰ ਯਹੂਦੀ ਬੱਚੇ ਨੂੰ ਜਿਨ੍ਹਾਂ ਨੇ ਐਡਮਿਸ਼ਨ ਲੈਣਾ ਉਹਨਾਂ ਨੂੰ ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣਾ ਧਰਮ ਤੇ ਕੌਮ ਪ੍ਰਸਤੀ ਦਾ ਵਚਨਬੱਧਤਾ ਦਾ ਇੱਕ ਨਾਲ ਦੇ ਨਾਲ ਉਹਨਾਂ ਕੋਲੋਂ ਪ੍ਰੋਮਿਸ ਲਿਆ। ਔਰ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਨਾ ਕੋਈ ਉੱਥੇ ਅਨਇੰਪਲੋਇਡ ਹੈ ਅਤੇ ਨਾ ਕੋਈ ਅਨਐਜੂਕੇਟਿਡ ਹੈ। ਜ਼ਰੂਰਤ ਸਿਰਫ ਗਿਆਨ ਪ੍ਰਾਪਤ ਕਰਨ ਦੀ ਨਹੀਂ ਹੁੰਦੀ, ਬਲਕਿ ਅਗਿਆਨਤਾ ਨੂੰ ਦੂਰ ਕਰਨਾ ਵੀ ਹੁੰਦਾ ਹੈ। ਔਰ ਅਸੀਂ ਦਸਵੰਤ ਦੇ, ਮੈਂ ਆਪਣੇ ਸਿਸਟਮ ਦੀ ਗੱਲ ਕਰ ਰਿਹਾ, ਅਸੀਂ ਦਸਵੰਤ ਦੇ ਅਰਬਾਂ ਰੁਪਏ ਸਿਰਫ ਲੰਗਰਾਂ ਵਿੱਚ, ਗੁਰਪੁਰਬਾਂ ਵਿੱਚ, ਨਗਰ ਕੀਰਤਨਾਂ ਵਿੱਚ ਖਰਚ ਕਰ ਰਹੇ ਹਾਂ। ਔਰ ਅੱਜ ਜਦੋਂ ਮੈਨੂੰ ਇਹ ਟੌਪਿਕ ਦਿੱਤਾ ਗਿਆ ਤਾਂ ਮੈਂ ਉਹ ਇੱਕ ਗੁਰਬਾਣੀ ਦਾ ਫਰਮਾਨ ਹੈ, ਜਾਗਤ ਸੂਤਾ ਬਰਮ ਵਿਗੂਤਾ, ਕਿ ਅਸੀਂ ਜਾਗੇ ਹੋਏ ਸੋਏ ਹੋਏ ਹਾਂ ਬਰਮਾ ਦੇ ਵਿੱਚ। ਮੇਰੇ ਲਈ ਦੁਬਿਧਾ ਇਹੀ ਹੈ ਕਿ ਜੋ ਦਿਸਦਾ ਉਹਨੂੰ ਦਿਸ ਨੂੰ ਕਿਵੇਂ ਹਟਾਵਾਂ, ਜੋ ਸਮਝਿਆ ਨਹੀਂ, ਜੋ ਜਾਣਿਆ ਨਹੀਂ, ਜੋ ਪਹਿਚਾਣਿਆ ਨਹੀਂ, ਉਸ ਨੂੰ ਸੱਚ ਕਿਵੇਂ ਮੰਨੀਏ। ਉਹ ਹੈ ਨਾ ਗੁਰਬਾਣੀ ਦਾ ਫਰਮਾਨ, ਦਾਰ ਦੇਖ ਸਭ ਕੋ ਹਸੇ, ਐਸੀ ਦਸ਼ਾ ਹਮਾਰੀ। ਸੱਚ ਜਾਣਨਾ, ਵੀ ਆਰ ਬੀਇੰਗ ਵਾਚਡ ਐਂਡ ਵੀ ਆਰ ਬੀਇੰਗ ਅਬਜ਼ਰਵਡ। ਦੁਨੀਆ ਸਾਡੀ ਜਿਹੜੀ ਕੌਮੀ ਗਰੀਬੀ ਦੇ ਉੱਤੇ ਕਈ ਵਾਰ ਅਸੀਂ ਹਾਸੇ ਦਾ, ਮਜ਼ਾਕ ਦਾ ਵੀ ਜੋ ਹੈ ਬਣ ਜਾਂਦੇ ਹਾਂ ਹਿੱਸਾ, ਇਸ ਲਈ ਕਿ ਸਾਨੂੰ ਵਿਰਸੇ ਤੋਂ ਟੁੱਟੀ ਹੋਈ ਆਪਣੀ ਜਨਰੇਸ਼ਨ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਹੈ। ਔਰ ਇਹ ਜਿਹੜੀ ਸੰਸਥਾ ਦਾ ਨਿਰਮਾਣ ਵੀ ਸ਼ਾਇਦ ਇਸ ਚਿੰਤਾ ਤੋਂ ਹੋਇਆ। ਔਰ ਜੇ ਆਪਣੀ ਜਨਰੇਸ਼ਨ ਨੂੰ ਆਪਣੇ ਨਾਲ ਰੱਖਣਾ ਹੈ, ਆਪਣੇ ਨਾਲ ਜੋੜਨਾ ਹੈ, ਤਾਂ ਜਿਸ ਤਰ੍ਹਾਂ ਦੁਨੀਆ ਸੋਚਦੀ ਹੈ, ਕਹਿੰਦੇ ਨੇ ਕਿ ਸਾਨੂੰ ਵੀ ਉਵੇਂ ਸੋਚਣਾ ਚਾਹੀਦਾ, ਪਰ ਸਾਨੂੰ ਤਾਂ ਕੁਝ ਅਲੱਗ ਸੋਚਣਾ ਚਾਹੀਦਾ ਸੀ, ਜੋ ਅਸੀਂ ਸੋਚ ਨਹੀਂ ਪਾ ਰਹੇ। ਕਾਰਨ ਇਹ ਹੈ ਕਿ ਅਸੀਂ ਆਪਣੀ ਫਿਲਾਸਫੀ ਤੋਂ, ਆਪਣੀ ਸਿਧਾਂਤਾਂ ਤੋਂ ਦੂਰ ਹੋ ਗਏ। ਸਾਡੇ ਨਗਰ ਕੀਰਤਨ, ਸਾਡੇ ਲੰਗਰ ਫੂਡ ਫੈਸਟੀਵਲ ਬਣ ਚੁੱਕੇ ਨੇ। ਔਰ ਗੁਰੂ ਨਾਨਕ ਸਾਹਿਬ, ਜੇ ਪੜ੍ਹਿਆ ਹੋਵੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੇ ਤਾਂ ਮਲਕ ਭਾਗੋ ਵੱਲ ਗਏ ਨਹੀਂ, ਤੇ ਅੱਜ ਉਹਨੂੰ ਜੋ ਲੰਗਰਾਂ ਦਾ ਤੇ ਨਗਰ ਕੀਰਤਨਾਂ ਦਾ ਅਸੀਂ ਦੇਖਦੇ ਹਾਂ। ਸੱਚ ਜਾਣਨਾ, ਅਸੀਂ ਵਿਖਾਵਿਆਂ ਦੇ ਚੁੰਗਲ ਵਿੱਚ ਫਸ ਗਏ ਹਾਂ। ਉਹ ਸਾਨੂੰ ਦੁਨੀਆ ਵੇਖ ਰਹੀ ਹੈ ਕੌਮੀ ਤੌਰ ਤੇ, ਸ਼ਾਇਦ ਲੱਗਦਾ ਹੈ ਕਿ ਅਸੀਂ ਜਿਵੇਂ ਵਿਖਾਵਿਆਂ ਕਰਨ ਵਾਲੀ ਕੌਮ ਬਣ ਚੁੱਕੇ ਹਾਂ। ਔਰ ਧਿਆਨ ਰੱਖੀਏ ਕਿ ਜਿਸ ਦੌਰ 'ਚ ਅਸੀਂ ਜੀ ਰਹੇ ਹਾਂ, ਸਾਨੂੰ ਸੋਚ ਸਮਝ ਕੇ ਧਿਆਨਦਾਰੀ ਨਾਲ ਚੱਲਣਾ ਪਏਗਾ। ਉਹ ਗੁਰੂ ਨਾਨਕ ਸਾਹਿਬ ਨੇ ਕਿੰਨਾ ਖੂਬਸੂਰਤ ਫਰਮਾਨ ਵੀ ਹੈ, ਅਕਲੀ ਪੜ ਕਰ ਬੂਝੀਏ ਅਕਲੀ ਕੀਚੇ ਦਾਨ। ਮੈਂ ਸਿਰਫ ਇਸ ਲਈ ਇਹ ਗੱਲ ਕਰ ਰਿਹਾ ਕਿ ਜਦ ਤੱਕ ਅਸੀਂ ਆਪਣੇ ਸਿਧਾਂਤਾਂ ਤੋਂ, ਆਪਣੀ ਫਿਲਾਸਫੀ ਨਾਲ ਨਹੀਂ ਜੁੜਾਂਗੇ, ਗੁਰਦੁਆਰਾ ਸੰਸਥਾ ਨਾਲ ਨਹੀਂ ਜੁੜਾਂਗੇ, ਸ਼ਬਦ ਗੁਰੂ ਨਾਲ ਨਹੀਂ ਜੁੜਾਂਗੇ, ਤਦ ਤੱਕ ਮੈਨੂੰ ਲੱਗਦਾ ਕਿ ਇਹ ਜਿਹੜੀ ਦਸਵੰਤ ਦੀ ਰੀਜ਼ਨੇਬਲ ਯੂਜ਼ ਜਿਹੜਾ ਹੈ, ਸਹੀ ਤਰੀਕੇ ਨਾਲ ਹੋ ਸਕੇ, ਇਸ ਗੱਲ ਦਾ ਸਾਨੂੰ ਅਹਿਸਾਸ ਕਹਿ ਲਵਾਂ, ਸਮਝ ਕਹਿ ਲਵਾਂ, ਅੰਤਰਦ੍ਰਿਸ਼ਟੀ ਕਹਿ ਲਵਾਂ, ਸ਼ਾਇਦ ਨਹੀਂ ਆਏਗੀ। ਵੀ ਲਿਵ ਇਨ ਆਵਰ ਓਨ ਇਕੋ ਚੈਂਬਰ। ਅਸੀਂ ਆਪਣੇ ਵਿਚਾਰ, ਆਪਣੀ ਆਵਾਜ਼ ਆਪ ਹੀ ਸੁਣਦੇ ਹਾਂ। ਮੈਂ ਗੁਰਦੁਆਰਿਆਂ ਦੀ ਗੱਲ ਕਰ ਰਿਹਾ। ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਸੀਂ ਆਪ ਹੀ ਆਪਣੀ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਬੋਲ ਰਹੇ ਹਾਂ, ਆਪ ਹੀ ਸੁਣ ਰਹੇ ਹਾਂ। ਟ੍ਰੈਜਡੀ ਇਹੀ ਹੈ ਕਿ ਬੋਲਣ ਵਾਲੇ ਅਲਫਾਜ਼ਾਂ ਤੇ ਵਿਚਾਰਾਂ ਨੂੰ ਨਾ ਆਪ ਸਮਝ ਰਹੇ ਹਾਂ, ਨਾ ਅਮਲ ਲਿਆ ਰਹੇ ਹਾਂ, ਕੇਵਲ ਆਪਸ ਵਿੱਚ ਉਲਝ ਰਹੇ ਹਾਂ। ਔਰ ਧਿਆਨ ਰੱਖੀਏ, ਜਿਹੜੇ ਸਾਡੇ ਸਾਹਮਣੇ ਖੜੇ ਨੇ, ਉਹਨਾਂ ਦੀ ਸੋਚ ਜਿੱਥੇ ਮੁੱਕਦੀ ਹੈ, ਜਿੱਥੇ ਸਾਡੀ ਸੋਚ ਮੁੱਕਦੀ ਹੈ, ਉੱਥੇ ਉਹਨਾਂ ਦੀ ਸ਼ੁਰੂ ਹੁੰਦੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਤੇ ਪੰਥ ਦੇ ਸੰਕਲਪ ਨੂੰ ਇਹ ਸਾਨੂੰ ਜ਼ਰੂਰ ਆਪਣੇ ਨਾਲ ਰੱਖੀਏ। ਹੋ ਇਹ ਰਿਹਾ ਕਿ ਸਰ ਗੁਰੂਆਂ ਨੂੰ ਦੇ ਰੂਪ ਵਿੱਚ ਜਾਣਨ ਦੇ ਰੁਝਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਅਨੰਤ ਗਿਆਨ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਬਦ ਆਚਾਰ ਵਿੱਚ ਆਣਾ ਸੀ, ਸਾਡੇ ਬਿਹੇਵੀਅਰ ਵਿੱਚ ਆਣਾ ਸੀ, ਸਾਡੇ ਚਾਲ ਚੱਲਣ ਵਿੱਚ ਆਣਾ ਸੀ, ਪਰ ਅਸੀਂ ਪ੍ਰਚਾਰ ਤੇ ਪਸਾਰ ਵਿੱਚ
ਸ਼ਬਦ ਨੂੰ ਹੀ ਉਲਝਾ ਦਿੱਤਾ ਹੈ। ਪ੍ਰਚਾਰ ਤੇ ਪਸਾਰ ਤਾਂ ਸ਼ਬਦ ਦੇ ਆਚਾਰ ਦੇ ਪਿੱਛੇ ਪਿੱਛੇ ਚੱਲਣਾ ਸੀ, ਪਰਛਾਈ ਦੀ ਤਰ੍ਹਾਂ। ਔਰ ਪ੍ਰਚਾਰ ਕਰਨਾ ਆਸਾਨ ਬੜਾ ਹੈ, ਆਚਾਰ ਕੱਢਣਾ ਮੁਸ਼ਕਲ ਹੈ, ਕਠਨ ਹੈ, ਅਮਲ ਮੁਖ। ਸਿੱਖ ਨੇ ਤਾਂ ਸ਼ਬਦ ਬੰਨਣਾ ਸੀ, ਉਸ ਲਈ ਤਾਂ ਸ਼ਬਦ ਨੂੰ ਸਮਝਣਾ ਸੀ, ਤੇ ਅਸੀਂ ਨਾ ਸ਼ਬਦ ਸਮਝ ਰਹੇ ਹਾਂ, ਨਾ ਅਸੀਂ ਬਣ ਪਾ ਰਹੇ ਹਾਂ। ਹੈ ਨਾ ਉਹ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਕਿ ਇੱਕ ਚੰਗਾ ਇਨਸਾਨ ਕਿਵੇਂ ਬਣਨਾ ਹੈ। ਹੁਣ ਦਸਵੰਧ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਏ, ਤਾਂ ਮੈਨੂੰ ਇਹਦਾ ਸਮਾਧਾਨ ਨੂੰ ਸਮਝਣ ਲਈ 500 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਸਾਹਿਬ ਦੀ ਸੇਧ ਨੂੰ ਧਿਆਨ ਵਿੱਚ ਰੱਖੀਏ, ਜਿਹੜੀ ਮੈਂ ਕਹੀ ਹੈ ਨਾ, ਅਕਲੀ ਪੜ ਕੇ ਬੂਝੀਏ ਅਕਲੀ ਕੀਚੇ ਦਾਨ। ਸੱਚ ਮੰਨਣਾ ਕਿ ਭਾਈ ਕਾਹਨ ਸਿੰਘ ਨਾਭਾ ਨੇ ਤਾਂ ਦਸਵੰਤ ਦੇ ਸਹੀ ਯੂਜ਼ ਨੂੰ ਭਾਈ ਕਾਹਨ ਸਿੰਘ ਨਾਭਾ ਹੀ ਦੱਸ ਗਏ ਨੇ। ਜਦੋਂ ਮਹਾਨ ਕੋਸ਼ ਵਿੱਚ ਗੁਰਦੁਆਰੇ ਦੀ ਪਰਿਭਾਸ਼ਾ ਹੈ, ਉਹ ਸਾਨੂੰ ਉੱਥੋਂ ਹੀ ਮਿਲ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਭਾਈ ਕਾਹਨ ਸਿੰਘ ਨਾਭਾ ਦੀ ਗੁਰਦੁਆਰੇ ਦੀ ਪਰਿਭਾਸ਼ਾ ਦੱਸਾਂ, ਇੱਕ ਗੱਲ ਮੈਂ ਜਿਹੜੀ ਜ਼ਿੰਦਗੀ ਭਰ ਗੁਰਮਤਿ ਕਾਲਜ ਵਿੱਚ ਵੀ ਤੇ ਮੈਂ ਕਦੀ ਵੀ ਕਿੱਥੇ ਵੀ ਗੱਲ ਕਰਦਾ, ਮੈਂ ਅਕਸਰ ਕਹਿਣਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹੀਏ, ਕੋਈ ਫਿਲਾਸਫੀ ਪੜ੍ਹੀਏ, ਤਾਂ 3 ਗੱਲਾਂ ਦਾ ਹਮੇਸ਼ਾ ਸਾਨੂੰ ਉਸ ਗੱਲਾਂ ਨੂੰ ਧਿਆਨ ਰੱਖਣਾ ਹੈ। ਉਹ ਹੈ ਰੀਡ ਦਾ ਲਾਈਨ, ਸੈਕੰਡ ਰੀਡ ਬਿਟਵੀਨ ਦਾ ਲਾਈਨ, ਐਂਡ ਥਰਡ ਇਜ਼ ਰੀਡ ਬਿਹਾਈਂਡ ਦਾ ਲਾਈਨ। ਹੁਣ ਰਿਸਪੌਂਸਿਬਲ ਯੂਜ਼ ਨੂੰ ਬਿਹਾਈਂਡ ਦੀ ਲਾਈਨ ਦੇ ਨਾਲ ਸਮਝਣਾ ਪਏਗਾ। ਭਾਈ ਕਾਹਨ ਸਿੰਘ ਨਾਭਾ ਦੀ ਜਿਹੜੀ ਡੈਫੀਨੇਸ਼ਨ ਹੈ ਗੁਰਦੁਆਰੇ ਦੀ, ਉਸ ਨੂੰ ਬਿਹਾਈਂਡ ਦੀ ਲਾਈਨ ਨਾਲ ਸਮਝੀਏ। ਹੁਣ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਿਹੜੀ ਗੁਰਦੁਆਰੇ ਦੀ ਡੈਫੀਨੇਸ਼ਨ ਦਿੱਤੀ ਹੈ ਮਹਾਨ ਕੋਸ਼ ਵਿੱਚ, ਉਹ ਕਹਿੰਦੇ ਨੇ ਕਿ ਗੁਰਦੁਆਰਾ ਸਾਡਾ ਆਤਮਿਕ ਸੋਮਾ ਤਾਂ ਹੈ ਹੀ, ਉੱਥੇ ਆਤਮਿਕ ਸੋਮਾ ਦਾ ਪ੍ਰਸਾਰ ਤਾਂ ਹੋ ਰਿਹਾ ਸ਼ਬਦ ਗੁਰੂ ਦੇ ਰੂਪ ਵਿੱਚ। ਇਸ ਤੋਂ ਇਲਾਵਾ ਗੁਰਦੁਆਰਾ ਭੁੱਖੇ ਲਈ ਅੰਨਾਪੂਰਨ ਹੈ, ਰੋਗੀ ਲਈ ਦਵਾਖਾਨਾ ਹੈ। ਇਹ ਗੁਰਦੁਆਰੇ ਦੀ ਡੈਫੀਨੇਸ਼ਨ ਦੱਸ ਰਹੇ ਨੇ। ਭੁੱਖੇ ਲਈ ਅੰਨਾਪੂਰਨ ਹੈ, ਰੋਗੀ ਲਈ ਦਵਾਖਾਨਾ ਹੈ, ਯਾਤਰੀ ਲਈ ਰੈਣ ਬਸੇਰਾ ਹੈ, ਅਨਪੜ੍ਹ ਲਈ ਪਾਠਸ਼ਾਲਾ ਹੈ। ਯਾਨੀ ਗੁਰਦੁਆਰੇ ਵਿੱਚ ਆਤਮਿਕ ਗਿਆਨ ਦੇ ਨਾਲ ਨਾਲ, ਆਤਮਿਕ ਗਿਆਨ ਤੋਂ ਇਲਾਵਾ ਲੰਗਰ ਦਾ ਪ੍ਰਬੰਧ, ਦਵਾਈਆਂ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ ਤੇ ਸਕੂਲ ਦਾ ਪ੍ਰਬੰਧ, ਪਾਠਸ਼ਾਲਾ ਦਾ ਪ੍ਰਬੰਧ। ਹੁਣ ਇਸ ਨੂੰ ਅਸੀਂ ਬਿਹਾਈਂਡ ਦੀ ਲਾਈਨ ਸਮਝਣਾ ਹੈ ਕਿ ਅੱਜ ਜਿਹੜੇ ਸੈਂਚੁਰੀ ਵਿੱਚ, ਜਿਹੜੀ ਸ਼ਤਾਬਦੀ ਵਿੱਚ ਅਸੀਂ ਜੀ ਰਹੇ ਹਾਂ, ਉਹ ਅਸੀਂ ਦਰਅਸਲ ਦਸਵੰਤ ਸੇਵਾ ਦੇ ਨਾਲ ਜੁੜਿਆ ਹੈ। ਔਰ ਸੇਵਾ ਜਿਹੜੀ ਹੈ, ਜਿਸ ਸੇਵਾ ਦੇ ਕਨਸੈਪਟ ਦੇ ਨਾਲ ਕ੍ਰਿਸਚੀਅਨਿਟੀ ਪੂਰੇ ਵਰਲਡ ਦੇ ਵਿੱਚ ਆ ਗਈ, ਉਸ ਸੇਵਾ ਨੂੰ ਅਸੀਂ ਗੁਰਦੁਆਰੇ ਦੀ 4 ਦੀਵਾਰੀ ਤੱਕ ਸੀਮਤ ਕੀਤਾ ਹੋਇਆ। ਔਰ ਧਿਆਨ ਰੱਖੀਏ, ਜਿਹੜੀ ਸੇਵਾ, ਚਾਹੇ ਉਹ ਜੋੜਿਆਂ ਦੀ ਸੇਵਾ ਹੈ, ਚਾਹੇ ਉਹ ਲੰਗਰ ਦੀ ਸੇਵਾ ਹੈ, ਚਾਹੇ ਉਹ ਬਰਤਨਾਂ ਦੀ ਸੇਵਾ ਹੈ, ਉਹ ਸੇਵਾ ਗੁਰਦੁਆਰੇ ਦੇ ਪ੍ਰਬੰਧ ਦਾ ਹਿੱਸਾ ਬਣ ਚੁੱਕੀ ਆ। ਅੱਜ ਸਾਨੂੰ ਕੁਝ ਨਵਾਂ ਸੋਚਣਾ ਪਏਗਾ। ਸਾਨੂੰ ਇਹ ਦਸਵੰਧ ਦੇ ਜਿਹੜਾ ਸਿਧਾਂਤ ਹੈ ਜਾਂ ਸੇਵਾ ਦਾ ਸਿਧਾਂਤ ਹੈ, ਇਸ ਨੂੰ ਪੂਰੇ ਵਿਸ਼ਵ ਦੇ ਵਿੱਚ ਲਿਜਾਣਾ ਹੈ। ਉਸ ਲਈ ਸਾਨੂੰ ਬਿਹਾਈਂਡ ਦੀ ਲਾਈਨ, ਇਹ ਜਿਹੜੀ ਭਾਈ ਕਾਹਨ ਸਿੰਘ ਨਾਭਾ ਦੀ ਡੈਫੀਨੇਸ਼ਨ ਹੈ, ਉਸ ਲਈ ਸਾਨੂੰ ਇਹ ਡੈਫੀਨੇਸ਼ਨ ਨੂੰ ਸਮਝਣਾ ਪਏਗਾ। ਹੁਣ ਰਿਸਪੌਂਸਿਬਲ ਯੂਜ਼ ਆਫ ਦਸਵੰਤ ਉੱਥੇ ਖਰਚ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਆਦਰਸ਼ਾਂ ਨੂੰ ਹਾਸਲ ਕਰਨ ਦੀ ਜਿਸ ਨਾਲ ਭਾਵਨਾ ਪੈਦਾ ਹੋਵੇ। ਗੁਰ ਕੀ ਸੇਵਾ ਸ਼ਬਦ ਵਿਚਾਰ। ਅੱਜ ਜ਼ਰੂਰਤ ਇਸ ਰਿਸਪੌਂਸਿਬਲ ਜਾਂ ਰੀਜ਼ਨੇਬਲ ਜਾਂ ਰਿਸਪੌਂਸਿਬਲ ਯੂਜ਼ ਜਿਹੜਾ ਹੈ, ਇਹ ਉੱਥੇ ਹੋਵੇ ਜਿਸ ਨਾਲ ਪੂਰੀ ਕੌਮ ਦੇ ਵਿੱਚ ਇਲਮ ਤੇ ਕੌਮ ਦੀ ਸੁਰਤ ਉੱਚੀ ਹੋਵੇ, ਐਸੀਆਂ ਇੰਸਟੀਟਿਊਸ਼ਨਾਂ ਹੋਣ। ਅੱਜ ਜ਼ਰੂਰਤ ਉਸ ਦਸਵੰਧ ਦੇ ਪੈਸੇ ਦੇ ਨਾਲ ਉਸ ਇੰਸਟੀਟਿਊਸ਼ਨ ਦੀ ਹੈ ਜਿਸ ਨਾਲ ਆਪਣੀ ਨਵੀਂ ਪਨੀਰੀ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਈ ਜਾ ਸਕੇ, ਜਿਸ ਨਾਲ ਵਾਤਾਵਰਣ ਦੀ ਸੰਭਾਲ ਹੋਵੇ, ਜਿਸ ਨਾਲ ਕੌਮ ਦੇ ਬੱਚਿਆਂ ਤੇ ਨੌਜਵਾਨਾਂ ਵਿੱਚ ਆਪਣੇ ਸੱਭਿਆਚਾਰੀ, ਆਪਣੀ ਬੋਲੀ ਤੇ ਚੰਗੇ ਕਿਰਦਾਰਾਂ ਦਾ ਮੁਜ਼ਾਹਰਾ ਕਰ ਸਕਣ। ਦੇਖੋ, ਅੱਜ ਇੱਕ ਬੜੀ ਵੱਡੀ ਪ੍ਰੋਬਲਮ ਜਿਹੜੀ ਕੌਮ ਫੇਸ ਕਰ ਰਹੀ ਹੈ, ਔਰ ਇਹ ਚਿੰਤਾ ਦਾ ਵਿਸ਼ਾ ਵੀ ਹੈ, ਚਿੰਤਨ ਦਾ ਵੀ ਹੈ, ਕਿ ਸਾਡੇ ਨੌਜਵਾਨ, ਸਾਡੇ ਬੱਚੇ ਆਪਣੀ ਭਾਸ਼ਾ ਤੋਂ, ਆਪਣੀ ਦਿੱਖ ਤੋਂ, ਆਪਣੇ ਸੱਭਿਆਚਾਰ ਤੋਂ,
ਆਪਣੇ ਇਸ਼ਟ ਤੋਂ ਦੂਰ ਹੋ ਰਹੇ ਨੇ ਔਰ ਇਹ ਐਸੀ ਸਮੱਸਿਆ ਹੈ ਜਿਸ ਦਾ ਸਿੱਧਾ ਸੰਬੰਧ ਸਾਡੀ ਹਸਤੀ ਤੇ ਸਾਡੀ ਹੋਂਦ ਨਾਲ ਹੈ। ਇਸ ਲਈ ਸਾਡੇ ਇਹ ਜਿਹੜਾ ਦਸਵੰਤ ਜਿਹੜੀ ਗੁਰੂ ਦੀ ਗੋਲਕ ਹੈ, ਇਹ ਗਰੀਬ ਦਾ ਮੂੰਹ ਕਿਹਾ ਗਿਆ, ਇਹਨੂੰ ਵੀ ਬਿਹਾਈਂਡ ਦੀ ਲਾਈਨ ਸਮਝੀਏ। ਇਹ ਅਧਿਆਤਮਕ ਦੀ ਦੁਨੀਆ ਦੇ ਵਿੱਚ ਗਰੀਬ ਉਹ ਹੈ, ਉਹ ਕਹਿੰਦੇ ਨੇ ਕਿ ਅੱਜ ਜਿਹਦੇ ਵਿੱਚ ਸਮਝ ਨਹੀਂ ਹੈ, ਜਿਹਦੇ ਵਿੱਚ ਵਿਜ਼ਡਮ ਨਹੀਂ ਹੈ। ਇਸ ਲਈ ਅੱਜ ਜ਼ਰੂਰਤ ਇਸ ਦਸਵੰਤ ਦੀ ਉਸ ਤੇ ਖਰਚ ਹੋਵੇ ਜਿਸ ਦੇ ਵਿੱਚ ਬੱਚੇ ਆਪਣੇ ਚੰਗੇ ਕਿਰਦਾਰ ਦਾ ਮੁਜ਼ਾਹਰਾ ਕਰ ਸਕਣ। ਐਸੀਆਂ ਇੰਸਟੀਟਿਊਸ਼ਨਾਂ ਹੋਣ ਜਿਸ ਨਾਲ ਅੱਜ ਦੇ ਬੱਚੇ ਆਪਣੇ ਵੱਡੇ ਵਡੇਰਿਆਂ ਦਾ, ਆਪਣੇ ਮਾਤੇ ਪਤਿਆਂ ਦਾ ਸਤਿਕਾਰ ਕਰਨ, ਉਹਨਾਂ ਦੀ ਦੇਖਭਾਲ ਕਰਨ। ਅੱਜ ਮੈਨੂੰ ਲੱਗਦਾ ਹੈ ਅਸੀਂ ਤਾਂ ਦਸਵੰਤ ਦੇ ਵਿਸ਼ੇ ਦੇ ਉੱਤੇ ਇਹ ਵੀ ਕਿਹਾ ਕਿ ਅੱਜ ਬਜ਼ੁਰਗਾਂ ਦੇ, ਵੱਡੇ ਵਡੇਰਿਆਂ ਦਾ ਸਤਿਕਾਰ ਨਹੀਂ ਹੋ ਰਿਹਾ। ਬੱਚੇ ਦੇ ਡੋਂਟ ਕੇਅਰ, ਦੇ ਡੋਂਟ ਓਬੇ देयर ਪੇਰੈਂਟਸ। ਤੇ ਅਸੀਂ ਕਿਹਾ ਕਿ ਬੜੇ ਬਜ਼ੁਰਗ ਜਿਹਨਾਂ ਨੂੰ ਮੈਂ ਪਰਸਨਲ ਅਨੁਭਵ ਨਾਲ ਕਹਿਣਾ, ਉਹ ਇਸੇ ਗੱਲ ਤੇ ਹੀ ਤਰਸ ਰਹੇ ਨੇ ਕਿ ਸਾਡੇ ਬੱਚੇ ਸਾਡੇ ਕੋਲ ਆ ਕੇ 5-10 ਮਿੰਟ ਬੈਠਣ। ਦੇ ਡੋਂਟ ਹੈਵ ਟਾਈਮ। ਅਸੀਂ ਕਿਹਾ ਬਜ਼ੁਰਗਾਂ ਨੂੰ ਆਪਣੇ ਟਾਈਮ ਦਾ ਵੀ ਦਸਵੰਤ ਦਿਓ। ਅੱਜ ਸਾਨੂੰ ਅਕਲ ਦਾ, ਸਮਝ ਦਾ, ਰਸੂਖ ਦਾ, ਸਹਿਜ ਦਾ, ਆਪਸੀ ਪ੍ਰੇਮ ਪਿਆਰ ਦਾ ਦਸਵੰਤ ਵੀ ਦੇਣਾ ਪਏਗਾ। ਤੋ ਕੌਮ ਨੂੰ ਸੂਝ ਦੇਣ ਦੀ, ਏਕਤਾ ਦੇਣ ਦੀ ਜ਼ਰੂਰਤ ਹੈ। ਸ਼ਰਧਾ ਤੇ ਜਜ਼ਬਾਤਾਂ ਦੀਆਂ ਜਿਹੜੀਆਂ ਅੱਖਾਂ ਉਹ ਬੰਦ ਕਰਕੇ ਅਕਲ ਤੇ ਸਿਆਣਪ ਦੀਆਂ ਅੱਖਾਂ ਦੀ ਵਰਤੋਂ ਕਰਨ ਦੀ ਬਹੁਤ ਜ਼ਰੂਰਤ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਜ਼ਮਾਨੇ ਨਾਲ ਚੱਲਣ ਲਈ ਟੈਕਨੀਕ, ਆਈਡੀਓਲੋਜੀ ਤੇ ਟੈਕਨੋਲੋਜੀ, ਇਹ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਦਸਵੰਤ ਦਾ ਰੀਜ਼ਨੇਬਲ ਜਾਂ ਰਿਸਪੌਂਸਿਬਲ ਯੂਜ਼ ਜਿਹੜਾ ਹੈ, ਮੈਨੂੰ ਲੱਗਦਾ ਸਾਨੂੰ ਐਸੀਆਂ ਸੰਸਥਾਵਾਂ ਕ੍ਰੀਏਟ ਕਰਨੀਆਂ ਪੈਣਗੀਆਂ। ਦੇਖੋ ਅੱਜ ਦੀ ਦੁਨੀਆ ਗਿਆਨ ਤੇ ਸੰਚਾਰ ਦੀ ਕ੍ਰਾਂਤੀ ਵਿੱਚੋਂ ਲੰਘ ਰਹੀ ਹੈ। ਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਨਾਲ ਜੋ ਨਵਾਂ ਸਮਾਜ ਉੱਭਰ ਰਿਹਾ ਹੈ, ਉਸ ਨੂੰ ਇਨਫੋਰਮੇਸ਼ਨ ਸੁਸਾਇਟੀ ਜਾਂ ਕਹਿ ਲਵਾਂ ਗਲੋਬਲ ਇਨਫੋਰਮੇਸ਼ਨ ਸੁਸਾਇਟੀ ਕਿਹਾ ਜਾ ਰਿਹਾ ਹੈ। ਔਰ ਐਸੇ ਸਮਾਜ ਦੀ ਸਿਰਜਣਾ ਹੋਣ ਜਾ ਰਹੀ ਹੈ ਜਿਸ ਦਾ ਕਦਰਾਂ ਕੀਮਤਾਂ ਨਾਲ ਜਾਂ ਵੈਲਿਊਜ਼ ਨਾਲ, ਮੋਰੈਲਿਟੀ ਆਦਿ ਨਾਲ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਹੈ। ਐਸਾ ਸਮਾਜ ਬਣ ਗਿਆ ਹੈ ਔਰ ਬਣ ਰਿਹਾ ਹੈ। ਦੁਨੀਆ ਦੀ ਆਬਾਦੀ 800 850 ਕਰੋੜ ਹੈ। ਹਰ ਇੱਕ ਦੇ ਏਜੰਡੇ ਅਲੱਗ-ਅਲੱਗ ਹੋ ਸਕਦੇ ਨੇ, ਪਰ ਦੁਨੀਆ ਦੇ ਕਿਸੇ ਮੈਨੀਫੈਸਟੋ ਵਿੱਚ, ਕਿਸੇ ਕਿਤਾਬ ਵਿੱਚ ਇਹਨਾਂ ਏਜੰਡਿਆਂ ਦਾ ਜਵਾਬ ਨਹੀਂ ਹੈ ਤੇ ਨਾ ਹੀ ਕੋਈ ਵਰਡ ਹੈਗੇ, ਸ਼ਬਦ ਨੇ। ਤਾਂ ਇਸ ਜਗਤ ਵਿੱਚ ਅੱਜ ਦੇਖੋ ਆਪਾਂ ਜਿਹੜੀ ਬਹੁਤ ਵੱਡੀ ਇੱਕ ਸਮੱਸਿਆ ਇਰਰੈਲੀਵੈਂਟ ਤੇ ਅਨਐਥੀਕਲ ਜਿਹੜੀਆਂ ਇਨਫੋਰਮੇਸ਼ਨ ਦੀ ਸੁਨਾਮੀ ਆਈ ਹੋਈ ਹੈ। ਤਾਂ ਅੱਜ ਆਤਮਕ ਤੌਰ ਤੇ ਸਾਨੂੰ ਚਾਹੀਦਾ ਹੈ ਕਿ ਐਸੀਆਂ ਇੰਸਟੀਟਿਊਸ਼ਨਾਂ ਹੋਣ ਜਿਸ ਨਾਲ ਸਾਡੀ ਪਨੀਰੀ ਅਸੀਂ ਆਤਮਕ ਤੌਰ ਤੇ ਕਾਮਯਾਬ ਹੋਈਏ। ਔਰ ਆਤਮਕ ਤੌਰ ਤੇ ਕਾਮਯਾਬ ਉਹ ਵਿਅਕਤੀ ਹੋ ਸਕਦਾ ਹੈ ਜਿਹੜਾ ਸੋਸ਼ਲ ਮੀਡੀਆ ਦੇ ਪੋਜ਼ਿਟਿਵ ਤੇ ਨੈਗੇਟਿਵ ਇਨਫੋਰਮੇਸ਼ਨ ਦੀ ਸਹੀ ਤੇ ਸਮਝ ਰੱਖੇਗਾ। ਅੱਜ ਸਹੀ ਜਿਹੜੀ ਹੈ, ਸਹੀ ਤੇ ਸਪਸ਼ਟ ਸਮਝ ਹੀ ਅੱਜ ਸਤਾ ਹੈ। ਜੇ ਆਪਣੀ ਕੌਮ ਨੂੰ ਸਰਵਾਈਵ ਕਰਨਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਇੰਟੈਲੈਕਟ ਹੈ ਨਾ, ਉਸ ਇੰਟੈਲੈਕਟ ਨੂੰ ਜੋ ਹੈ ਇੱਕ ਤਰੀਕੇ ਦਾ ਉਹਦੀ ਫੈਕਟਰੀ ਖੋਲਣੀ ਪਏਗੀ। ਤੇ ਇਸ ਸੰਬੰਧ ਵਿੱਚ ਜਾਂ ਇਸ ਸੰਦਰਭ ਦੇ ਵਿੱਚ ਸ਼ਬਦ ਗੁਰੂ ਭਾਵ ਨਾਮ ਜਪਣ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਅੰਤਰ ਦ੍ਰਿਸ਼ਟੀ ਹੈ, ਇਸ ਨਵੇਂ ਯੁੱਗ ਨੂੰ ਸਮਝਣ ਤੇ ਕੰਸਟਰਕਟ ਕਰਨ ਲਈ ਬੜਾ ਸਹਾਈ ਹੋ ਸਕਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਜਿਹੜੀ ਮੈਂ 3 ਗੱਲਾਂ ਕਹੀਆਂ ਨੇ, ਰੀਡ ਦਾ ਲਾਈਨ, ਰੀਡ ਬਿਟਵੀਨ ਦਾ ਲਾਈਨ, ਰੀਡ ਬਿਹਾਈਂਡ ਦਾ ਲਾਈਨ, ਜਾਂ ਕਹਿ ਲਵਾਂ ਕਿ ਦੇਖੋ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਨੂੰ ਆਪਣਾ ਗੁਰੂ ਕਿਹਾ ਸੀ। ਔਰ ਇਸ ਸ਼ਬਦ ਗੁਰੂ ਇੱਕ ਐਸੀ ਕੁੰਜੀ ਹੈ, ਇੱਕ ਐਸਾ ਮਾਡਲ ਹੈ ਜੋ ਆਪਣੇ ਆਸ-ਪਾਸ ਆਪਣੇ ਚੁਗਿਰਦੇ ਦੀ ਹਰ ਤਬਦੀਲੀ ਪ੍ਰਤੀ ਜਾਗਰੂਕ ਹੈ, ਸੰਵੇਦਨਸ਼ੀਲ ਹੈ। ਸ਼ਬਦ ਗੁਰੂ ਤੋਂ ਪ੍ਰਾਪਤ ਹੋਣ ਵਾਲੀ ਅੰਤਰ ਦ੍ਰਿਸ਼ਟੀ ਜਾਂ ਮੈਂ ਕਹਿ ਲਵਾਂ ਰੂਹਾਨੀ ਚੇਤਨਾ ਨਾਮ ਜਪਣ ਦੀ ਪ੍ਰੈਕਟਿਸ ਰਾਹੀਂ ਹੀ ਮਿਲ ਸਕਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ, ਮੈਂ ਕਹਿ ਲਵਾਂ ਗੁਰੂ ਗ੍ਰੰਥ ਸਾਹਿਬ ਦਾ ਮਨੋਵਿਗਿਆਨਕ ਨਿਯਮ ਹੈ। ਇੱਕ ਮੈਨੂੰ ਤੁਹਾਡੇ ਨਾਲ ਗੱਲ ਕਰਦੇ ਕਰਦੇ ਹੀ ਇੱਕ ਗੱਲ ਧਿਆਨ ਆਈ ਹੈ ਕਿ ਇੱਕ ਬਾਈਬਲ ਦੀ ਕੋਟ ਹੈ, the first book, the first chapter, the first verse ਬਾਈਬਲ ਦਾ। ਉਹ ਕਹਿੰਦੇ God said let there be light and there was light। ਹੁਣ ਇਹ ਲਾਈਟ ਗਿਆਨ ਦਾ ਪ੍ਰਤੀਕ ਹੈ, ਵਿਜ਼ਡਮ ਦਾ ਪ੍ਰਤੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਲਾਈਟ ਹਾਊਸ ਆਫ ਹਿਊਮੈਨਿਟੀ ਕਹਿੰਦੇ ਹਾਂ, ਸ਼ਬਦ ਗੁਰੂ ਕਹਿੰਦੇ ਹਾਂ।
ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਗੁਰੂ ਕਿਹਾ, ਔਰ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਗੱਲ ਕੀਤੀ, ਤੇ 10ਵੇਂ ਪਾਤਸ਼ਾਹ ਨੇ ਸ਼ਬਦ ਨੂੰ ਗੁਰਤਾ ਦੇ ਦਿੱਤੀ। ਸ਼ਬਦ ਗਿਆਨ ਹੈ, ਸ਼ਬਦ ਵਿਜ਼ਡਮ ਹੈ। ਔਰ ਧਿਆਨ ਰੱਖੀਏ, ਗੁਰੂ ਨਾਨਕ ਦਾ ਸਕੂਲ, ਗੁਰਦੁਆਰਾ ਸੰਸਥਾ, ਇੱਥੇ ਜਦੋਂ ਅਸੀਂ ਜਾਂਦੇ ਹਾਂ, ਸਰੀਰਕ ਤੌਰ ਤੇ ਜਾਂਦੇ ਹਾਂ, ਜੇ ਗੁਰਦੁਆਰੇ ਜਾ ਕੇ ਸੁਰਤ ਸ਼ਬਦ ਦੇ ਵਿੱਚ ਨਹੀਂ ਜੋੜੀ ਤਾਂ ਫਿਰ ਗੁਰੂ ਨਾਨਕ ਦੇ ਸਕੂਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਲੱਗਣੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਚੇਲਾ ਸੁਰਤ ਨੂੰ ਕਿਹਾ, ਇਸ ਬਾਡੀ ਨੂੰ ਨਹੀਂ ਕਿਹਾ। ਤਾਂ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਨਾ, ਬਿਨ ਬੂਝੇ ਸਭ ਹੋਏ ਖੁਆਰ। ਸਾਨੂੰ ਜ਼ਰੂਰਤ ਹੈ ਜੈਸੇ ਸਕੂਲ ਆਫ ਥਾਟ ਦੀ, ਜਿਸ ਨਾਲ ਯੰਗਸਟਰਸ ਦਾ ਮਾਈਂਡ ਬਦਲਿਆ ਜਾ ਸਕੇ। ਉਹ ਸਕੂਲ ਆਫ ਥਾਟ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹ ਸ਼ਬਦ ਗੁਰੂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਰਿਫਲੈਕਟਿੰਗ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਿਫਲੈਕਟਿਵ ਲਰਨਿੰਗ ਹੈ, ਉਸ ਲਰਨਿੰਗ ਨਾਲ ਟਰਾਂਸਫੋਰਮੇਸ਼ਨ ਦੀ ਗੱਲ ਹੋਣੀ ਹੈ। ਹੈ ਨਾ ਕਿੱਡਾ ਖੂਬਸੂਰਤ ਫਰਮਾਨ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। तो सिक्खी सोच ਨੂੰ ਬਦਲਣਾ ਪਵੇਗਾ। ਸਿੱਖ ਕੋਲੋਂ ਗੁਰਦੁਆਰੇ ਇਮਾਰਤਾਂ ਤੇ ਲੰਗਰਾਂ ਲਈ, ਸੋਨੇ ਦੀਆਂ ਪਾਲਕੀਆਂ ਲਈ, ਰੁਮਾਲਿਆਂ ਲਈ ਜਿੰਨਾ ਮਰਜ਼ੀ ਪੈਸਾ ਲੈ ਲਓ। ਸੱਚੀ ਗੱਲ ਹੈ, ਸਿੱਖ ਇੰਸਟੀਟਿਊਸ਼ਨਸ ਲਈ, ਸਕੂਲਾਂ ਲਈ, ਟੈਕਨੀਕਲ ਇੰਸਟੀਟਿਊਸ਼ਨਾਂ ਲਈ, ਮੇਰਾ ਪਰਸਨਲ ਅਨੁਭਵ ਹੈ, ਉਸ ਲਈ ਪੈਸਾ ਨਹੀਂ ਦਿੰਦੇ। ਤੋ ਐਜੂਕੇਸ਼ਨ ਇੰਸਟੀਟਿਊਸ਼ਨ ਲਈ ਸਾਨੂੰ ਉਧਰ ਸਾਨੂੰ ਧਿਆਨ ਦੇਣਾ ਪਏਗਾ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜੇ ਮੈਨੇਜਮੈਂਟ ਹੈ, ਸੱਚ ਗੱਲ ਤਾਂ ਹੈ ਕਿ ਜਿਹੜੀ ਗੁਰੂ ਕੀ ਗੋਲਕ ਹੈ, ਜਿਹੜਾ ਦਸਵੰਤ ਉੱਥੇ ਗੋਲਕ ਵਿੱਚ ਜਾਂਦਾ ਹੈ, ਉਹਦਾ ਸਹੀ ਯੂਜ਼ ਤਾਂ ਹੀ ਹੋ ਸਕਦਾ ਹੈ ਜੇ ਉੱਥੋਂ ਦੇ ਮੈਨੇਜਮੈਂਟ ਦੇ ਜਿਹੜੇ ਮੈਂਬਰ ਨੇ, ਜਿਨ੍ਹਾਂ ਨੇ ਮੈਨੇਜ ਕਰਨਾ ਹੈ, ਉਹ ਇਮਾਨਦਾਰ ਹੋਣ, ਉਹ ਪੜ੍ਹੇ ਲਿਖੇ ਹੋਣ, ਉਹ ਗੁਰਮਤਿ ਦੇ ਧਾਰਨੀ ਹੋਣ। ਔਰ ਉਸ ਲਈ ਮੈਨੂੰ ਲੱਗਦਾ ਹੈ ਕਿ ਇੱਕ ਬੜੇ ਵੱਡੀ ਅਵੇਅਰਨੈਸ ਦੀ ਆਂਧੀ ਲਿਆਣੀ ਪਏਗੀ। ਜਿਹੜੀ ਜਾਗਰਤੀ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ, ਇਸ ਤਰ੍ਹਾਂ ਦੀ ਜਾਗਰਤੀ ਜਿਹੜੀ ਹੈ ਉਹ ਬੜੀ ਜ਼ਰੂਰਤ ਹੈ। ਅਸੀਂ ਜਾਗਦੇ ਹੋਏ ਵੀ ਅੱਜ ਬਰਮਾ ਦੇ ਵਿੱਚ ਸੁੱਤੇ ਹੋਏ ਹਾਂ। ਮੈਂ 1838 ਦੀ ਇੱਕ ਨਿਰਮਲਾ ਭਾਈ ਮੋਹਰੀ ਸਿੰਘ, ਬਰਮਤੋੜ ਸਿੰਘ ਕਿਤਾਬ ਪੜ੍ਹੀ ਸੀ। ਉਹਦਾ ਨਾਂ ਕਿਤਾਬ ਦਾ ਬਰਮਤੋੜ ਸਿੰਘ ਹੈ, 1838 ਦੀ। ਔਰ ਉਸ ਦੇ ਪਹਿਲੇ ਪੇਜ ਤੇ ਲਿਖਿਆ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਭਰਮ ਅਗਿਆਨਤਾ ਹੈ। ਸਾਨੂੰ ਅਗਿਆਨਤਾ ਤੋਂ ਬਾਹਰ ਨਿਕਲਣ ਲਈ ਐਸੀਆਂ ਇੰਸਟੀਟਿਊਸ਼ਨ, ਔਰ ਉਹ ਇੰਸਟੀਟਿਊਸ਼ਨ ਗੁਰਦੁਆਰਾ ਹੈ, ਉਹ ਹੈ ਨਾ ਗੁਰੂ ਨਾਨਕ ਸਾਹਿਬ ਦਾ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਕਿਹੜੀ ਵਿਦਿਆ ਹੈ? ਐਸੀ ਵਿਦਿਆ ਜਿਸ ਵਿਦਿਆ ਦੇ ਨਾਲ ਉਸ ਨੂੰ ਜਾਣਿਆ ਜਾ ਸਕਦਾ ਹੈ ਜੋ ਬ੍ਰਹਮ ਨੂੰ ਜਾਣਦਾ ਹੈ। ਤੋ ਮੈਂ ਤੁਹਾਡਾ ਜਿਹੜਾ ਵਿਸ਼ਾ ਅੱਜ ਦਾ, ਇਸ ਵਿਸ਼ੇ ਦਾ ਅਗਰ ਨਟਸ਼ੈਲ ਕਰਾਂ ਕਿ ਇੱਕ ਰੀਜ਼ਨੇਬਲ ਔਰ ਜਿਹੜਾ ਯੂਜ਼ ਹੈ ਦਸਵੰਤ ਦਾ, ਉਹ ਯੂਜ਼ ਤਾਂ ਮੈਨੂੰ ਲੱਗਦਾ ਕਿ ਐਸੀ ਇੱਕ ਸੰਸਥਾ ਜਿਵੇਂ ਤੁਹਾਡੀ ਇਹ ਬਣੀ ਹੋਈ ਹੈ, ਸਾਡੀ ਇਹ ਸੰਸਥਾ, ਜਿਸ ਸੰਸਥਾ ਦੇ ਵਿੱਚ ਅਸੀਂ ਇਹ ਅੱਜ ਵਿਚਾਰ ਕਰ ਰਹੇ ਹਾਂ, ਚਿੰਤਨ ਕਰ ਰਹੇ ਹਾਂ, ਐਸੀਆਂ ਸੰਸਥਾਵਾਂ ਸਾਨੂੰ ਮੈਂ ਸਮਝਦਾ ਕਿ ਇਹਨਾਂ ਸੰਸਥਾਵਾਂ ਨੂੰ ਹੀ ਅਸੀਂ ਇਸ ਨੂੰ ਐਕਸਪੈਂਡ ਕਰੀਏ। ਔਰ ਜਿਹੜੀ ਤੁਸੀਂ ਹੁਣੇ ਆਪਣੀ ਇੰਟਰੋਡਕਸ਼ਨ ਦੇ ਵਿੱਚ ਵੂਮਨ ਐਮਪਾਵਰਮੈਂਟ ਦੀ ਗੱਲ ਕੀਤੀ, ਤਾਂ ਜਿਹੜਾ ਇਸਤਰੀ ਦਾ ਸਭ ਤੋਂ ਪਵਿੱਤਰ ਰੂਪ ਜਿਹੜਾ ਹੈ ਉਹ ਮਾਂ ਦਾ, ਉਹ ਮਾਵਾਂ ਨੂੰ ਉਹ ਹੈ ਨਾ ਜਾਗ ਸਲੋਨੜੀਏ, ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਕਿਹੜੀ ਨੀਂਦ ਤੋਂ ਜਗਾ ਰਹੇ ਸੀ, ਇਹ ਨੀਂਦ ਤੋਂ ਜਗਾ ਰਹੇ ਸੀ ਅਵੇਅਰਨੈਸ ਤੇ ਆਵੇ ਆਪਣੇ ਬੱਚਿਆਂ ਨੂੰ। ਇਸ ਤਰ੍ਹਾਂ ਦੀ ਮਾਂ ਇੱਕ, ਵੈਸੇ ਜਦੋਂ ਸਿਰਫ ਮਾਂ ਨਹੀਂ ਕਹਿਣਾ ਚਾਹੀਦਾ, ਮਾਂ ਤੇ ਮਾਂ ਬਾਪ ਦੋਨਾਂ ਦੀ ਰਿਸਪੌਂਸਿਬਿਲਿਟੀ ਹੈ। ਔਰ ਉਸ ਤੋਂ ਬਾਅਦ ਇੰਸਟੀਟਿਊਸ਼ਨ, ਗੁਰਦੁਆਰਾ ਇੰਸਟੀਟਿਊਸ਼ਨ ਦੀ, ਕਿਉਂਕਿ ਇੰਸਟੀਟਿਊਸ਼ਨਸ ਦੇ ਅੰਡਰ ਸਾਡੀਆਂ ਐਜੂਕੇਸ਼ਨ ਜਿਹੜੇ ਨੇ ਉਹ ਸਿਸਟਮ ਸਾਰਾ ਉਸ ਦੇ ਉੱਤੇ, ਉਹਨਾਂ ਇੰਸਟੀਟਿਊਸ਼ਨਾਂ ਦੇ ਉੱਤੇ ਹੈ। ਤੋ ਇਸ ਲਈ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਅੱਜ ਦਾ ਇਹ ਵਿਸ਼ਾ ਹੈ ਬੜਾ ਮਹੱਤਵਪੂਰਨ ਹੈ। ਇਸ ਵੱਲ ਸਾਨੂੰ ਗੁਰਦੁਆਰਿਆਂ ਦੇ ਜਿਹੜੇ ਮੈਨੇਜਮੈਂਟ ਨੇ ਉਹਨਾਂ ਵਿੱਚ ਬੜਾ ਵੱਡਾ
ਚੇਂਜ ਲਿਆਉਣ ਲਈ, ਕਿਉਂਕਿ ਹੋ ਇਹ ਰਿਹਾ ਕਿ ਇਲੈਕਸ਼ਨ ਸਿਸਟਮ ਨਾਲ ਮੈਨੇਜਮੈਂਟ ਆ ਰਿਹਾ ਹੈ, ਔਰ ਦਿਸ ਇਲੈਕਸ਼ਨ ਸਿਸਟਮ ਹੈਜ਼ ਰਿਊਨਡ ਅਸ। ਜਿਹਦੇ ਕੋਲ ਸਾਧਨ ਨੇ ਉਹ ਇਹਨਾਂ ਇੰਸਟੀਟਿਊਸ਼ਨਾਂ ਦੇ ਵਿੱਚ ਹੈੱਡ ਬਣ ਰਹੇ ਨੇ, ਉਹ ਗੁਰਦੁਆਰਿਆਂ ਦੇ ਪ੍ਰਧਾਨ ਬਣ ਰਹੇ ਨੇ, ਗਲੀ ਗਲੀ ਵਿੱਚ ਗੁਰਦੁਆਰਾ ਹੈ, ਗਲੀ ਗਲੀ ਦੇ ਵਿੱਚ ਜੋ ਹੈ ਉਹ ਡਿਵੀਜ਼ਨ ਹੈ ਸਿੱਖ ਵਿੱਚ। ਜਿਸ ਕਰਕੇ ਮੈਨੂੰ ਲੱਗਦਾ ਕਿ ਅੰਦਰ ਜਿਵੇਂ ਨਾ ਲੱਕੜੀ ਨੂੰ ਗੁਣ ਲੱਗਦਾ ਹੈ, ਇਸ ਤਰ੍ਹਾਂ ਅੰਦਰ ਗੁਣ ਲੱਗਿਆ ਹੈ, ਔਰ ਬੜੀ ਇਸ ਬਾਰੇ ਚਿੰਤਾ ਹੈ। ਲੇਕਿਨ ਜਦੋਂ ਇਸ ਸਿਸਟਮ ਨੂੰ ਦੇਖਦੇ ਹਾਂ, ਇਹ ਸਿਸਟਮ ਅਸੀਂ ਆਪ ਮੰਗਿਆ ਸੀ, ਇਲੈਕਸ਼ਨ ਸਿਸਟਮ, ਔਰ ਇਹਨਾਂ ਗੁਰਦੁਆਰੇ ਜਿਹੜੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਆਈਡੀਅਲ ਬਣਾਇਆ ਜਾਵੇ। ਮੈਨੂੰ ਲੱਗਦਾ ਕਿ ਇੱਕ ਵਿਸ਼ਾ ਇਹ ਵੀ ਹੋਣਾ ਚਾਹੀਦਾ ਕਿ ਗੁਰਦੁਆਰੇ ਮੈਨੇਜਮੈਂਟ ਨੂੰ ਆਈਡੀਅਲ ਕਿਵੇਂ ਬਣਾਇਆ ਜਾਵੇ। ਉਸ ਲਈ ਬੜੀ ਵੱਡੀ, ਮੈਂ ਸਮਝਦਾ ਕਿ ਇੱਕ ਬੜੀ ਵੱਡੀ ਅਵੇਅਰਨੈਸ ਦੀ ਜ਼ਰੂਰਤ ਹੈ। ਜਿਵੇਂ ਸਿੰਘ ਸਭਾ ਲਹਿਰ 150 ਸਾਲ ਹੋਣੇ ਅਸੀਂ ਮਨਾ ਰਹੇ ਹਾਂ, ਇਸ ਤਰ੍ਹਾਂ ਦਾ ਕੋਈ ਸਾਨੂੰ ਜੋ ਹੈ ਪ੍ਰयास ਕਰਨਾ ਪਏਗਾ। ਤਾਂ ਮੈਂ ਸਮਝਦਾ ਕਿ ਦਸਵੰਤ ਦਾ ਜਿਹੜਾ ਸਹੀ ਜਿਹੜਾ ਰੀਜ਼ਨੇਬਲ ਯੂਜ਼ ਹੈ ਉਹ ਲੋੜਵੰਦ ਤੱਕ ਪਹੁੰਚਣਾ ਚਾਹੀਦਾ ਹੈ। ਲੇਕਿਨ ਜਿਹੜੀਆਂ ਸਾਡੀਆਂ 4-5 ਜਿਹੜੀਆਂ ਬੜੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਚਾਹੇ ਉਹ ਦਿੱਲੀ ਕਮੇਟੀ ਹੈ, ਪਟਨਾ ਸਾਹਿਬ ਦੀ ਹੈ, ਹਜ਼ੂਰ ਸਾਹਿਬ ਦੀ ਹੈ, ਹੁਣ ਹਰਿਆਣਾ ਦੀ ਵੀ ਹੋ ਗਈ, ਇੱਥੇ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਡਾ ਕੀ ਰੋਲ ਹੋ ਸਕਦਾ ਹੈ, ਕਿਵੇਂ ਅਸੀਂ ਇਹਨਾਂ ਨੂੰ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਸਾਨੂੰ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਤੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰਾ ਟਾਈਮ ਸ਼ਾਇਦ ਹੋ ਗਿਆ। ਤੇ ਦਸਵੰਤ ਦੀ ਜਿਹੜੀ ਇੱਕ ਸੰਸਥਾ, ਇੱਕ ਬੜੀ ਪਵਿੱਤਰ ਸੰਸਥਾ ਹੈ, ਔਰ ਹਰ ਸਿੱਖ ਜਿਹਦੇ ਕੋਲ ਭਾਵੇਂ ਕੋਈ ਅਫੋਰਡ ਨਹੀਂ ਵੀ ਕਰ ਸਕਦਾ, ਫਿਰ ਵੀ ਗੁਰਦੁਆਰੇ ਜਾਂਦਾ ਤੇ ਗੋਲਕ ਵਿੱਚ ਜ਼ਰੂਰ ਕੁਛ ਨਾ ਕੁਛ ਪਾਉਂਦਾ। ਉਸ ਯੂਜ਼ ਨੂੰ ਬਿਲਕੁਲ ਆਈਡੀਅਲ ਤਰੀਕੇ ਨਾਲ, ਉਸ ਪੈਸੇ ਨੂੰ ਜੋ ਹੈ ਉਹ ਲੋੜਵੰਦ ਤੱਕ ਪਹੁੰਚਣਾ ਚਾਹੀਦਾ। ਇਹ ਸਾਡੇ ਗੁਰੂਆਂ ਦੇ ਸਿਧਾਂਤ ਨੇ, ਇਹ ਸਾਨੂੰ ਗੁਰੂਆਂ ਨੇ ਸਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਤੁਸੀਂ ਹਿਸਟਰੀ ਤੋਂ ਸ਼ੁਰੂ ਕਰਕੇ ਜੋ ਸਾਡੇ ਅੱਜ ਦੇ ਹਾਲਾਤ ਚੱਲ ਰਹੇ ਨੇ, ਔਰ ਕਿਵੇਂ ਧਰਮ ਦੀ ਕਿਰਤ, ਨਾਮ ਜਪਣਾ, ਵੰਡ ਕੇ ਛਕਣਾ, ਇਹਨੂੰ ਸਾਡੇ ਨੌਜਵਾਨਾਂ ਨੂੰ ਕਿਵੇਂ ਅਸੀਂ ਪ੍ਰੇਰ ਕੇ ਇੱਧਰ ਲੈ ਕੇ ਆਉਣਾ ਹੈ, ਹਰ ਚੀਜ਼ ਦਾ ਤੁਸੀਂ ਜਿਹੜਾ ਵਾ ਉਹ ਜਿਹੜੇ ਪੁਆਇੰਟਸ ਨੇ ਉਹ ਰੱਖੇ ਨੇ। ਤੇ ਬਿਹਾਈਂਡ ਦੀ ਲਾਈਨ ਕਿਵੇਂ ਅਸੀਂ ਸਮਝਣਾ ਹੈ, ਕਿਹੜੀ ਚੀਜ਼ ਨੂੰ ਸਮਝ ਕੇ ਅਸੀਂ ਕਿਵੇਂ ਲਾਗੂ ਕਰਨਾ ਹੈ ਆਪਣੇ ਸਿਸਟਮ ਦੇ ਵਿੱਚ, ਤੁਸੀਂ ਬਾ ਕਮਾਲ ਤਰੀਕੇ ਨਾਲ ਦੱਸਿਆ। ਮਸਲਨ ਭੈਣ ਜੀ ਅਗਰ 1 ਮਿੰਟ ਦਿਓ ਤਾਂ। ਜੀ 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 ਵੀਰ ਜੀ, ਜ਼ਰੂਰ। ਇੱਕ ਭਗਤ ਕਬੀਰ ਦਾ ਜੀ ਇੱਕ ਜੋ ਹੈ ਨਾ ਉਹ ਮੈਨੂੰ ਯਾਦ ਆ ਰਿਹਾ ਸੀ ਕਿ ਕਹਿੰਦੇ, ਕਹੋ ਕਬੀਰ ਪ੍ਰਗਟ ਬਈ ਖੇਡ, ਲੇਲੇ ਕੋ ਚੂੰਗੇ ਨਿਤ ਭੇੜ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਹੁਣ ਇਹਦੇ ਜਦੋਂ ਮਤਲਬ ਕੱਢਾਂਗੇ ਕਿ ਜਿਹੜੀ ਹੈ ਉਹ ਭੇਡ ਲੇਲੇ ਤੋਂ ਫੀਡ ਲੈ ਰਹੀ ਹੈ। ਹੁਣ ਇਹਨੂੰ ਸਮਝਣਾ ਪਏਗਾ। ਇੱਥੇ ਕਬੀਰ ਸਾਹਿਬ, ਭੇਡ ਜਿਹੜੀ ਹੈ ਉਹ ਮਾਇਆ ਹੈ, ਤੇ ਜਿਹੜਾ ਲੇਲਾ ਉਹ ਜੀਵ ਹੈ। ਹਾਂਜੀ, ਜੀਵ ਇਹ ਸਮਝਦਾ ਕਿ ਮੈਂ ਮਾਇਆ ਜਿਹੜੀ ਹੈ ਉਹ ਭੋਗ ਰਿਹਾ, ਜਦ ਕਿ ਮਾਇਆ ਜੀਵ ਨੂੰ ਭੋਗ ਰਹੀ ਹੈ। ਇਹ ਬਿਹਾਈਂਡ ਦੀ ਲਾਈਨ ਸਮਝਣ ਵਾਲੀ ਗੱਲ ਹੈ। ਮੈਂ ਇਸ ਲਈ ਇਹ ਵਰਡ ਯੂਜ਼ ਕੀਤਾ ਸੀ ਕਿ ਬਾਣੀ ਨੂੰ ਤਾਂ ਬਿਹਾਈਂਡ ਦੀ ਲਾਈਨ ਸਮਝਣਾ ਜ਼ਰੂਰ ਸਾਨੂੰ ਆਣੀ ਚਾਹੀਦੀ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਬੜੇ ਤੁਸੀਂ ਵੀਰ ਜੀ ਬਾਕਮਾਲ ਵਿਚਾਰ ਰੱਖੇ ਨੇ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਤੁਸੀਂ ਇੰਨਾ ਸਮਾਂ ਜਿਹੜਾ ਹੈ ਆ ਕੇ ਇੱਥੇ ਦਿੱਤਾ ਤੇ ਸਾਨੂੰ ਅਵੇਅਰ ਕੀਤਾ ਹੈ, ਸਮਝਾਇਆ ਹੈ। ਮਹਾਰਾਜ ਅੱਗੇ ਬੇਨਤੀ ਆ ਸੱਚੇ ਪਾਤਸ਼ਾਹ ਅੱਗੇ ਕਿ ਅਸੀਂ ਸਮਝ ਸਕੀਏ, ਜਾਗ ਸਕੀਏ, ਜਿਹੜੇ ਘੇਸਲੇ ਹੋਏ ਆ ਉੱਠ ਸਕੀਏ। ਸੋ ਹੁਣ ਜਿਹੜੇ ਸਾਡੇ ਰਜਿਸਟਰਡ ਸਪੀਕਰਸ ਨੇ, ਉਹਨਾਂ ਦੀ ਮੈਂ ਗੱਲ ਕਰਾਂ ਤਾਂ ਸਾਡੇ ਕੋਲ ਸਭ ਤੋਂ ਪਹਿਲੇ ਸਾਡੇ ਸਪੀਕਰ ਜਿਨ੍ਹਾਂ ਨੇ ਰਜਿਸਟਰ ਕੀਤਾ ਸੀ, ਵੀਰ ਜਤਿੰਦਰਪਾਲ ਸਿੰਘ ਜੀ। ਜੇ ਵਿੱਚ ਹੈਗੇ ਨੇ ਤਾਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ। ਵੀਰ ਜਤਿੰਦਰਪਾਲ ਸਿੰਘ ਜੀ, ਠੀਕ ਹੈ। ਮੈਨੂੰ ਜਿੰਨੀ ਦੇਰ ਤੱਕ ਉਹ ਨਹੀਂ ਦਿਖਾਈ ਦੇ ਰਹੇ, ਉਹਨਾਂ ਨੂੰ ਅਗਲੀ ਕਾਲ ਤੇ ਲੈ ਲਾਂਗੇ। ਸੋ ਉਹਨਾਂ ਤੋਂ ਬਾਅਦ ਸਾਡੇ ਵੀਰ ਡਾਕਟਰ ਸਰਬਜੀਤ ਸਿੰਘ ਜੀ, ਪਲੀਜ਼ ਵੀਰ ਜੀ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਕਰੀਨ ਸ਼ੇਅਰਿੰਗ ਦਾ ਹੋ ਸਕਦਾ?
ਹਾਂਜੀ ਵੀਰ ਜੀ ਹੈਗਾ ਹੈ ਤੁਹਾਡੇ ਕੋਲ ਰਾਈਟ ਸਾਈਡ। ਇਹ ਡਿਸੇਬਲਡ ਆ ਰਿਹਾ ਮੈਨੂੰ। ਇੱਕ ਸੈਕਿੰਡ। ਵੀਰ ਜੀ ਦੇਖੋ ਆ ਰਿਹਾ ਹੈ। ਹਾਂ ਹੁਣ ਆ ਰਿਹਾ, ਹਾਂਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਅੱਜ ਦਾ ਵਿਸ਼ਾ ਇਹੀ ਹੈ ਕਿ ਸਿੱਖਾਂ ਨੇ ਔਰ ਸਿੱਖ ਸੰਸਥਾਵਾਂ ਵੱਲੋਂ ਦਸਵੰਧ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਹੈਗੀ ਆ, ਔਰ ਉਹਦੇ ਵਾਸਤੇ ਗੁਰਬਾਣੀ 'ਚ ਸਾਨੂੰ ਜਿਹੜਾ ਹੈਗਾ ਵਾ ਬੜੀ ਸੋਹਣੀ ਸੇਧ ਮਿਲਦੀ ਹੈਗੀ ਆ ਕਿ ਦਸਵੰਧ ਦਾ ਸੰਬੰਧ ਤਨ ਨਾਲ ਵੀ ਆ, ਮਨ ਨਾਲ ਵੀ ਆ, ਧਨ ਨਾਲ ਵੀ ਆ, ਔਰ ਸਭ ਤਰ੍ਹਾਂ ਦੀ ਸੇਵਾ ਨਾਲ ਹੈਗਾ ਵਾ। ਇਹ ਇਕੱਲੀ ਮਾਇਆ ਨਾਲ ਨਹੀਂ ਗਾ, ਜਿੱਥੋਂ ਤੱਕ ਕਿ ਸਾਨੂੰ ਜਿਹੜਾ ਹੈਗਾ ਵਾ ਅਸੀਂ ਆਪਣੇ ਆਪ ਨੂੰ ਸੀਮਤ ਕਰ ਲਿਆ ਹੈਗਾ। ਵੈਸੇ ਵੇਖਿਆ ਜਾਵੇ ਨਾ ਦਸਵੰਧ ਦਾ ਵਰਡ ਔਰ ਨਾ ਵੰਡ ਛਕਣਾ ਦਾ ਵਰਡ ਜਿਹੜਾ ਹੈਗਾ ਵਾ ਉਹ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਆਇਆ ਹੈ, ਔਰ ਨਾ ਹੀ ਭਾਈ ਗੁਰਦਾਸ ਦੀਆਂ ਵਾਰਾਂ 'ਚ ਕਿਤੇ ਆਇਆ ਹੈਗਾ ਵਾ। ਇਹ ਜਿਹੜਾ ਹੈਗਾ ਵਾ ਬਾਅਦ 'ਚ ਜਿਹੜਾ ਹੈਗਾ ਵਾ ਇਹ ਚੀਜ਼ਾਂ ਜਿਹੜਾ ਹੈਗਾ ਜ਼ਿਆਦਾ ਪ੍ਰਚਲਿਤ ਹੋਈਆਂ ਵਾ। ਗੁਰਬਾਣੀ 'ਚ ਬੜਾ ਸੁੰਦਰ ਸ਼ਬਦ ਹੈਗਾ ਵਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਇਹਦੇ ਵਿੱਚ ਸਾਨੂੰ ਬੜੀ ਸੁੰਦਰ ਸੇਧ ਮਿਲ ਜਾਂਦੀ ਹੈ ਕਿ ਕਰਨਾ ਕੀ ਹੈਗਾ। ਤਨ ਮਨ ਧਨ ਸਭ ਸੌਂਪ ਗੁਰੂ ਕੋ, we have to submit ourselves everything ਗੁਰੂ ਵੱਲ। ਔਰ ਕਰਨਾ ਕੀ ਹੈ, ਹੁਕਮ ਮੰਨਿਆ ਪਾਈ, ਉਸ ਹੁਕਮ ਨੂੰ ਮੰਨਣਾ ਹੈਗਾ ਵਾ, ਤਾਂ ਅਸੀਂ ਸਭ ਕੁਝ ਪਾ ਸਕਦੇ ਹਾਂ। ਔਰ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੁਣ ਜੇ ਹੁਕਮ ਦੇ ਬਾਰੇ ਜਾਣਨਾ ਹੈਗਾ ਵਾ, ਸਾਨੂੰ ਸੱਚੀ ਬਾਣੀ ਗਾਇਨ ਕਰਨੀ ਪੈਣੀ ਹੈ। ਭਾਵ ਸੱਚੀ ਬਾਣੀ ਗਾਇਨ ਕਰਾਂਗੇ, ਸੱਚੀ ਬਾਣੀ ਨਾਲ ਆਪਣਾ ਸੰਬੰਧ ਰੱਖਾਂਗੇ, ਤਾਂ ਅਸੀਂ ਹੁਕਮ ਨੂੰ ਸਮਝ ਸਕਾਂਗੇ ਕਿ ਗੁਰੂ ਦਾ ਹੁਕਮ ਕੀ ਹੈਗਾ। ਔਰ ਗੁਰੂ ਦਾ ਹੁਕਮ ਜਦੋਂ ਸਾਨੂੰ ਪਤਾ ਲੱਗ ਜਾਊਗਾ, ਤਾਂ ਸਾਨੂੰ ਪਤਾ ਲੱਗਣਾ ਕਿ ਤਨ ਮਨ ਧਨ ਕਿਸ ਤਰ੍ਹਾਂ ਸੌਂਪਣਾ। ਅਗਰ ਸੱਚੀ ਬਾਣੀ ਦਾ ਸੰਬੰਧ ਤੋਂ ਹੁਕਮ ਵੱਲ ਨਹੀਂ ਜਾਂਦੇ ਤੇ ਹੁਕਮ ਤੋਂ ਜਿਹੜਾ ਹੈਗਾ ਗੁਰੂ ਦੀ ਮੱਤ ਵੱਲ ਨਹੀਂ ਜਾਂਦੇ, ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਆਪਣੀ ਅਸੀਂ ਜਿਹੜੀ ਹੈਗੀ ਦਸਵੰਧ ਜਿਹੜੀ ਹੈਗੀ ਆ ਤਨ ਮਨ ਧਨ ਦੀ ਕਿੱਥੇ ਦੇਣੀ ਔਰ ਕਿਸ ਤਰ੍ਹਾਂ ਦੇਣੀ, ਸਾਨੂੰ ਉਹ ਵੀ ਨਹੀਂ ਪਤਾ ਲੱਗਣਾ। ਇਸ ਕਰਕੇ ਲੋੜ ਹੈਗਾ ਵਾ ਕਿ ਗੁਰੂ ਦੀ ਮੱਤ ਦੇ ਅਨੁਸਾਰ ਜੋ ਵੀ ਅਸੀਂ ਕੰਮ ਕਰਾਂਗੇ ਤੇ ਉਹ ਸਾਨੂੰ ਦਿਸ਼ਾ ਠੀਕ ਮਿਲੇਗੀ। ਅਗਰ ਅਸੀਂ ਗੁਰੂ ਦੀ ਮੱਤ ਦੇ ਅਨੁਸਾਰ ਨਹੀਂ ਕਰਦੇ ਤਾਂ ਅਸੀਂ ਪੰਬਲ ਭੂਸਿਆਂ 'ਚ ਪਏ ਰਹਾਂਗੇ, ਜਿਸ ਤਰ੍ਹਾਂ ਕਿ ਅੱਜ ਪਏ ਹੈਗੇ ਆ। ਕਿਉਂਕਿ ਅੱਜ ਹਰ ਥਾਂ ਗੁਰੂ ਦੀ ਮੱਤ ਜਗ੍ਹਾ ਜ਼ਿਆਦਾਤਰ ਗੁਰੂ ਨੂੰ ਮੱਤ ਦੇਣ ਦਾ ਕੰਮ ਹੋ ਰਿਹਾ ਹੈ। ਗੁਰੂ ਕੋ ਮੱਤ ਲੈਣ ਦੇ ਬਹੁਤ ਘੱਟ ਕੰਮ ਆ, ਗੁਰੂ ਨੂੰ ਮੱਤ ਲੈਣ ਦੇ ਜ਼ਿਆਦਾ। ਔਰ ਅਸੀਂ ਬਹੁਤ ਸਾਰੇ ਐਸੇ ਆਪਣੇ ਗੁਰਦੁਆਰਾ ਸਾਹਿਬ 'ਚ ਕਾਨੂੰਨ ਬਣਾ ਲਏ ਹੈਗੇ ਆ ਜਿਨ੍ਹਾਂ ਦਾ ਗੁਰਬਾਣੀ ਦੇ ਨਾਲ ਕੋਈ ਸੰਬੰਧ ਨਹੀਂ, ਔਰ ਇਸੇ ਕਰਕੇ ਅਸੀਂ ਪੰਬਲ ਭੂਸੀ 'ਚ ਪਏ ਹੈਗੇ ਆ, ਭਟਕਦੇ ਫਿਰਦੇ ਹੈਗੇ ਆ, ਉਹ ਕੰਮ ਕਰ ਰਹੇ ਆ, ਇੰਨੇ ਲੱਖਾਂ ਕਰੋੜਾਂ 'ਚ ਪੈਸੇ ਵੀ ਖਰਚ ਰਹੇ ਆ, ਔਰ ਸਾਨੂੰ ਕੋਈ ਇੱਜ਼ਤ ਜਾਂ ਲਾਭ ਜਿਹੜਾ ਹੈਗਾ ਉਹ ਕੁਛ ਨਹੀਂ ਮਿਲ ਰਿਹਾ। ਵੈਸੇ ਵੇਖਿਆ ਜਾਵੇ ਲੋਕਾਂ ਨੇ ਤੇ ਸੰਸਥਾਵਾਂ ਨੇ ਕਿਸ ਤਰ੍ਹਾਂ ਦਸਵੰਧ ਨੂੰ ਵਰਤਣਾ ਹੈਗਾ, ਦੱਸ ਉਸੇ ਤੇ ਸਿੱਧਾ ਡਾਇਰੈਕਟਲੀ ਆਏਗਾ। ਕਿਉਂਕਿ ਹਰ ਮਨੁੱਖ ਦੀ ਜ਼ਰੂਰਤ ਹੈਗੀ ਆ ਕੁੱਲੀ ਗੁੱਲੀ ਤੇ ਜੁੱਲੀ, ਜਾਂ ਕਹਿ ਲਓ ਰੋਟੀ ਕੱਪੜਾ ਤੇ ਮਕਾਨ। ਇਹ ਬੁਨਿਆਦੀ ਜ਼ਰੂਰਤਾਂ ਹੈਗੀਆਂ ਜਿਹੜੀਆਂ ਹਰ ਮਨੁੱਖ ਵਾਸਤੇ ਪੂਰੀਆਂ ਕਰਨੀਆਂ ਹੈਗੀਆਂ ਵਾ। ਔਰ ਇਹਨਾਂ ਨੂੰ ਪੂਰਾ ਕਰਨਾ ਹੈਗਾ ਵਾ ਤੇ ਦੋ ਚੀਜ਼ਾਂ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਉਹਦੇ ਵਾਸਤੇ ਇੱਕ ਹੈਗੀ ਦੁਨਿਆਵੀ ਸਿੱਖਿਆ, ਜਿਹਦੇ ਨਾਲ ਅਸੀਂ ਤਨ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ। ਦੂਸਰਾ ਹੈਗਾ ਵਾ ਗੁਰਮਤਿ ਦੀ ਸਿੱਖਿਆ, ਜਿਹਦੇ ਨਾਲ ਅਸੀਂ ਮਨ ਦੀ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ। ਔਰ ਇਹਨਾਂ ਦੋਵਾਂ ਸਿੱਖਿਆਵਾਂ ਦੀ ਲੋੜ ਹੈਗੀ ਆ, ਕਿਉਂਕਿ ਮਨੁੱਖ ਨੇ ਤਨ ਤੇ ਮਨ ਨਾਲ ਚੱਲਣਾ ਹੈਗਾ ਵਾ, ਤਾਂ ਹੀ ਆਨੰਦ ਦੀ ਅਵਸਥਾ ਵੱਲ ਆ ਜਾ ਸਕਦਾ ਔਰ ਤਾਂ ਹੀ ਸਚਿਆਰ ਬਣ ਸਕਦਾ। ਜੇ ਦੋਵੇਂ ਚੀਜ਼ਾਂ ਪੂਰੀਆਂ ਨਹੀਂ ਹੈਗੀਆਂ ਤੇ ਉਹ ਜਿਹੜਾ ਹੈਗਾ ਵਾ ਰਸਤੇ ਵਿੱਚ ਹੀ ਅਟਕਿਆ ਰਹੇਗਾ। ਕਿਉਂਕਿ ਇਹ ਜਿੰਨੀ ਦੇਰ ਤੱਕ ਅਸੀਂ ਆਪਣੀ ਦਸਵੰਧ ਦਾ ਟਾਰਗੇਟ ਇਹ ਨਹੀਂ ਰੱਖਦੇ ਕਿ ਕਿਸ ਤਰ੍ਹਾਂ ਇਹ ਦੋਵੇਂ ਚੀਜ਼ਾਂ ਪੂਰੀਆਂ ਕਰਨੀਆਂ ਹੈਗਾ, ਅਸੀਂ ਉਸ ਨੂੰ ਦਸਵੰਧ ਨੂੰ ਵੀ ਆਪਣੀ ਜੋ ਕਹਿੰਦੇ ਹੈਗੇ ਆ ਕਿ ਆਪਣਾ ਸ਼ੇਅਰ ਡਿਸਟ੍ਰੀਬਿਊਟ ਕਰ ਰਹੇ ਹੈਗੇ ਆ, ਉਹ ਨਹੀਂ ਪੂਰਾ ਕਰ ਸਕਦੇ। ਔਰ ਜੇਕਰ ਦੁਨਿਆਵੀ ਸਿੱਖਿਆ ਪੂਰੀ ਕਰਨੀ ਹੈਗੀ ਆ ਤਾਂ ਸਾਨੂੰ ਆਪਣੇ ਖੁਦ ਸਕੂਲ ਕਾਲਜ ਲਾਇਬ੍ਰੇਰੀ ਉੱਚੇ ਪੱਧਰ ਦੇ ਬਣਾਉਣੇ ਪੈਣਗੇ। ਅੱਜ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਦੇ ਸਕੂਲ ਜਾਂ ਕਾਲਜ ਹੈਗੇ ਆ, ਉਹਨਾਂ ਦਾ ਲੈਵਲ ਬਹੁਤ ਥੱਲੇ ਜਾ ਚੁੱਕਾ ਹੈ। ਬਲਕਿ ਅਜਿਹੇ ਹੱਥਾਂ 'ਚ ਆ ਚੁੱਕੇ ਹੈਗੇ ਆ ਜਿਨ੍ਹਾਂ ਦਾ ਨਾ ਤੇ ਤਨ ਨਾਲ ਸੰਬੰਧ ਆ ਔਰ ਨਾ ਮਨ ਨਾਲ ਸੰਬੰਧ ਆ,
ਭਾਵ ਨਾ ਸਾਨੂੰ ਪ੍ਰਫੁੱਲਤਾ ਵੱਲ ਲੈ ਕੇ ਜਾਂਦੇ ਆ ਔਰ ਨਾ ਦੀ ਗੁਰੂ ਦੀ ਮੱਤ ਵੱਲ ਲੈ ਕੇ ਜਾਂਦੇ, ਜਿਸ ਨਾਲ ਅਸੀਂ ਆਨੰਦ ਦੀ ਅਵਸਥਾ ਵੱਲ ਚਲੇ ਜਾਈਏ। ਇੱਥੇ ਹੀ ਨਹੀਂ ਰੁਕਣਾ ਪੈਣਾ, ਸਾਨੂੰ ਤਕਨੀਕੀ ਖੋਜ ਕੇਂਦਰ ਵੀ ਬਣਾਉਣੇ ਪੈਣੇ ਹੈਗੇ, ਇੰਜੀਨੀਅਰਿੰਗ ਕਾਲਜ ਤੱਕ ਵੀ ਪਹੁੰਚਣਾ ਪੈਣਾ, ਮੈਡੀਕਲ ਕਾਲਜ ਦੇ ਵੀ ਉਪਰਾਲੇ ਕਰਨੇ ਪੈਣੇ, ਔਰ ਇਹਨਾਂ ਨੂੰ ਚਲਾਉਣਾ ਹੈ ਅਗਰ ਤਾਂ ਸਾਨੂੰ ਉੱਚ ਕੋਟੀ ਦੇ ਖੋਜੀ ਸੱਜਣ ਲੈਣੇ ਪੈਣੇ ਹੈਗੇ ਆ। ਜੇਕਰ ਅਸੀਂ ਆਸ ਰੱਖੀਏ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਜਾਂ ਲੋਕਾਂ ਦੇ ਚੁਣੇ ਹੋਏ ਨੇਤਾ ਇਹ ਕੰਮ ਕਰ ਲੈਣਗੇ, ਤਾਂ ਆਪ ਜੀ ਦਾ ਤਜਰਬਾ ਹੋ ਚੁੱਕਾ ਹੈਗਾ ਵਾ ਕਿ ਇਹ ਸਾਰੇ ਫੇਲ ਹੈਗੇ। ਇਸੇ ਕਰਕੇ ਇਹਨਾਂ ਦੀ ਸਿਲੈਕਸ਼ਨ ਕਰਨੀ ਬਹੁਤ ਜ਼ਰੂਰੀ ਹੈਗੀ, ਜਿਹੜੀ ਉੱਚ ਕੋਟੀ ਦੇ ਸੱਜਣ ਹੈਗੇ ਆ। ਜਿਸ ਤਰ੍ਹਾਂ ਪਹਿਲਾਂ ਵੀ ਵੀਰ ਹਰਿੰਦਰਪਾਲ ਸਿੰਘ ਜੀ ਨੇ ਦੱਸਿਆ ਹੈਗਾ ਵਾ, ਕਹੀਂ ਜਿਹੜਾ ਸਾਡਾ ਗਿਰਾਵਟ ਦਾ ਕਾਰਨ ਹੀ ਹੈਗਾ ਕਿ ਅਸੀਂ ਸਿਲੈਕਸ਼ਨ ਸਿਸਟਮ ਅਡਾਪਟ ਕਰ ਲਿਆ, ਜਦ ਕਿ ਗੁਰੂ ਮਹਾਰਾਜ ਨੇ ਸਾਨੂੰ ਸਿਲੈਕਸ਼ਨ ਦੇ ਸਿਸਟਮ ਦਿੱਤਾ ਸੀਗਾ। ਔਰ ਜਿੰਨੀ ਦੇਰ ਤੱਕ ਅਸੀਂ ਉਸ ਸਿਲੈਕਸ਼ਨ ਸਿਸਟਮ ਵੱਲ ਨਹੀਂ ਜਾਂਦੇ, ਕਾਬਲੀਅਤ ਵੱਲ ਨਹੀਂ ਜਾਂਦੇ ਚੋਣ ਵੇਲੇ, ਉਨੀ ਦੇਰ ਤੱਕ ਅਸੀਂ ਸਹੀ ਸੱਜਣ ਨਹੀਂ ਚੁਣ ਸਕਦੇ। ਔਰ ਇਸ ਦੇ ਨਾਲ ਹੀ ਨਾਲ ਸਾਨੂੰ ਬਹੁਤ ਵੱਡੇ ਪੱਧਰ ਤੇ ਜ਼ਰੂਰੀ ਹੈਗੀ ਆ, ਕਿਉਂਕਿ ਜ਼ਿਆਦਾਤਰ ਲੋਕ ਦਾ ਕਿੱਤਾ ਜਿਹੜਾ ਹੈਗਾ ਉਹ ਖੇਤੀਬਾੜੀ ਹੈਗੀ। ਇਸੇ ਕਰਕੇ ਖੇਤੀਬਾੜੀ ਵਿੱਚ ਵੀ ਸਫਲਤਾ ਦੀ ਬਹੁਤ ਜ਼ਰੂਰੀ ਹੈਗੀ ਆ। ਫਸਲ ਦੀ ਚੋਣ ਕਿੱਦਾਂ ਕਰਨੀ ਹੈਗੀ ਆ, ਕਿੱਥੇ ਕਿਹੜੀ ਫਸਲ ਬੀਜਣੀ ਚਾਹੀਦੀ ਹੈਗੀ ਆ, ਇਹਦਾ ਪੂਰਾ ਸਾਡਾ ਆਪਣਾ ਡਾਟਾ ਬੇਸ ਹੋਣਾ ਚਾਹੀਦਾ ਹੈਗਾ। ਜੇ ਆਸ ਰੱਖੀਏ ਕਿ ਸ਼ਾਇਦ ਕਿਸੇ ਗਵਰਨਮੈਂਟ ਕੋਲੋਂ ਮਿਲ ਜਾਏਗਾ ਸਾਨੂੰ ਇਹ ਚੀਜ਼, ਕਿਸੇ ਗਵਰਨਮੈਂਟ ਨੇ ਜਾਂ ਕਿਸੇ ਸੰਸਥਾ ਨੇ ਸਾਡੇ ਵਾਸਤੇ ਨਹੀਂ ਕੰਮ ਕਰਨਾ। ਸਾਨੂੰ ਆਪਣਾ ਡਾਟਾ ਬੇਸ ਬਣਾਉਣਾ ਪੈਣਾ ਵਾ ਕਿ ਕਿਸ ਤਰ੍ਹਾਂ ਕਿੱਥੇ ਖੇਤੀ ਕਰਨੀ ਆ ਔਰ ਕਿਸ ਤਰ੍ਹਾਂ ਦੇ ਸਾਨੂੰ ਰੇਟ ਮਿਲਣਗੇ। ਇਸ ਕਰਕੇ ਉਹ ਵੰਡ ਜਿਹੜੀ ਪੂਰੀ ਜਿਹੜੀ ਹੈਗੀ ਆ, ਆਪਣੇ ਖੁਦ ਦਾ ਡਾਟਾ ਬੇਸ ਤਿਆਰ ਕਰਨਾ ਪੈਣਾ। ਅੰਗਰੇਜ਼ੀ ਖਾਦਾਂ ਵਰਤਣ ਦੇ ਨਾਲ ਜਾਂ ਕੈਮੀਕਲ ਵਰਤਣ ਦੇ ਨਾਲ ਜ਼ਮੀਨਾਂ ਅਸੀਂ ਬਰਬਾਦ ਕਰ ਚੁੱਕੇ ਹਾਂ। ਸਾਨੂੰ ਦੁਬਾਰਾ ਦੇਸੀ ਖਾਦਾਂ ਰਿਵਾਈਵ ਕਰਨੀਆਂ ਪੈਣੀਆਂ ਔਰ ਉਹਦੀ ਸਿੱਖਿਆ ਔਰ ਟ੍ਰੇਨਿੰਗ ਲੈਣੀ ਪੈਣੀ ਹੈਗੀ ਆ। ਲੋਕਾਂ ਨੂੰ ਆਪਣੇ ਖੇਤੀਬਾੜੀ ਦੇ ਕੇਂਦਰ ਖੁਦ ਬਣਾਉਣੇ ਪੈਣੇ ਹੈਗੇ। ਇਹ ਦਸਵੰਧ ਸਾਨੂੰ ਉਧਰ ਵਰਤਣੀ ਪੈਣੀ ਆ। ਫਸਲ ਦੀ ਸੰਭਾਲ ਕਿਸ ਤਰ੍ਹਾਂ ਕਰਨੀ, ਉਸ ਨੂੰ ਕਿਸ ਤਰ੍ਹਾਂ ਵੇਚਣਾ ਹੈਗਾ ਵਾ, ਉਹਦੇ ਵੀ ਸਾਡੇ ਆਪਣੇ ਕੇਂਦਰ ਬਣਾਉਣੇ ਪੈਣੇ ਹੈਗੇ। ਔਰ ਇਹ ਜਿਸ ਤਰ੍ਹਾਂ ਕਿ ਵੀਰ ਜੀ ਨੇ ਵੀ এনवायरमेंट ਦੀ ਗੱਲ ਕੀਤੀ ਹੈਗੀ ਆ, ਸਾਨੂੰ ਬਾਇਓਗੈਸ ਪਲਾਂਟ ਔਰ ਵੇਸਟ ਟ੍ਰੀਟਮੈਂਟ ਪਲਾਂਟ ਵੀ ਸਾਨੂੰ ਆਪਣੇ ਹੀ ਲਾਉਣੇ ਪੈਣੇ ਆ, ਤਾਂ ਜੋ ਸਾਡੇ ਆਸੇ-ਪਾਸੇ ਦੇ ਪਿੰਡ ਜਾਂ ਸ਼ਹਿਰ ਜਿਹੜੇ ਹੈਗੇ ਆ ਉਹ ਸਾਫ਼ ਸੁਥਰੇ ਨਹੀਂ ਤੇ ਅੱਜ ਜਿਹੜੀ ਹੈਗੀ ਆ ਸਾਡੀ ਜਿੰਨੀ ਵੇਸਟ ਆ ਰਹੀ ਹੈਗੀ ਘਰਾਂ ਚੋਂ ਜਾਂ ਫੈਕਟਰੀਆਂ ਜਾਂ ਹੋਰ ਕਿਤੋਂ ਵੀ, ਉਹ ਸਾਰੀ ਡੰਪ ਹੋ ਕੇ ਸਾਡੇ ਵਾਸਤੇ ਸਾਡਾ ਭਵਿੱਖ ਬਰਬਾਦ ਕਰਨ ਵਾਸਤੇ ਬੈਠੀ ਪਈ ਹੈਗੀ ਆ। ਇੱਥੇ ਹੀ ਨਹੀਂ, ਸਾਨੂੰ ਆਪਣੇ ਸਫਲ ਪਰਿਵਾਰ ਤੇ ਸਮਾਜ ਦੀ ਵੀ ਘਾੜਨਾ ਕਰਨੀ ਹੈ, ਕਿਉਂਕਿ ਆਨੰਦ ਕਾਰਜ ਦਾ ਮੰਤਵ ਹੈਗਾ ਸਫਲ ਪਰਿਵਾਰ ਤਿਆਰ ਕਰਨਾ। ਹੁਣ ਕੀ ਅਸੀਂ ਆਨੰਦ ਕਾਰਜ ਦੀ ਟ੍ਰੇਨਿੰਗ ਦਿੰਨੇ ਹੈਗੇ ਗੁਰਮਤਿ ਦੇ ਅਨੁਸਾਰ ਆਪਣੇ ਬੱਚਿਆਂ ਨੂੰ? ਉੱਥੇ ਤਾਂ ਸਾਡੀਆਂ ਰਿਵਾਇਤਾਂ ਹੀ ਹੋ ਚੁੱਕੀਆਂ ਹੈਗੀਆਂ। ਇਸ ਕਰਕੇ ਜਿਹੜੇ ਗੁਰਦੁਆਰਿਆਂ ਦੇ ਆਨੰਦ ਕਾਰਜ ਹੋ ਰਹੇ ਹੈਗੇ ਆ, ਉਹ ਕਈ ਜਿਹੜੇ ਹੈਗੇ ਤਲਾਕ ਦੀ ਦਿਸ਼ਾ ਵੱਲ ਪਹੁੰਚ ਜਾਂਦੇ ਹੈਗੇ। ਇਸੇ ਕਰਕੇ ਸਾਨੂੰ ਆਪਣੇ ਪੱਧਰ ਤੇ ਹੀ ਖੁਦ ਤਿਆਰ ਕਰਨੇ ਪੈਣੇ। ਜਿਹੜੇ ਚੰਗੇ ਪ੍ਰਚਾਰਕ ਹੈਗੇ ਆ ਉਹ ਬੱਚਿਆਂ ਨੂੰ ਟ੍ਰੇਨਿੰਗ ਦੇ ਸਕਣ। ਜਿਸ ਤਰ੍ਹਾਂ ਭੈਣਾਂ ਬੀਬੀਆਂ ਨੇ ਵੀ ਜਿਹੜਾ ਵਾ, ਬੀਬੀਆਂ ਦੇ ਵਾਸਤੇ ਕਾਫੀ ਜਿਹੜੇ ਹੈਗੇ ਆ ਉਹ ਪ੍ਰਚਾਰ ਕੇਂਦਰ ਸ਼ੁਰੂ ਕਰਦੇ, ਜਿਹੜੇ ਗਲੋਬਲ ਸੇ ਕੌਂਸਲ ਦੇ ਥਰੂ ਹੈਗੇ ਆ, ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਜਿਹੜੀ ਹੈਗੀ ਇਸ ਟਾਈਪ ਦੀ ਡਾਇਰੈਕਟਲੀ ਇਨਡਾਇਰੈਕਟਲੀ ਟ੍ਰੇਨਿੰਗ ਮਿਲ ਰਹੀ ਹੈਗੀ ਆ। ਇਹ ਸਾਰੇ ਕਾਰਜ ਕਰਨੇ ਪੈਣੇ ਹੈਗੇ ਆ। ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਜਿਹੜਾ ਕਿਸ ਤਰ੍ਹਾਂ ਕਰਨਾ ਹੈਗਾ ਵਾ, ਉਸ ਦੇ ਵੱਲ ਵੀ ਸਾਨੂੰ ਖਾਸ ਧਿਆਨ ਦੇਣਾ ਪੈਣਾ ਵਾ। ਨਹੀਂ ਤੇ ਜਿਹੜਾ ਹੈਗਾ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਬਾਰੇ ਵੀ ਸਮਝ ਨਹੀਂ ਸਕਦੇ। ਇੱਥੇ ਹੀ ਨਹੀਂ, ਸਿਹਤ ਵੀ ਚੰਗੀ ਹੋਣੀ ਚਾਹੀਦੀ ਹੈ, ਗੁਰਮਤਿ ਦੀ ਘਾਟ ਵੀ ਚੰਗੀ ਹੋਣੀ ਚਾਹੀਦੀ ਹੈਗੀ ਆ। ਦੋਵੇਂ ਚੀਜ਼ਾਂ ਵਾਸਤੇ ਜ਼ਰੂਰੀ ਹੈਗੀ ਆ। ਬੱਚਿਆਂ ਨੂੰ ਅਸੀਂ ਉਹ ਖੇਡਾਂ ਦਈਏ। ਅੱਜ ਮੋਬਾਈਲ ਤੇ ਬੱਚੇ ਉਹ ਖੇਡਾਂ ਵਰਤ ਰਹੇ ਹੈਗੇ ਆ ਜਿਨ੍ਹਾਂ ਨਾਲ ਕ੍ਰੋਧ, ਨਫ਼ਰਤ ਪੈਦਾ ਹੁੰਦੀ ਹੈਗੀ ਹੈ। ਸਾਨੂੰ ਗੁਰਮਤਿ ਦੇ ਆਧਾਰ ਤੇ ਆਪਣੀਆਂ ਗੇਮਾਂ ਬਣਾਉਣੀਆਂ ਪੈਣੀਆਂ ਹੈਗੀਆਂ, ਤਾਂ ਜੋ ਬੱਚੇ ਉਹਨਾਂ ਨੂੰ ਅਗਰ ਕੰਪਿਊਟਰ ਔਰ ਮੋਬਾਈਲ ਤੇ ਯੂਜ਼ ਕਰਦੇ ਆ ਤਾਂ ਉਹਨਾਂ ਨੂੰ ਜੀਵਨ ਦੀ ਸਹੀ ਸੇਧ ਮਿਲੇ। ਔਰ ਨਾਲ ਹੀ ਨਾਲ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ ਟਿਊਸ਼ਨਾਂ, ਵਿਸ਼ਿਆਂ ਦੀ ਚੋਣ, ਪੜ੍ਹਾਈ, ਨੌਕਰੀਆਂ ਵਿੱਚ ਸਹਾਇਤਾ, ਸਭ ਤਰ੍ਹਾਂ ਦੇ ਜਿਹੜੇ ਆਪਣੇ ਕੇਂਦਰ ਖੁਦ ਆਪ ਖੋਲ੍ਹਣੇ ਪੈਣੇ ਹੈਗੇ ਆ। ਮਾਤਾਵਾਂ ਤੇ ਬੱਚਿਆਂ ਨੇ ਕਿਸ ਤਰ੍ਹਾਂ ਆਪਣੀ ਸਿਹਤ ਦੀ ਸੰਭਾਲ ਰੱਖਣੀ ਹੈਗੀ ਆ, ਉਹਦੇ ਵੱਲ ਵੀ ਧਿਆਨ ਰੱਖਣਾ। ਉਹਦੇ ਵਾਸਤੇ ਸਿਹਤ ਕੇਂਦਰ ਤੁਹਾਨੂੰ ਤਿਆਰ ਕਰਨੇ ਪੈਣੇ ਹੈਗੇ ਆ। ਕਸਰਤ, ਖੇਡਾਂ, ਗੱਤਕਾ, ਕਰਾਟੇ ਆਦਿ ਇਹਨਾਂ ਸਭ ਲਈ ਆਪਣੀ ਦਸਵੰਧ ਵਰਤਣੀ ਸ਼ੁਰੂ ਕਰਨੀ ਪੈਣੀ ਹੈਗੀ। ਰੁਜ਼ਗਾਰ ਤੇ ਵਪਾਰ ਵਿੱਚ ਅੱਜ ਸਿੱਖਾਂ ਨੂੰ ਸਹਾਇਤਾ ਦੀ ਬਹੁਤ ਲੋੜ ਹੈਗੀ ਹੈ। ਬਾਕੀ ਕੌਮਾਂ ਆਪਣੇ ਕੌਮ ਦੇ ਲੋਕਾਂ ਦੀ ਪੂਰੀ ਸਹਾਇਤਾ ਕਰਦੇ ਆ, ਪਰ ਮਾਫ ਕਰਨਾ, ਸਿੱਖ ਹੀ ਐਸੀ ਕੌਮ ਹੈਗੀ ਜਿਹੜੇ ਆਪਣਿਆਂ ਦੀ ਕਿਸੇ ਦੀ ਸਹਾਇਤਾ ਨਹੀਂ ਕਰਦੇ। ਆਪਣੇ ਖੁਦ ਦੇ ਸਾਂਝੇ ਕਾਰਖਾਨੇ, ਰੁਜ਼ਗਾਰ ਕੇਂਦਰ ਸਾਨੂੰ ਬਣਾਉਣੇ ਪੈਣੇ ਆ ਔਰ ਉਹਨਾਂ 'ਚ ਯੋਗਤਾ ਦੇ ਆਧਾਰ ਤੇ ਜਿਹੜਾ ਹੈਗਾ ਸਾਨੂੰ ਕੰਮ ਵਾਸਤੇ ਵੀ ਲਾਉਣਾ ਪੈਣਾ ਹੈਗਾ ਵਾ। ਔਰ ਇਸ ਕਰਕੇ ਮਾਇਆ ਨੂੰ ਅੱਖਾਂ ਮੀਟ ਕੇ ਦੇਣ ਦੀ ਬਜਾਏ ਜਿਹੜਾ ਹੈਗਾ ਵਾ, ਆਪਣੀ ਦਸਵੰਧ ਨੂੰ ਸਹੀ ਵਰਤਣ ਦੀ ਦਿਸ਼ਾ ਵੱਲ ਸਾਨੂੰ ਜਾਣਾ ਪੈਣਾ ਹੈਗਾ ਵਾ।
ਔਰ ਸਿਰਫ ਮਾਇਆ ਤੱਕ ਨਹੀਂ ਸੀਮਤ ਰਹਿਣਾ, ਜਿਸ ਤਰ੍ਹਾਂ ਸ਼ੁਰੂ 'ਚ ਹੀ ਦਾਸ ਨੇ ਸਾਂਝਾ ਕਰ ਦਿੱਤਾ, ਤਨ ਮਨ ਧਨ, ਸਿੱਖਿਆ, ਲਿਆਕਤ, ਤਜਰਬਾ, ਇਹਨਾਂ ਸਾਰਿਆਂ ਨੂੰ ਹੀ ਵਰਤਣਾ ਹੈਗਾ। ਔਰ ਜੇ ਅਸੀਂ ਆਪਣਾ ਇਤਿਹਾਸ ਵੇਖੀਏ, ਦਰਬਾਰ ਸਾਹਿਬ ਦੀ ਜਦੋਂ ਉਸਾਰੀ ਆਰੰਭ ਹੋਈ ਸੀ ਤਾਂ ਗੁਰੂ ਰਾਮਦਾਸ ਸਾਹਿਬ ਨੇ ਪਹਿਲਾਂ ਸ਼ਹਿਰ ਵਸਾਇਆ ਸੀਗਾ, ਫਿਰ ਬਾਕੀ ਜਿਹੜੇ ਦਰਬਾਰ ਸਾਹਿਬ ਦੀ ਉਸਾਰੀ ਆਰੰਭ ਕੀਤੀ ਸੀ, ਕਿਉਂਕਿ ਲੋਕਾਂ ਦਾ ਰਹਿਣ ਸਹਿਣ, ਰੁਜ਼ਗਾਰ ਉਹ ਜਿਹੜਾ ਸਭ ਤੋਂ ਬਹੁਤ ਜ਼ਰੂਰੀ ਚੀਜ਼ ਹੈਗੀ ਆ। ਔਰ ਗੁਰਮਤਿ ਦਾ ਸੰਬੰਧ ਮਨ ਦੇ ਨਾਲ ਹੈਗਾ। ਅਗਰ ਕਿਸੇ ਦਾ ਮਨ ਠੀਕ ਨਹੀਂ ਤਾਂ ਉਸਦਾ ਤਨ ਵੀ ਠੀਕ ਨਹੀਂ ਰਹਿ ਸਕਦਾ। ਇਸ ਕਰਕੇ ਸਾਡੇ ਜੋ ਅੱਜ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਰਵਾਇਤੀ ਪਾਠ ਕੀਰਤਨ ਜਾਂ ਮਨਘੜਤ ਕਹਾਣੀਆਂ ਦੱਸੀਆਂ ਜਾ ਰਹੀਆਂ ਹੈਗੀਆਂ, ਸਾਨੂੰ ਉਹਨਾਂ ਨੂੰ ਬੰਦ ਕਰਨਾ ਪੈਣਾ ਹੈਗਾ। ਔਰ ਗੁਰਬਾਣੀ ਦੇ ਅਨੁਸਾਰ ਸੱਚੀ ਸਿੱਖਿਆ ਦੇਣ ਵਾਸਤੇ ਸਾਨੂੰ ਚੰਗੇ ਪ੍ਰਚਾਰਕ ਖੁਦ ਆਪ ਪੈਦਾ ਕਰਨੇ ਪੈਣੇ ਹੈਗੇ। ਔਰ ਜਿਸ ਤਰ੍ਹਾਂ ਅਸੀਂ ਸਕੂਲਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਕਾਲਜਾਂ ਵਿੱਚ ਜਾਂ ਯੂਨੀਵਰਸਿਟੀ ਵਿੱਚ ਸਬਜੈਕਟ ਪੜ੍ਹਦੇ ਹੈਗੇ ਆ, ਗੁਰਮਤਿ ਨੂੰ ਵੀ ਉਸੇ ਤਰ੍ਹਾਂ ਪੜ੍ਹਨਾ ਹੈਗਾ, ਪੂਰੀ ਡਿਟੇਲ ਵਿੱਚ। ਖਾਲੀ ਰਿਚੁਅਲ ਰੀਡਿੰਗ ਕਰਨ ਨਾਲ ਕੁਝ ਨਹੀਂ ਹੋਣਾ। ਜੇ ਅਸੀਂ ਕੈਮਿਸਟਰੀ ਕਰੀ ਜਾਈਏ ਜਾਂ ਫਿਜ਼ਿਕਸ ਕਰੀ ਜਾਈਏ, ਸਾਡੇ ਕੁਝ ਪੱਲੇ ਨਹੀਂ ਪੈਣਾ। ਗੁਰਬਾਣੀ ਦੀ ਡੂੰਘਾਈ ਤੱਕ ਜਾਣਾ ਪੈਣਾ। ਉਹ ਸਾਨੂੰ ਆਪਣਾ ਜਿਹੜਾ ਹੈਗਾ ਗੁਰਬਾਣੀ ਨੂੰ ਪੜ੍ਹਨ ਸਮਝਣ ਦਾ ਤਰੀਕਾ ਵੀ ਚੇਂਜ ਕਰਨਾ। ਗੁਰਬਾਣੀ ਤੇ ਸਪਸ਼ਟ ਕਹਿੰਦੀ ਹੈ, ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਭਰ ਸੁ ਕਰ ਲੈ ਜਾਏ। ਗੁਰਬਾਣੀ 'ਚ ਹਰ ਪਹਿਲੂ ਤੇ ਸਾਨੂੰ ਸੇਧ ਮਿਲਦੀ ਆ, ਪਰ ਅਸੀਂ ਜਿਹੜਾ ਹੈਗਾ ਵਾ ਉਸ ਨੂੰ ਬਾਈਪਾਸ ਕਰੀ ਜਾਂਦੇ ਹੈਗਾ। ਜੇ ਸਤ ਸੰਗਤ ਦੀ ਵੀ ਗੱਲ ਕੀਤੀ ਆ, ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖ। ਸਤ ਸੰਗਤ ਉਹ ਇੱਕ ਪਾਠਸ਼ਾਲਾ ਜਿੱਥੇ ਹਰੀ ਦੇ ਗੁਣ ਸਿਖਾਏ ਜਾਂਦੇ ਹੈਗੇ। ਅਸੀਂ ਉਸ ਅਕਾਲ ਪੁਰਖ ਦੇ ਗੁਣ ਸਿੱਖਣੇ ਆ, ਉਸਦੇ ਹੁਕਮ ਨੂੰ ਸਿੱਖਣਾ ਹੈ, ਉਸ ਨੂੰ ਸਮਝਣਾ ਹੈ, ਕਿਉਂਕਿ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ, ਸਪਸ਼ਟ ਸਾਨੂੰ ਗੁਰਬਾਣੀ ਸਿੱਖਿਆ ਦਿੰਦੀ ਹੈਗੀ ਆ। ਔਰ ਇੱਥੇ ਨਹੀਂ, ਜਿਸ ਤਰ੍ਹਾਂ ਸਾਇੰਸ ਵਿੱਚ ਖੋਜਣ ਦੀ ਗੱਲ ਕੀਤੀ ਗਈ ਆ, ਗੁਰਬਾਣੀ ਵਿੱਚ ਮਨ ਨੂੰ ਖੋਜਣ ਦੀ ਗੱਲ ਕੀਤੀ ਗਈ ਆ। ਇਸ ਮਨ ਕੋ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸੰਭਾਲਿਆ। ਇੱਥੇ ਨਹੀਂ, ਅਸੀਂ ਰਾਤ ਦੇ ਸਮੇਂ ਹਰ ਵਕਤ ਰੋਜ਼ ਦੋੜਾ ਪੜ੍ਹਦੇ ਹੈਗੇ ਆ, ਜੋ ਪ੍ਰਭ ਕੋ ਮਿਲਬੋ ਚਾਹੇ ਕੋ ਸ਼ਬਦ ਮਿਲੇ। ਹੁਣ ਅਸੀਂ ਕਿੰਨਾ ਕੁ ਅਮਲ ਕਰਦੇ ਹਾਂ? ਇੱਥੇ ਤੇ ਗੁਰੂ ਮਹਾਰਾਜ ਨੇ ਸਾਨੂੰ ਆਰਡਰ ਕੀਤਾ, ਫਿਜ਼ੀਕਲ ਆਰਡਰ ਕੀਤਾ, ਹੁਕਮ ਕੀਤਾ ਵਾ। ਜੇ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਸਾਨੂੰ ਜਿਹੜਾ ਹੈਗਾ ਵਾ ਕਿਸ ਤਰ੍ਹਾਂ ਰਸਤਾ ਪਤਾ ਲੱਗੇਗਾ ਅਸੀਂ ਕਿੱਧਰ ਜਾਣਾ ਹੈਗਾ ਵਾ। ਔਰ ਲੰਗਰ ਤਨ ਤੇ ਮਨ ਦੋਹਾਂ ਦਾ ਜ਼ਰੂਰੀ ਹੈਗਾ ਵਾ। ਅਸੀਂ ਸਿਰਫ ਤਨ ਦੇ ਲੰਗਰ ਤੱਕ ਸੀਮਤ ਰਹਿ ਗਏ ਹੈਗੇ ਆ। ਲੰਗਰ ਚੱਲਣੇ ਗੁਰ ਸ਼ੁਬਦ, ਹਰ ਤੋੜ ਨਾ ਆਵੇ ਖੱਟੀਏ। ਸਾਨੂੰ ਜਿਹੜਾ ਹੈਗਾ ਵਾ ਲੰਗਰ ਸ਼ਬਦ ਦਾ ਪ੍ਰੋਮੀਨੈਂਟ ਕਰਨਾ ਪੈਣਾ ਵਾ। ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੇ ਨਾਮ ਜਪਾਏ। ਗੁਰਬਾਣੀ ਤੇ ਹੁਕਮ ਨੂੰ ਖੁਦ ਸਮਝਣਾ ਵਾ ਔਰ ਦੂਸਰਿਆਂ ਨੂੰ ਸਮਝਾਉਣਾ ਹੈਗਾ ਵਾ, ਤਾਂ ਇਸੇ ਖੁਦ ਜਿਹੜਾ ਹੈਗਾ ਆਪ ਸਮਝ ਸਕਦੇ ਆ ਔਰ ਦੂਸਰਿਆਂ ਨੂੰ ਸਮਝਾ ਸਕਦੇ ਆ। ਜੇ ਖੁਦ ਹੀ ਗੁਰਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਤਾਂ ਅਸੀਂ ਦੂਸਰਿਆਂ ਨੂੰ ਵੀ ਸਮਝਾ ਨਹੀਂ ਸਕਦੇ। ਹਾਂ, ਸਾਂਝੇ ਕੇਂਦਰੀ ਤੌਰ ਤੇ ਅਸੀਂ ਲੰਗਰ ਤਿਆਰ ਕਰਦੇ ਆ, ਉਹ ਕਾਫੀ ਸਸਤੇ ਵੀ ਪੈਂਦੇ ਆ, ਸਫਾਈ ਵੀ ਹੁੰਦੀ ਹੈਗੀ ਆ, ਸਭ ਕੁਝ ਹੋ ਸਕਦਾ। ਲੇਕਿਨ ਜੋ ਅਸੀਂ ਅੱਜ ਨਗਰ ਕੀਰਤਨਾਂ 'ਚ ਸੜਕਾਂ ਤੇ ਲੰਗਰ ਰੋੜਨਾ ਸ਼ੁਰੂ ਕਰ ਦਿੱਤਾ ਹੈਗਾ ਵਾ, ਇਹਦੇ ਵਿੱਚ ਕੋਈ ਸਿਆਣਪ ਨਹੀਂ ਹੈ। ਅਸੀਂ ਆਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ, ਆਪਣੀ ਮਾਇਆ ਨੂੰ ਬਰਬਾਦ ਕਰ ਰਹੇ ਹਾਂ ਔਰ ਦੂਸਰਿਆਂ ਦੇ ਵਿੱਚ ਵੀ ਆਪਣੇ ਆਪ ਨੂੰ ਨੀਵਾਂ ਵਿਖਾ ਰਹੇ ਹੈਗੇ ਆ। ਇਸ ਕਰਕੇ ਲੋਕਾਂ ਨੂੰ ਆਪਣੀਆਂ ਖੁਦ ਨਿੱਜੀ ਸੰਸਥਾਵਾਂ, ਭਾਵੇਂ ਲੋਕਲ ਲੈਵਲ ਤੇ ਆ, ਕਲੈਕਟਰ ਲੈਵਲ ਤੇ, ਉਹ ਕਰਨੀਆਂ ਪੈਣੀਆਂ ਹੈਗੀਆਂ। ਕਿਉਂਕਿ ਜੇ ਗੁਰਦੁਆਰਿਆਂ ਔਰ SGPCL ਵੇਖਿਆ ਜਾਵੇ, ਉਹਨਾਂ ਦਾ ਰਵਾਇਤਾਂ ਵਾਲੀ ਧਿਆਨ ਹੈ। ਫੁੱਲ ਚੜਾ ਲਓ, ਲੱਖਾਂ ਕਰੋੜਾਂ ਦੇ ਪਟਾਕੇ ਚਲਾ ਲਓ, ਉਹ ਇੱਥੇ ਤੱਕ ਹੀ ਸੀਮਿਤ ਹੈ। ਜੇ ਉਹਨਾਂ ਕੋਲ ਆਸ ਰੱਖੋਗੇ ਤਾਂ ਕੁਝ ਨਹੀਂ ਹੋਣਾ। ਸਾਨੂੰ ਜਾਂ ਤੇ ਉਹਨਾਂ ਨੂੰ ਚੇਂਜ ਕਰਨਾ ਪੈਣਾ ਵਾ ਜਾਂ ਆਪਣੇ ਸਿਸਟਮ ਖੁਦ ਤਿਆਰ ਕਰਨੇ ਪੈਣੇ ਹੈਗੇ ਆ। ਪੰਚਾਇਤ ਤੌਰ ਤੇ ਸਾਂਝੇ ਹੋ ਸਕਦੇ ਆ, ਆਪਣੇ NGO ਬਣਾ ਲਓ ਜਾਂ ਹੋਰ ਕਿਸੇ ਤਰ੍ਹਾਂ ਦੇ ਕਾਰਜ ਬਣਾ ਲਓ ਔਰ ਇਸ ਦਸਵੰਧ ਨੂੰ ਉਸ ਪਾਸੇ ਵਰਤੋ। ਔਰ ਇਹ ਵੀ ਧਿਆਨ ਰੱਖਣਾ ਪੈਣਾ, ਰਾਜਨੀਤਿਕ ਦਬਾਅ ਹੇਠ ਜਿਹੜੀਆਂ ਵੀ ਸੰਸਥਾਵਾਂ ਚੱਲ ਰਹੀਆਂ, ਉਹਨਾਂ ਕੋਲ ਕਦੀ ਆਸ ਨਹੀਂ ਰੱਖ ਸਕਦੇ। ਹਰੇਕ ਨੇ ਆਪਣੇ ਦੇਸ਼, ਜਿਸ ਕੰਟਰੀ ਵਿੱਚ ਰਹਿ ਰਿਹਾ ਜਾਂ ਸਟੇਟ 'ਚ ਰਹਿ ਰਿਹਾ ਹੈਗਾ, ਆਪਣੇ ਪੱਧਰ ਤੇ ਆਪਣੇ ਕਾਰਜ ਆਰੰਭ ਕਰਨੇ ਪੈਣੇ ਹੈਗੇ ਆ। ਔਰ ਜਿੱਥੇ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਵਾਸਤੇ ਲੱਖਾਂ ਕਰੋੜਾਂ ਰੁਪਈਏ ਔਰ ਸਮਾਂ ਬਰਬਾਦ ਕਰਦੇ ਹੈਗੇ ਆ, ਇਹ ਸਮਾਂ ਵੀ ਔਰ ਜਿਹੜੀ ਮਾਇਆ ਵੀ ਹੈਗੀ ਆ ਗਿਆ, ਉਹ ਸਹੀ ਕਾਰਜਾਂ ਵਾਸਤੇ ਵਰਤ ਸਕਦੇ ਆ। ਅੱਜ ਸਾਨੂੰ ਆਪਣੇ ਇਤਿਹਾਸਕ ਸਥਾਨ ਤੇ ਇਤਿਹਾਸ ਨੂੰ ਸੰਭਾਲਣ ਦੀ ਬਹੁਤ ਲੋੜ ਹੈ, ਕਿਉਂਕਿ ਲਗਭਗ ਸਾਡਾ ਸਾਰਾ ਇਤਿਹਾਸ ਜਿਹੜਾ ਹੈਗਾ ਉਹ ਗਵਾ ਚੁੱਕਾ ਹੈਗਾ। ਹਰੇਕ ਸੰਸਥਾ ਨੂੰ ਆਪਣਾ ਭਵਿੱਖ ਦੀ ਯੋਜਨਾ ਬਣਾਉਣੀ ਵੀ ਜ਼ਰੂਰੀ ਹੈਗੀ ਆ ਔਰ ਉਹਨਾਂ ਦੇ ਵਿੱਚ ਬੱਚੇ, ਬੱਚੀਆਂ, ਨੌਜਵਾਨ, ਬਜ਼ੁਰਗਾਂ, ਬੀਬੀਆਂ, ਭੈਣਾਂ ਤੇ ਜਿਹੜੇ ਵੀ ਤਜਰਬਾਕਾਰ ਹੈਗਾ, ਉਹਨਾਂ ਦੀ ਰਾਏ ਲੈ ਕੇ ਲਗਾਤਾਰ ਇੰਪਰੂਵਮੈਂਟ ਕਰਨ ਦੀ ਲੋੜ ਹੈਗੀ ਆ। ਔਰ ਜਿਹੜੀਆਂ ਸਾਡੇ 'ਚ ਸਮਾਜਿਕ ਕੁਰੀਤੀਆਂ ਆ ਗਈਆਂ, ਫਜ਼ੂਲ ਖਰਚੇ ਵਿਆਹਾਂ ਤੇ ਜਾਂ ਹੋਰ ਤਿਉਹਾਰਾਂ ਤੇ ਜਾਂ ਗੁਰਪੁਰਬਾਂ ਤੇ ਅਸੀਂ ਖਰਚਦੇ ਹੈਗੇ ਆ, ਉਹਨਾਂ ਵਾਸਤੇ ਲਗਾਤਾਰ ਲੋਕਾਂ ਨੂੰ ਪ੍ਰੇਰਨਾ ਕਰਨੀ ਪੈਣੀ ਆ, ਤਾਂ ਹੀ ਲੋਕੀ ਜਿਹੜੇ ਹੈਗੇ ਸਹੀ ਦਿਸ਼ਾ ਵੱਲ ਜਾ ਸਕਦੇ ਹੈਗੇ ਆ। ਔਰ ਹਰੇਕ ਪਿੰਡ, ਸ਼ਹਿਰ ਨੇ
ਆਪਣੇ ਪੱਧਰ ਤੇ ਯੋਜਨਾ ਵੀ ਬਣਾਉਣੀ ਹੈਗੀ ਆ, ਸੰਸਥਾ ਵੀ ਬਣਾਉਣੀ ਹੈਗੀ ਆ, ਔਰ ਉਹ ਸਭ ਕੁਝ ਕਾਰਜ ਕਰਨੇ ਹੈਗੇ ਆ, ਤਾਂ ਜਿਹੜਾ ਹੈਗਾ ਅਸੀਂ ਕੁਝ ਕਰ ਸਕਦੇ ਹਾਂ। ਔਰ ਗੁਰਬਾਣੀ ਸਾਨੂੰ ਸਪਸ਼ਟ ਸਿੱਖਿਆ ਦਿੰਦੀ ਹੈਗੀ ਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਕਰਕੇ ਸਾਨੂੰ ਲੋੜ ਹੈ ਅਸੀਂ ਗੁਰੂ ਦੀ ਮੱਤ ਦੇ ਅਨੁਸਾਰ ਚੱਲੀਏ ਤਾਂ ਜੀਵਨ ਦੀ ਸਹੀ ਦਿਸ਼ਾ ਲਈਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੂਰੀ ਪ੍ਰੈਜੈਂਟੇਸ਼ਨ ਦਿਖਾ ਕੇ ਤੇ ਫਿਰ ਜਿਹੜੀ ਗੱਲਬਾਤ ਆ ਸਾਰੀ ਗੁਰਬਾਣੀ ਅਨੁਸਾਰ ਸਮਝਾਈ ਹੈ, ਔਰ ਹਰ ਚੀਜ਼ ਨੂੰ ਤੁਸੀਂ ਕਵਰ ਕੀਤਾ ਹੈ। ਦੁਨਿਆਵੀ ਸਿੱਖਿਆ, ਗੁਰਮਤਿ ਦੀ ਸਿੱਖਿਆ, ਸਾਨੂੰ ਕਿਸ ਤਰ੍ਹਾਂ ਆਪਣੇ ਕਾਲਜ, ਲਾਇਬ੍ਰੇਰੀਆਂ, ਯੂਨੀਵਰਸਿਟੀਆਂ ਕਿਸ ਤਰ੍ਹਾਂ ਸਾਨੂੰ ਆਪਣੇ ਜਿਹੜੇ ਨੇ ਉਹ ਤਿਆਰ ਕਰਨੇ ਚਾਹੀਦੇ ਨੇ। ਬਹੁਤ ਵਧੀਆ। ਤੁਸੀਂ ਜਿਵੇਂ ਇੱਕ ਡਾਟਾ ਮੈਪ ਖੇਤੀਬਾੜੀ ਵਾਲੇ ਵੀ ਦੱਸਿਆ ਹੈ ਕਿ ਉਹਦੇ ਲਈ ਵੀ ਸਾਨੂੰ ਇੱਕ ਡਾਟਾਬੇਸ ਜਿਹੜਾ ਤਿਆਰ ਕਰਨਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਆਪ ਜੀ ਤੋਂ ਬਾਅਦ ਸਾਡੇ ਨੈਕਸਟ ਸਪੀਕਰ ਜਿਨ੍ਹਾਂ ਨੇ ਰਜਿਸਟਰ ਕੀਤਾ ਸੀ, ਸਾਡੇ ਵੀਰ ਕਰਨਲ ਮਨਮੋਹਨ ਸਿੰਘ ਵੀਰਮ ਜੀ। ਹਾਂਜੀ ਹਾਂਜੀ, ਵੀਰ ਮਨਮੋਹਨ ਸਿੰਘ ਜੀ, ਪਲੀਜ਼ ਆਪਣੇ ਵਿਚਾਰ ਰੱਖੋ ਜੀ। ਹਾਂ, ਨਹੀਂ ਮੈਂ ਬੀਬੀ ਜੀ ਹੁਣੇ ਤੁਹਾਡੇ ਕਹੇ ਦੇ ਉੱਤੇ ਤੁਸੀਂ ਮੈਨੂੰ ਪਰਸਨਲੀ ਕਿਹਾ ਸੀ, ਮੈਂ ਜੁਆਇਨ ਕੀਤਾ। ਮੈਨੂੰ ਪਤਾ ਹੀ ਨਹੀਂ ਟੌਪਿਕ ਕੀ ਹੈ। ਮੈਂ ਬੋਲਾਂਗਾ, ਜੀ ਮੈਨੂੰ ਥੋੜਾ ਜਿਹਾ ਸਮਝਾ ਦਿਓ ਕਿ ਟੌਪਿਕ ਕੀ ਹੈ, ਔਰ ਇੱਕ ਦੋ ਬੁਲਾਰਿਆਂ ਨੂੰ ਹੋਰ ਬੋਲਣ ਦਿਓ, ਫਿਰ ਮੈਂ ਆਪਣੇ ਪੁਆਇੰਟ ਦੇ ਦਿਆਂਗਾ। ਭੈਣ ਜੀ ਠੀਕ ਹੈ ਵੀਰ ਜੀ, ਕਿਉਂਕਿ ਤੁਸੀਂ ਰਜਿਸਟਰ ਕੀਤਾ ਸੀ ਸਿੱਖ ਸੰਸਥਾਵਾਂ ਦੇ ਵਿੱਚ ਦਸਵੰਧ ਦੀ ਜਿਹੜੀ ਸਹੀ ਵਰਤੋਂ ਕਿਵੇਂ ਕੀਤੀ ਜਾਵੇ, ਸਵੇਰ ਵਾਲਾ ਹੀ ਟੌਪਿਕ ਆ। ਕੋਈ ਨਹੀਂ, ਅਸੀਂ ਹੋਰ ਬੁਲਾਰੇ ਲੈਣੇ, ਉਹਨਾਂ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਰੱਖ ਹਾਂ, ਮੈਂ ਸਕਦੇ। ਫਿਰ ਨੈਕਸਟ ਬੋਲ ਦਿਆਂਗਾ ਉਸ ਤੋਂ ਬਾਅਦ। ਥੈਂਕ ਠੀਕ ਯੂ। ਹੈ, ਠੀਕ ਹੈ ਜੀ। ਹਾਂਜੀ, ਆਪ ਜੀ ਤੋਂ ਬਾਅਦ ਸਾਡੇ ਭੈਣ ਜੀ ਮਨਪ੍ਰੀਤ ਕੌਰ ਜੀ, ਪਲੀਜ਼ ਜੇ ਹਾਜ਼ਰ ਨੇ ਤਾਂ ਜ਼ਰੂਰ ਆਪਣੇ ਵਿਚਾਰ ਰੱਖਣ। ਭੈਣ ਮਨਪ੍ਰੀਤ ਕੌਰ ਜੀ। ਹਾਂਜੀ ਮਨਪ੍ਰੀਤ ਕੌਰ ਭੈਣ ਜੀ, ਪਲੀਜ਼ ਜੇ ਤੁਸੀਂ ਹੋ ਤਾਂ ਆਪਣੇ ਵਿਚਾਰ ਸਾਂਝੇ ਕਰੋ। ਵੀਰ ਗੁਰਵਿੰਦਰਪਾਲ ਸਿੰਘ ਜੀ, ਤੁਸੀਂ ਵੀ ਰਜਿਸਟਰ ਕੀਤਾ ਸੀ। ਵੀਰ ਗੁਰਵਿੰਦਰਪਾਲ ਸਿੰਘ ਜੀ, ਵੀਰ ਜਤਿੰਦਰਪਾਲ ਸਿੰਘ ਜੀ, ਪਲੀਜ਼ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਹੈਗੇ ਨੇ ਤਾਂ ਆਪਣੇ ਵਿਚਾਰ ਸਾਂਝੇ ਕਰੋ। ਠੀਕ ਹੈ ਜੀ, ਨਹੀਂ ਤਾਂ ਸਾਡੇ ਵਿੱਚ ਗਿਆਨੀ ਗੁਰਮੁਖ ਸਿੰਘ ਜੀ ਵੀ ਬੈਠੇ ਨੇ। ਇਹਨਾਂ ਦਾ ਵੀ ਜਿਹੜਾ ਬੜਾ ਤਜਰਬਾ ਹੈ ਗੁਰਬਾਣੀ ਦੇ ਆਧਾਰ ਤੇ ਉਸ ਤਰ੍ਹਾਂ ਵੀ ਕਿਤਾਬਾਂ ਵੀ ਲਿਖਦੇ ਨੇ। ਸੋ ਮੈਂ ਗਿਆਨੀ ਗੁਰਮੁਖ ਸਿੰਘ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨ। ਹਾਂਜੀ, ਗਿਆਨੀ ਗੁਰਮੁਖ ਸਿੰਘ ਜੀ, ਵੀਰ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਫੀ ਟਾਈਮ ਬਾਅਦ ਮੌਕਾ ਮਿਲਿਆ ਹਾਜ਼ਰੀ ਭਰਨ ਦਾ। ਬਹੁਤ ਵਧੀਆ ਸਬਜੈਕਟ ਚੱਲ ਰਹੇ ਸਨ। ਡਾਕਟਰ ਹਰਵਿੰਦਰ ਸਿੰਘ ਹੋਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਬਜੈਕਟ ਨਿਭਾ ਰਹੇ ਸੀ। ਬਸ ਮੈਂ ਤੇ ਬਹੁਤਾ ਨਹੀਂ ਗੱਲ ਕਰਾਂਗਾ, ਸਿਰਫ ਇੱਕ ਹੀ ਗੱਲ ਕਹਿਣੀ ਆ ਕਿ ਜਿੰਨੀ ਦੇਰ ਤੱਕ ਪੁਰਾਤਨ ਤੌਰ ਦੇ ਉੱਤੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰਦੁਆਰਿਆਂ ਦਾ ਪ੍ਰਬੰਧਕ ਖੇਤਰ ਸਿਧਾਂਤਕ ਤੌਰ ਦੇ ਉੱਤੇ ਚੱਲਿਆ ਸੀ, ਜਿੰਨੀ ਦੇਰ ਤੱਕ ਅਸੀਂ ਉਹ ਨਹੀਂ ਚਲਾਉਂਦੇ ਉਨੀ ਦੇਰ ਤੱਕ ਸਾਡਾ ਕੋਈ ਵੀ ਸਬਜੈਕਟ ਸਾਡਾ ਸੰਪੂਰਨ ਨਹੀਂ ਹੋ ਸਕਣਾ। ਉਹਦੇ ਵਿੱਚ ਕਈ ਸਬਜੈਕਟ ਆਉਂਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੰਗਤ ਤੇ ਪੰਗਤ ਦੀ ਸ਼ੁਰੂਆਤ ਕੀਤੀ ਸੀ, ਨਾਲ ਉਹ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣ ਦਾ ਸਿਧਾਂਤ। ਉਸ ਤੋਂ ਇਲਾਵਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਵੇਂ ਗੁਰਮੁਖੀ ਲਿਪੀ ਦੀ ਗੱਲ ਕੀਤੀ ਸੀ, ਔਰ ਉਹਦੇ ਨਾਲ ਨਾਲ ਮੱਲ ਅਖਾੜਿਆਂ ਦਾ ਸਿਧਾਂਤ ਤੌਰ ਦੇ ਉੱਤੇ ਸ਼ੁਰੂਆਤ ਕੀਤੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਵੇਂ ਬੌਲੀ ਤਿਆਰ ਕਰਵਾਉਣਾ, ਨਾਲ ਹੀ ਉਹਨਾਂ ਨੇ ਉਸ ਤੋਂ ਅੱਗੇ ਜਿਵੇਂ ਪਰਦੇ ਦੀ ਪ੍ਰਥਾ ਜਾਂ ਹੋਰ ਇਤਿਹਾਸਕ ਜਿਵੇਂ ਜਾਤ ਪਾਤ ਨੂੰ ਛੱਡਣ ਵਾਸਤੇ ਸਾਰੇ ਪ੍ਰਕਰਣ ਕੀਤੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਜਾਂ ਸ਼ਹਿਰ ਵਸਾਉਣ ਦੀ ਗੱਲ ਕੀਤੀ, ਕਿੱਤਾਕਾਰਾਂ ਨੂੰ ਲਿਆਉਣ ਦੀ ਗੱਲ ਕੀਤੀ, ਮਸੰਦ ਪ੍ਰਥਾ ਦੀ ਗੱਲ ਕੀਤੀ। ਉਹਨੂੰ ਸਿਸਟਮੈਟਿਕਲ, ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 52 ਪੀੜੇ ਤੇ 22 ਮੰਜੀਆਂ ਥਾਪੀਆਂ ਸੀ, ਉਹਨਾਂ ਤੋਂ ਛੋਟੋ ਫਿਰ ਮਸੰਦ ਸਿਸਟਮ ਸ਼ੁਰੂ ਕੀਤਾ ਸੀ। ਜਿਵੇਂ ਪੰਜਵੇਂ ਪਾਤਸ਼ਾਹ ਨੇ ਫਿਰ ਉਹਦੇ ਵਿੱਚ ਜਦੋਂ ਲਾਹੌਰ ਦੀ ਧਰਤੀ ਦੇ ਉੱਤੇ ਗਏ ਸੀ, ਕੋੜੀ ਘਰ, ਉੱਥੇ ਕੋੜੀਆਂ ਦਾ ਉਹਨਾਂ ਨੇ ਇਲਾਜ ਕੀਤਾ, ਤੇ ਫਿਰ ਲਾਹੌਰ ਤੋਂ ਆਣ ਕੇ ਫਿਰ ਤਰਨ ਤਾਰਨ ਦੀ ਧਰਤੀ ਉੱਤੇ ਕੋੜੀ ਘਰ ਉਹਨਾਂ ਨੇ ਪਹਿਲਾ ਦੁਨੀਆ ਦਾ ਕੋੜੀ ਘਰ ਖੋਲਿਆ ਸੀ। ਉਹ ਸਿਧਾਂਤਕ ਤੌਰ ਦੇ ਉੱਤੇ ਦਸਵੰਧ ਨੂੰ ਸਹੀ ਰੂਪ ਰੇਖਾ ਦਿੰਦੇ ਪਏ ਸਨ, ਇੱਕ ਗੁਰਦੁਆਰੇ ਨੂੰ ਇੱਕ ਸਿਸਟਮੈਟਿਕਲ ਤੌਰ ਦੇ ਉੱਤੇ ਤੋਰਨ ਦੇ ਵਾਸਤੇ। ਫਿਰ ਜਿਹੜੀ ਛੇਵੇਂ ਪਾਤਸ਼ਾਹ ਵੇਲੇ ਜਿਹੜੇ ਜਦੋਂ 5 ਤਖਤ ਸੀ,
ਉਹਨਾਂ ਨੇ ਮੁਗਲਾਂ ਦੇ 5 ਤਖਤਾਂ ਦੇ ਬਰਾਬਰ ਉਤੋਂ 6ਵਾਂ ਤੱਕ ਗੁਰੂ ਪਾਤਸ਼ਾਹ ਨੇ ਅਕਾਲ ਤਖਤ ਸਾਰਿਆਂ ਤਖਤਾਂ ਉੱਚਾ ਤਖਤ ਬਣਾਇਆ। ਉਹਦੇ ਨਾਲ ਹੀ ਸੱਚੇ ਪਾਤਸ਼ਾਹ ਨੇ ਇੱਥੇ ਜਿਹੜੇ ਮੱਲ ਅਖਾੜਿਆਂ ਦੇ ਵਿੱਚ ਤਿਆਰ ਕੀਤੇ ਸੀ ਉਹ ਸੂਰਬੀਰ ਫਿਰ ਇਹਨਾਂ ਦੇ ਨਾਲ ਉਸ ਟਾਈਮ ਤੋਂ ਲੈ ਕੇ ਫਿਰ 6ਵੇਂ ਪਾਤਸ਼ਾਹ ਦੇ ਨਾਲ ਆਣ ਕੇ ਉਹ ਖੜੇ। ਫਿਰ 7ਵੇਂ ਪਾਤਸ਼ਾਹ ਨੇ ਵੀ ਉਹੀ ਜਿਹੜਾ ਗੁਰਦੁਆਰਿਆਂ ਦੇ ਵਿੱਚ ਦਸਵੰਧ ਦੇ ਨਾਲ ਹੀ ਜਿੱਦਾਂ ਜਿਵੇਂ ਕੋੜੀ ਘਰ ਤੋਂ ਅੱਗੇ ਫਿਰ 7ਵੇਂ ਪਾਤਸ਼ਾਹ ਨੇ ਉੱਥੇ ਬਾਗ ਵੀ ਲਾਏ, ਨਾਲ ਹੀ ਉੱਥੇ ਜਾਨੀ ਕਿ ਦਵਾਖਾਨੇ ਵੀ ਸ਼ੁਰੂ ਕੀਤੇ। ਇਸ ਤਰੀਕੇ ਨਾਲ ਸਾਰੇ ਜਿੰਨੀ ਦੇਰ ਤੱਕ ਅਸੀਂ ਸ਼ੁਰੂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰਦੁਆਰੇ ਦੇ ਸਿਸਟਮੈਟਿਕਲ ਢੰਗ ਨੂੰ ਅਸੀਂ ਗੁਰਮਤਿ ਦੇ ਅਨੁਸਾਰ ਨਹੀਂ ਤੋਰਦੇ, ਉਨੀ ਦੇਰ ਤੱਕ ਗੁਰਦੁਆਰਾ ਦਸਵੰਧ ਦਾ ਨਹੀਂ ਰੂਪ ਲੈ ਸਕਦੀ। ਮੇਰੀ ਇੱਕ ਛੋਟੀ ਜਿਹੀ ਬੇਨਤੀ ਕੀਤੀ ਬਸ, ਅੱਗੇ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਤੁਸੀਂ ਗੁਰੂ ਪਾਤਸ਼ਾਹ ਮਹਾਰਾਜ ਦੇ ਉਹਨਾਂ ਦੀ ਹਿਸਟਰੀ ਕਿਵੇਂ ਸ਼ੁਰੂ ਹੋਇਆ, ਸਾਡੀ ਇਹ ਪਰੰਪਰਾ ਤੇ ਕਿਸ ਤਰ੍ਹਾਂ ਸਾਨੂੰ ਇਹਨੂੰ ਦੁਬਾਰਾ ਜਿਹੜਾ ਹੈ ਉਹ ਲਾਗੂ ਕਰਨਾ ਚਾਹੀਦਾ ਹੈ, ਉਹਦੇ ਬਾਰੇ ਤੁਸੀਂ ਵਿਚਾਰ ਰੱਖੇ ਨੇ। ਬਹੁਤ ਧੰਨਵਾਦ ਆਪ ਜੀ ਦਾ। ਹਾਂਜੀ, ਹੁਣ ਸਾਡਾ ਸਮਾਂ ਜਿਹੜਾ ਹੈ ਤਕਰੀਬਨ 1 ਘੰਟੇ ਤੋਂ ਉੱਪਰ ਜਿਹੜਾ ਹੈ ਉਹ ਹੋ ਗਿਆ ਹੈ, ਤੇ ਕਿਉਂਕਿ ਹੋਰ ਰਜਿਸਟਰਡ ਸਪੀਕਰਸ, ਮੈਂ ਇੱਕ ਵਾਰੀ ਫਿਰ ਨਾਮ ਲਵਾਂਗੀ, ਜੇ ਉਹਨਾਂ ਦੇ ਵਿੱਚੋਂ ਕੋਈ ਵੀ ਸਾਡੇ ਸਪੀਕਰ ਜਿਨ੍ਹਾਂ ਨੇ ਰਜਿਸਟਰ ਕੀਤਾ ਸੀ ਉਹ ਹਾਜ਼ਰ ਨੇ ਤਾਂ ਉਹ ਜ਼ਰੂਰ ਆਪਣੇ ਵਿਚਾਰ ਰੱਖਣ, ਨਹੀਂ ਤਾਂ ਫਿਰ ਅਸੀਂ ਜਿਹੜਾ ਫੋਰਮ ਆ ਉਹਨੂੰ ਓਪਨ ਕਰ ਦਿਆਂਗੇ। ਵੀਰ ਜਤਿੰਦਰਪਾਲ ਸਿੰਘ ਜੀ, ਵੀਰ ਗੁਰਵਿੰਦਰਪਾਲ ਸਿੰਘ ਜੀ ਜਾਂ ਭੈਣ ਮਨਪ੍ਰੀਤ ਕੌਰ ਜੀ, ਆਪ ਜੀ ਵਿੱਚੋਂ ਕੋਈ ਵੀ ਇੱਥੇ ਹਾਜ਼ਰ ਹੈ ਤਾਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ, ਨਹੀਂ ਤਾਂ ਅਸੀਂ ਫਿਰ ਫੋਰਮ ਓਪਨ ਕਰ ਦਾਂਗੇ। ਜੇ ਵਿੱਚ ਤੁਸੀਂ ਆ ਜਾਂਦੇ ਨੇ ਤਾਂ ਫਿਰ ਅਸੀਂ ਜ਼ਰੂਰ ਉਹਨਾਂ ਨੂੰ ਟਾਈਮ ਦੇਵਾਂਗੇ। ਕੋਈ ਵੀ ਭੈਣ ਭਰਾ, ਹਾਂਜੀ, ਸਭ ਤੋਂ ਪਹਿਲਾਂ ਵੀਰ ਲਾਲ ਸਿੰਘ ਜੀ, ਉਹਨਾਂ ਨੇ ਹੈਂਡ ਰੇਜ਼ ਕੀਤਾ ਹੈ ਜੀ। ਵੀਰ ਜੀ ਪਲੀਜ਼ ਵਿਚਾਰ ਰੱਖੋ ਜੀ। ਹਾਂਜੀ ਵੀਰ ਜੀ, ਅਨਮਿਊਟ ਕਰੋ। ਵੀਰ ਲਾਲ ਸਿੰਘ ਜੀ ਪਲੀਜ਼ ਅਨਮਿਊਟ ਕਰੋ ਜੀ। ਵੀਰ ਕਰਮਜੀਤ ਸਿੰਘ ਨੂਰ ਜੀ ਪਲੀਜ਼ ਤੁਸੀਂ ਵਿਚਾਰ ਰੱਖ ਲਓ ਨਹੀਂ ਦੇਰ ਤੱਕ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਅੱਜ ਸਵੇਰ ਵਾਲਾ ਜਿਹੜਾ ਸੈਸ਼ਨ ਸੀ, ਪਹਿਲਾ ਸੈਸ਼ਨ ਤੇ ਦੂਸਰਾ ਸੈਸ਼ਨ, ਦੋਨਾਂ ਦੇ ਸੰਬੰਧ ਵਿੱਚ 2-4 ਪੁਆਇੰਟਸ ਮੈਂ ਸਾਂਝੇ ਕਰਨੇ ਚਾਹਾਂਗਾ। ਕਿ ਸਭ ਤੋਂ ਪਹਿਲਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਹ 3 ਸੁਨਹਿਰੀ ਅਸੂਲ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੇ, ਤੇ ਇਹ ਤਿੰਨੇ ਅਸੂਲ ਸਾਡੇ ਗੁਰੂ ਘਰਾਂ ਵਿੱਚੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੇ ਜਾਣੇ ਬਣਦੇ ਸੀਗੇ। ਅੱਜ ਸਾਡੀ ਜਿਹੜੀ ਕਿਰਤ ਹੈ ਉਹ ਕਰਪਸ਼ਨ ਬਣ ਗਈ ਹੈ, ਕਿਉਂਕਿ ਕਿਰਤ ਜਿਹੜੀ ਹੈ, ਜੇ ਪਦਾਰਥਵਾਦ ਦੀ ਦੌੜ ਵਿੱਚ ਵੱਧ ਨਫਾ 5 ਜਾਂ 10% ਦੀ ਥਾਂ ਤੇ 50 ਜਾਂ 100% ਕਮਾਉਣਾ, ਇਹ ਕਿਰਤ ਨਹੀਂ, ਕਰਪਸ਼ਨ ਹੋ ਸਕਦੀ ਹੈ। ਤੋ ਕਿਰਤ ਕਰਨੀ ਜਿਹੜੀ ਹੈ, ਤੇ ਉਸ ਤੋਂ ਬਾਅਦ ਹੈ ਨਾਮ ਜਪਣਾ ਤੇ ਵੰਡ ਛਕਣਾ। ਸੁੱਚੀ ਕਿਰਤ ਦੇ ਨਫੇ ਨੂੰ ਵੰਡ ਕੇ ਛਕਣਾ, ਇਹ ਇਸ ਕਿਰਤ ਦਾ ਜਿਹੜਾ ਅਰਥ ਹੈ। ਫਿਰ ਅੱਗੇ ਆਉਂਦਾ ਜੀ ਨਾਮ ਜਪਣਾ। ਨਾਮ ਜਪਣਾ ਤੇ ਉਹਨੂੰ ਵੀ ਵੰਡ ਕੇ ਛਕਣਾ, ਇਹਦਾ ਭਾਵ ਹੈ ਵੀ ਆਪ ਜਪੋ ਅਵਰਾ ਨਾਮ ਜਪਾਵੋ। ਤੋ ਇਹ ਜਿਹੜੀ ਚੀਜ਼ ਹੈ, ਇਹ ਸਾਡੇ ਗੁਰੂ ਘਰਾਂ ਵਿੱਚੋਂ ਮਾਈਨਸ ਹੋ ਰਹੀ ਹੈ। ਅੱਜ ਸਾਡੇ ਵਿੱਚ ਹਉਮੈ ਦਾ ਬਹੁਤ ਵੱਡਾ ਬੋਲਬਾਲਾ ਹੈ, ਜਿਸ ਕਾਰਨ ਪਦਾਰਥਵਾਦ ਦੀ ਦੌੜ ਅਤੇ ਦਿਖਾਵੇ ਦਾ ਜ਼ੋਰ ਹੈ। ਹਉਮੈ ਹੀ ਸਾਰੀਆਂ ਬਿਮਾਰੀਆਂ ਦੀ ਮਾਂ ਅਤੇ ਪੁਆੜੇ ਦੀ ਜੜ੍ਹ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਜਿਹੜਾ ਗੁਰੂ ਦਾ ਹੁਕਮ ਹੈ ਉਹ ਅਸੀਂ ਬੁੱਝਿਆ ਨਹੀਂ, ਇਸ ਕਰਕੇ ਅਸੀਂ ਹਉਮੈ ਦੇ ਵਿੱਚ ਵਿਚਰ ਰਹੇ ਹਾਂ। ਅੱਜ ਕੱਲ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਵੀ ਪੈਸੇ ਦੇ ਜ਼ੋਰ ਤੇ ਲਈਆਂ ਜਾਂਦੀਆਂ ਨੇ, ਔਰ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਗੁਰੂ ਘਰਾਂ ਦੇ ਵਿੱਚ ਪ੍ਰਚਾਰਨ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ
ਸਰਵ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੀ ਸਿੱਖ ਕੌਮ ਵਿੱਚ ਇਕਸਾਰਤਾ ਤੇ ਇਕਸੁਰਤਾ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਹੋ ਸਕਦਾ ਹੈ। ਤੋ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਸਿੱਖੀ ਵੱਲ ਮੋੜਨ ਦੀ ਹੈ। ਸਾਡੇ ਗੁਰਮਤ ਦੇ ਸਕੂਲ ਜਿਹੜੇ ਹਰ ਗੁਰੂ ਘਰ ਦੇ ਨਾਲ ਹੋਣੇ ਚਾਹੀਦੇ ਸੀ, ਉਹ ਨਹੀਂ ਹੈ। ਸਾਡੀ ਜਿਹੜੀ ਐਜੂਕੇਸ਼ਨ ਹੈ, ਉਹ ਜਿਹੜਾ ਸਾਡਾ ਸਿਲੇਬਸ ਹੈ, ਉਹਦੇ ਵਿੱਚ ਗੁਰਮਤ ਕਿਧਰੇ ਨਜ਼ਰ ਨਹੀਂ ਆਉਂਦੀ। ਜਦੋਂ ਅਸੀਂ ਪੜ੍ਹਦੇ ਸੀ, ਸਾਡੇ ਵੇਲੇ ਸਰਕਾਰੀ ਸਕੂਲਾਂ ਦੇ ਸਿਲੇਬਸ ਵਿੱਚ ਵੀ ਗੁਰਮਤ, ਗੁਰਬਾਣੀ, ਗੁਰ ਇਤਿਹਾਸ, ਬਾਬਾ ਫਰੀਦ, ਬਾਬਾ ਭਗਤ ਕਬੀਰ ਜੀ, ਗੁਰੂ ਨਾਨਕ ਦੇਵ ਜੀ, ਧਨੀ ਰਾਮ ਚਾਤਰਿਕ, ਬਾਬਾ ਬੁੱਲੇ ਸ਼ਾਹ, ਪ੍ਰੋਫੈਸਰ ਮੋਹਨ ਸਿੰਘ ਆਦਿ ਉਹਨਾਂ ਦੀਆਂ ਰਚਨਾਵਾਂ ਪੜ੍ਹਾਈਆਂ ਜਾਂਦੀਆਂ ਸੀ। ਇਹ ਸਰਕਾਰੀ ਸਕੂਲਾਂ 'ਚ ਵੀ ਪੜ੍ਹਾਈਆਂ ਜਾਂਦੀਆਂ ਸੀ। ਨੈਤਿਕ ਕਦਰਾਂ ਕੀਮਤਾਂ ਅੱਜ ਦੇ ਸਿਲੇਬਸ ਵਿੱਚੋਂ ਮੰਫੀ ਹੋ ਗਈ। ਸਿੱਖ ਰਹਿਤ ਮਰਿਆਦਾ, ਗੁਰਮਤ, ਗੁਰਬਾਣੀ, ਗੁਰਮਤ ਕਵਿਤਾ, ਸਿੱਖ ਇਤਿਹਾਸ, ਗੁਰ ਇਤਿਹਾਸ ਸਿਲੇਬਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਘੱਟੋ ਘੱਟ SGPC, ਦਿੱਲੀ ਕਮੇਟੀ ਅਤੇ ਗੁਰੂ ਸਾਹਿਬਾਨ ਦੇ ਨਾਮ ਤੇ ਚੱਲ ਰਹੇ ਸਕੂਲਾਂ ਵਿੱਚ ਇਹ ਸਹਿਜੇ ਹੀ ਸੰਭਵ ਹੋ ਸਕਦਾ ਹੈ, ਕਿਉਂਕਿ ਆਪਾਂ ਇੱਕ ਵੱਖਰਾ ਸਿਲੇਬਸ ਵੀ ਨਾਲ ਐਡ ਕਰ ਸਕਦੇ ਹਾਂ। ਸਾਰੇ ਗੁਰਦੁਆਰੇ ਇਤਿਹਾਸਕ ਜਾਂ ਸਿੰਘ ਸਭਾ ਦੇ ਨਾਲ ਇੱਕ ਫ੍ਰੀ ਡਿਸਪੈਂਸਰੀ, ਇੱਕ ਲਾਇਬ੍ਰੇਰੀ ਅਤੇ ਇੱਕ ਫ੍ਰੀ ਪ੍ਰਾਇਮਰੀ ਸਕੂਲ ਲਾਜ਼ਮੀ ਕੀਤਾ ਜਾਣਾ ਚਾਹੀਦਾ, ਜਿਨ੍ਹਾਂ ਵਿੱਚ ਪ੍ਰਮਾਣਿਤ ਸਿਲੇਬਸ ਦੇ ਨਾਲ ਨਾਲ ਗੁਰਮਤ ਨੂੰ ਵੀ ਉਸ ਦਾ ਵੀ ਸਿਲੇਬਸ ਜਿਹੜਾ ਪੂਰਾ ਉਹਦੇ ਵਿੱਚ ਪੜ੍ਹਾਇਆ ਜਾਵੇ। ਜਾਤਾਂ ਪਾਤਾਂ ਤੇ ਆਧਾਰਿਤ ਗੁਰਦੁਆਰੇ ਬਣਾਉਣ ਦੀ ਪ੍ਰਥਾ ਬੰਦ ਕਰਵਾ ਕੇ ਸਿੱਖ ਸੰਗਤ ਦੇ ਹਿਸਾਬ ਨਾਲ ਇੱਕ ਪਿੰਡ ਜਾਂ ਇੱਕ ਮੁਹੱਲੇ ਵਿੱਚ ਇੱਕ ਗੁਰੂ ਘਰ ਹੋਣਾ ਚਾਹੀਦਾ। ਬਾਕੀ ਇਮਾਰਤਾਂ ਨੂੰ ਪਿੰਡ ਦੀ ਸਹੂਲਤ ਅਨੁਸਾਰ ਉੱਥੇ ਕੋਈ ਕਮਿਊਨਿਟੀ ਸੈਂਟਰ, ਫ੍ਰੀ ਡਿਸਪੈਂਸਰੀ ਜਾਂ ਗੁਰਮਤ ਸਕੂਲ ਖੋਲ੍ਹਿਆ ਜਾ ਸਕਦਾ ਹੈ। ਸਿੱਖ ਰਹਿਤ ਮਰਿਆਦਾ ਦੀ ਮੈਂ ਗੱਲ ਕੀਤੀ ਹੈ, ਉਸ ਨੂੰ ਬਹੁਤ ਮਿਹਨਤ ਨਾਲ ਬਹੁਤ ਸਾਰੇ ਵਿਦਵਾਨਾਂ ਨੇ 15 ਸਾਲ ਲਗਾ ਕੇ ਉਹ ਸਿੱਖ ਰਹਿਤ ਮਰਿਆਦਾ ਬਣਾਈ ਸੀ, ਜਿਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਪ੍ਰੋਪਰਲੀ। ਸੱਚੇ ਸੁੱਚੇ ਹੁੰਦੇ ਜੇ ਸਿੱਖੀ ਦੇ ਆਗੂ, ਸਿੱਖ ਰਹਿਤ ਮਰਿਆਦਾ ਨੂੰ ਜੇ ਕਰਦੇ ਲਾਗੂ। ਸੱਚੇ ਸੁੱਚੇ ਹੁੰਦੇ ਜੇ ਸਿੱਖੀ ਦੇ ਆਗੂ, ਸਿੱਖ ਰਹਿਤ ਮਰਿਆਦਾ ਨੂੰ ਜੇ ਕਰਦੇ ਲਾਗੂ। ਵੱਖੋ ਵੱਖਰੀ ਥਾਂ ਥਾਂ ਕੋਈ ਦੁਕਾਨ ਨਾ ਖੁੱਲਦੀ, ਫੇਰ ਵੇਖਦੇ ਸਿੱਖੀ ਕਿੱਦਾਂ ਫਲਦੀ ਫੁੱਲਦੀ। ਤੋ ਇਹ ਅੱਜ ਵੀ ਓਨਾ ਹੀ ਜ਼ਰੂਰੀ ਹੈ ਕਿ ਸਿੱਖ ਰਹਿਤ ਮਰਿਆਦਾ ਆਪਾਂ ਪ੍ਰੋਪਰਲੀ ਸਾਰੇ ਗੁਰੂ ਘਰਾਂ ਵਿੱਚ ਇਕਸਾਰ ਲਾਗੂ ਕਰਵਾਈਏ, ਤਾਂ ਕਿ ਸਿੱਖੀ ਦੇ ਵਿੱਚ ਇਕਸਾਰਤਾ ਹੋ ਸਕੇ। ਇਹ ਵੱਖੋ ਵੱਖ ਜਿਹੜੇ ਦੁਕਾਨਾਂ ਖੁੱਲ ਗਈਆਂ, ਡੇਰੇ ਖੁੱਲ ਗਏ, ਇਹ ਸਾਰਾ ਕੁਝ ਜਿਹੜਾ ਇਹ ਬੰਦ ਹੋ ਸਕਦਾ ਹੈ। ਇੱਕ ਦੋ ਨੁਕਤੇ ਹੋਰ ਸਾਂਝੇ ਕਰਨ ਦਾ ਯਤਨ ਕਰਾਂਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਰੇ ਗੁਰਦੁਆਰਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਹ ਕਹਿਣਾ, ਆਦੇਸ਼ ਜਾਰੀ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਸਿੱਖ ਪਰਿਵਾਰਾਂ ਨੂੰ ਆਇਡੈਂਟੀਫਾਈ ਕਰਨ, ਉਹਨਾਂ ਦੀ ਇੱਕ ਡਾਇਰੈਕਟਰੀ ਬਣਾਉਣ। ਤੇ ਜਿਸ ਤਰ੍ਹਾਂ ਆਪਾਂ ਦਸਵੰਧ ਦੀ ਗੱਲ ਕੀਤੀ ਹੈ, ਉਹ ਜਿਹੜੇ ਪਰਿਵਾਰ ਆਪਾਂ ਆਇਡੈਂਟੀਫਾਈ ਕਰੀਏ, ਉਹਨਾਂ ਦੀ ਲਿਸਟ ਲੱਭੀਏ, ਬਣਾਈਏ, ਤੇ ਉਹਦੇ ਵਿੱਚ ਜਿਹੜੇ ਸਿੱਖ ਗਰੀਬ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਅਡਾਪਟ ਕਰਕੇ ਉਹ ਦਸਵੰਧ ਜਿਹੜਾ ਉਹਨਾਂ ਦੀ ਪੜ੍ਹਾਈ ਤੇ ਖਰਚ ਕੀਤਾ ਜਾਵੇ, ਔਰ ਇਸ ਦੀ ਪੂਰੀ ਜ਼ਿੰਮੇਵਾਰੀ ਉਹ ਗੁਰਦੁਆਰਾ ਲਵੇ ਜਿਹਦੇ ਇਲਾਕੇ ਵਿੱਚ, ਜਿਹਦੇ ਏਰੀਏ ਵਿੱਚ ਉਹ ਪਰਿਵਾਰ ਆਉਂਦੇ ਨੇ। ਇੱਕ ਨੁਕਤਾ ਹੋਰ ਬੜਾ ਅਹਿਮ ਮੈਂ ਸਾਂਝਾ ਕਰਨਾ ਚਾਹਾਂਗਾ ਕਿ ਹਰ ਰਾਗੀ, ਗ੍ਰੰਥੀ, ਪ੍ਰਚਾਰਕ ਤੇ ਕਥਾਵਾਚਕ ਦੀ ਘੱਟੋ ਘੱਟ ਯੋਗਤਾ ਗ੍ਰੈਜੂਏਟ ਹੋਣੀ ਚਾਹੀਦੀ ਹੈ, ਅਤੇ ਇਸ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਜਾਂ ਕਿਸੇ ਮਿਸ਼ਨਰੀ ਕਾਲਜ ਤੋਂ 2-3 ਸਾਲ ਦਾ ਮਿਸ਼ਨਰੀ ਕੋਰਸ ਵੀ ਕੀਤਾ ਹੋਵੇ, ਅਤੇ ਇਸ ਦੇ ਨਾਲ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੀ ਲਈ ਹੋਵੇ। ਰਾਗੀ ਸਿੰਘਾਂ ਵੱਲੋਂ ਗੁਰਮਤ ਸੰਗੀਤ ਦੇ ਰਾਗਾਂ ਦੀ ਜਾਣਕਾਰੀ ਲਈ ਡਿਗਰੀ ਹਾਸਲ ਕੀਤੀ ਹੋਵੇ, ਵੱਧ ਤੋਂ ਵੱਧ ਬਾਣੀ ਕੰਠ ਹੋਵੇ ਅਤੇ ਉਚਾਰਨ ਉਹਨਾਂ ਦਾ ਸ਼ੁੱਧ ਹੋਵੇ, ਤਾਂ ਹੀ ਉਹ ਬਾਕੀ ਸੰਗਤ ਨੂੰ ਇਹ ਸਾਰਾ ਕੁਝ ਸਮਝਾ ਸਕਦੇ ਨੇ। ਇੱਕ ਪਾਠ ਬੋਧ ਸਮਾਗਮ ਜਿਹੜੇ ਨੇ ਉਹ ਬੜੇ ਜ਼ਰੂਰੀ ਨੇ, ਕਿਉਂਕਿ ਗੁਰਬਾਣੀ ਦੀ ਸਮਝ ਜਿਹੜੀ ਹੈ ਉਹ ਤਾਂ ਹੀ ਆ ਸਕਦੀ ਹੈ ਜੇ ਸਾਨੂੰ ਗੁਰਬਾਣੀ ਦੀ ਵਿਆਖਿਆ, ਵਿਚਾਰ ਸਾਨੂੰ ਪਤਾ ਹੋਵੇ। ਤੋ ਪਾਠ ਬੋਧ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡੇ ਵਾਲੇ ਬੜੇ ਵਿਦਵਾਨ ਨੇ, ਉਹ ਜਾਂ ਉਸ ਤਰ੍ਹਾਂ ਦੇ ਕਿਸੇ ਹੋਰ ਮਿਸ਼ਨਰੀ ਵਿਦਵਾਨ ਦੇ ਕੀਤੇ ਹੋਏ ਸਹਿਜ ਪਾਠ ਦੀਆਂ ਵੀਡੀਓਜ਼ ਇਹ ਗੁਰੂ ਘਰਾਂ ਵਿੱਚ ਰੋਜ਼ਾਨਾ ਇੱਕ ਸਮਾਂ ਨਿਰਧਾਰਿਤ ਕੀਤਾ ਜਾਵੇ, ਉਦੋਂ ਚਲਾਈਆਂ ਜਾਣ ਤੇ ਉਹਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਾਮਲ ਕੀਤਾ ਜਾਵੇ, ਤਾਂ ਕਿ ਗੁਰਬਾਣੀ ਦੀ ਸੋਝੀ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਆ ਸਕੇ। ਗੁਰੂ ਘਰਾਂ ਵਿੱਚ ਰਾਗੀਆਂ ਵੱਲੋਂ ਪੜ੍ਹੇ ਜਾਂਦੇ ਸ਼ਬਦਾਂ ਦੀ ਵਿਆਖਿਆ ਵੀ ਨਾਲੋਂ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸੰਗਤਾਂ ਨੂੰ
ਉਸ ਸ਼ਬਦ ਦਾ ਭਾਵ ਸਮਝ ਆ ਸਕੇ। ਤੇ ਅਕਸਰ ਆਪਾਂ ਇਹ ਕਹਿੰਦੇ ਆ ਕਿ ਲੰਗਰ ਦੀ ਜਿਹੜੀ ਪ੍ਰਥਾ ਹੈ, ਜਦੋਂ ਲੰਗਰ ਦਾ ਸਮਾਂ ਹੁੰਦਾ ਹੈ, ਉਸ ਵੇਲੇ ਗੁਰਦੁਆਰਾ ਹਾਲ ਭਰ ਜਾਂਦਾ ਹੈ, ਸੰਗਤ ਲੰਗਰ ਵੇਲੇ ਆਉਂਦੀ ਹੈ, ਪਰ ਉਹਦੇ 'ਚ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਲੰਗਰ ਦੇ ਵਿੱਚ ਬਹੁਤ ਸਾਰੇ ਪਦਾਰਥ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਰੰਗ ਬਿਰੰਗੇ। ਅਗਰ ਗੁਰੂ ਸਾਹਿਬ ਵੱਲੋਂ ਚਲਾਈ ਲੰਗਰ ਦੀ ਪ੍ਰਥਾ ਵਾਂਗ ਸਾਦਾ ਲੰਗਰ ਹੋਵੇ ਤੇ ਫਿਰ ਸੰਗਤਾਂ ਜਿਹੜੀਆਂ ਉਹ ਲੰਗਰ ਸਿਰਫ ਪੇਟ ਭਰਨ ਲਈ ਛਕਣ ਤੇ ਨਾਲ ਭਜਨ ਦਾ ਲੰਗਰ ਵੀ ਜਿਹੜਾ ਭੋਜਨ ਤੇ ਭਜਨ ਦੋਨੋਂ ਉਹ ਸਾਰਥਕ ਹੋ ਸਕਦੇ ਨੇ। ਗੁਰੂ ਕਾ ਲੰਗਰ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਸਾਦਾ ਹੋਣਾ ਚਾਹੀਦਾ। ਤੋ ਆਖਰੀ ਇੱਕ ਨੁਕਤਾ ਹੋ ਰਿਹਾ ਜੀ, ਬਾਕੀ ਮੈਂ ਸ਼ਾਰਟ ਕਰ ਰਿਹਾ ਕਿਉਂਕਿ ਸਮਾਂ ਬਹੁਤ ਜ਼ਿਆਦਾ ਨਹੀਂ ਹੈ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਮਹਾਂਪੁਰਸ਼ਾਂ ਦੇ ਦਿਹਾੜੇ ਵੀ ਜਾਤਾਂ ਪਾਤਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਗੁਰੂ ਘਰਾਂ ਵਿੱਚ ਉਸੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਣੇ ਚਾਹੀਦੇ ਨੇ। ਇਹਦੇ ਨਾਲ ਵੀ ਸਿੱਖ ਕੌਮ ਦੀ ਪ੍ਰਫੁੱਲਤਾ ਅਤੇ ਚੜ੍ਹਦੀ ਕਲਾ ਹੋ ਸਕਦੀ ਹੈ। ਇੱਕ ਸ਼ੇਰ ਨਾਲ ਸਮਾਪਤੀ ਕਰਾਂਗਾ ਕਿ ਸਿੱਕੇ ਜਿਵੇਂ ਟਕਸਾਲ ਵਿੱਚ ਘੜੇ ਜਾਂਦੇ, ਇਹ ਮਨ ਸ਼ਬਦ ਟਕਸਾਲ ਵਿੱਚ ਘੜੀਦਾ ਹੈ। ਸਿੱਕੇ ਜਿਵੇਂ ਟਕਸਾਲ ਵਿੱਚ ਘੜੇ ਜਾਂਦੇ, ਮਨ ਸ਼ਬਦ ਟਕਸਾਲ ਵਿੱਚ ਘੜੀਦਾ ਹੈ। ਬਾਰ-ਬਾਰ ਇਹ ਬਾਹਰ ਨੂੰ ਨੱਸਦਾ ਹੈ, ਘੇਰ ਘੇਰ ਕੇ ਅੰਦਰ ਨੂੰ ਖੜੀਦਾ ਹੈ। ਸਮਝ ਸਮਝ ਕੇ ਸ਼ਬਦ ਨੂੰ ਸੁਣੀਦਾ ਹੈ, ਚਿੱਥ ਚਿੱਥ ਕੇ ਬਾਣੀ ਨੂੰ ਪੜੀਦਾ ਹੈ। ਜਪਜੀ ਸਾਹਿਬ ਦੀਆਂ ਪੌੜੀਆਂ ਪੜ ਪੜ ਕੇ ਸੱਚਖੰਡ ਦੀਆਂ ਪੌੜੀਆਂ ਚੜੀਦਾ ਹੈ। ਜਪਜੀ ਸਾਹਿਬ ਦੀਆਂ ਪੌੜੀਆਂ ਪੜ ਪੜ ਕੇ ਸੱਚਖੰਡ ਦੀਆਂ ਪੌੜੀਆਂ ਚੜੀਦਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਤੁਸੀਂ ਕਵਿਤਾ ਰੂਪ ਦੇ ਵਿੱਚ ਵੀ ਔਰ ਉਸ ਤਰ੍ਹਾਂ ਵੀ ਤੁਸੀਂ ਦੱਸ ਕੇ ਗਏ ਹੋ ਕਿ ਜਿਹੜੀ ਕਿਰਤ ਕਰਨੀ ਸੀ ਉਹ ਧਰਮ ਦੀ ਕਰਨੀ ਸੀ, ਪਰ ਅਸੀਂ ਉਸ ਕਿਰਤ ਨੂੰ ਛੱਡ ਕੇ ਅੱਜ ਕਰਪਸ਼ਨ ਵਾਲੀ ਜਿਹੜੀ ਕਿਰਤ ਆ ਉਹ ਤੇ ਨਾਮ ਜਪੋ ਦਾ ਆਪ ਜਪੋ ਅਵਰੇ ਨਾਮ ਜਪਾਓ, ਕਿ ਜੇ ਆਪਣੇ ਵਿੱਚ ਕੋਈ ਗੁਣ ਆ ਜਾਂ ਕੁਛ ਆ ਤੇ ਉਹਨਾਂ ਗੁਣਾਂ ਦੀ ਵੀ ਜਿਹੜੀ ਸਾਂਝ ਆ ਉਹ ਵੀ ਨਾਲ ਵੰਡਣੀ ਸੀ, ਪਰ ਅਸੀਂ ਕਿੱਥੋਂ ਕਿੱਥੇ ਚਲੇ ਗਏ ਆ। ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਤੁਸੀਂ ਲਾਇਬ੍ਰੇਰੀਆਂ, ਡਿਸਪੈਂਸਰੀ ਔਰ ਪਾਠ ਬਹੁਤ ਸਮਾਗਮ ਦੀ ਗੱਲ ਵੀ ਕਰਕੇ ਗਏ ਆ, ਇਹ ਵੀ ਜ਼ਰੂਰ ਹੋਣਾ ਚਾਹੀਦਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਤੋਂ ਬਾਅਦ ਸਾਡੇ ਵੀਰ ਡਾਕਟਰ ਹਰੀ ਸਿੰਘ ਜੀ। ਹਾਂਜੀ ਵੀਰ ਜੀ, ਪਲੀਜ਼ ਆਪਣੇ ਵਿਚਾਰ ਸਾਂਝੇ ਕਰੋ ਜੀ। ਹਾਂਜੀ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ ਜੀ। ਹਾਂਜੀ, ਮੈਂ ਇੱਕ ਤੇ ਸਭ ਤੋਂ ਪਹਿਲਾਂ ਸੈਕਿੰਡ ਕਰਦਾ ਵਾਂ ਇੰਜੀਨੀਅਰ ਕਰਮਜੀਤ ਸਿੰਘ ਨੂਰ ਜੀ ਦੀਆਂ ਸੁਝਾਵਾਂ ਨੂੰ, ਤੇ ਦੂਜਾ ਮੇਰਾ ਸੁਝਾਅ ਇਹ ਹੈਗਾ ਕਿ ਗੁਰਬਾਣੀ ਦਾ ਬੜਾ ਕਲੀਅਰ ਫਰਮਾਨ ਹੈਗਾ, ਗੱਲੀ ਅਸੀਂ ਚੰਗੇ ਆ, ਆਚਾਰੀ ਬੁਰਿਆਂ, ਮਨ ਕਸੂਦਾਂ ਕਾਲੀਆਂ ਬਾਹਰ ਚਿਟਵੇਂ। ਤੇ ਜਿੱਥੇ ਵੀ ਨਵਾਂ, ਪਹਿਲੀ ਗੱਲ ਤੇ ਗੁਰਦੁਆਰੇ ਜਿੱਥੇ ਇਤਿਹਾਸਕ ਗੁਰਦੁਆਰੇ ਨੇ ਉਹਦੇ ਲਾਗੇ ਜਿੱਥੇ ਵੀ ਕੋਈ ਲੋਕਲ ਸਿੰਘ ਸਭਾ ਬਣੀ ਆ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈਗਾ, ਕਿ ਉੱਥੇ ਆਪਸ ਵਿੱਚ ਅਸੀਂ ਸਰੀਕਾ ਖੜਾ ਕੀਤਾ ਹੋਇਆ ਵਾ। ਮੈਂ ਦਿੱਲੀ ਰਹਿਣਾ ਵਾ ਤੇ ਦਿੱਲੀ ਮੈਂ ਕਈ ਗੁਰਦੁਆਰੇ ਮੇਰੇ ਕੋਲ ਹੈਗੇ ਆ ਜਿੱਥੇ ਇਤਿਹਾਸਕ ਗੁਰਦੁਆਰਿਆਂ ਅੰਦਰ ਨਹੀਂ ਹੁੰਦੀ, ਤੇ ਜਿਹੜੇ ਲੋਕਲ ਸਿੰਘ ਸਭਾ ਨੇ ਉੱਥੇ ਆਪਣੇ ਪ੍ਰਧਾਨਗੀ ਦੇ ਵਜੂਦ ਦੇ ਅੰਦਰ ਉਹਨਾਂ ਨੇ ਆਪਣਾ ਉਹਦੇ ਜ਼ਿਆਦਾ ਮਹੱਤਤਾ ਉਹਦੀ ਹੋਈ ਹੈ। ਤੇ ਬਾਕੀ ਜਿਹੜਾ ਮੇਨ ਦਸਵੰਧ ਦਾ ਕਨਸੈਪਟ, ਮੈਂ ਸਵੇਰੇ ਵੀ ਤੁਹਾਡਾ ਪ੍ਰੋਗਰਾਮ ਸੁਣਿਆ ਸੀ ਤੇ ਹੁਣ ਵੀ ਸੁਣਿਆ ਸੀ, ਤੇ ਉਹਦੇ ਅੰਦਰ ਮੇਨ ਅਸੀਂ ਗੱਲ ਕਨਸੈਪਟ ਦੀ ਕਰ ਨਹੀਂ ਰਹੇ ਕਿ ਦਸਵੰਧ ਕਿਹੜੀ ਦਸਵੰਧ ਦੀ ਗੱਲ ਕਰ ਰਹੇ ਆ ਤੇ ਕਿਹਨੂੰ ਦੇਣੀ ਆ ਤੇ ਕਿਹਦੇ ਵਾਸਤੇ ਦੇਣੀ ਆ। ਜਿੰਨੇ ਵੀ ਪ੍ਰਚਾਰਕ ਨੇ, ਚਾਹੇ ਉਹ ਰਾਗੀ ਆ, ਗ੍ਰੰਥੀ ਹੈ, ਸੇਵਾਦਾਰ ਹੈ, ਉਹਦੇ ਇਲਾਵਾ ਇੱਕ ਜਿਹੜਾ ਅਸੀਂ ਸੈਕਸ਼ਨ ਨੂੰ ਕਦੀ ਅਸੀਂ ਨੋਟ ਨਹੀਂ ਕੀਤਾ, ਉਹ ਹੈਗੇ ਨੇ ਪਾਠੀ ਸਿੰਘ। ਪਾਠੀ ਸਿੰਘਾਂ ਨੂੰ ਅਸੀਂ 5000 6000 ਦੀ ਭੇਟਾ ਇੰਡੀਆ 'ਚ, ਮੈਨੂੰ ਇੱਥੋਂ ਬਾਹਰ ਦਾ ਨਹੀਂ ਪਤਾ ਤੁਹਾਡੇ ਯੂਰਪ ਕੀ ਹੈਗਾ ਵਾ, ਹੁਣ 5-6 ਹਜ਼ਾਰ ਰੁਪਏ ਦੇ ਅੰਦਰ ਤੁਸੀਂ 4 ਜਾਂ 5 ਪਾਠੀਆਂ ਨੂੰ 48 ਘੰਟੇ ਦਿੰਦੇ ਹੋ, ਕਿ ਉਸ ਅਮਾਊਂਟ ਦੇ ਅੰਦਰ ਕਿਤੇ ਇੰਡੀਆ ਦੇ ਅੰਦਰ ਮਜ਼ਦੂਰ ਵੀ ਅਵੇਲੇਬਲ ਨਹੀਂ ਹੈਗਾ। ਤੇ ਦਸਵੰਧ ਅਗਰ ਤੁਸੀਂ ਬੋਝ ਨਹੀਂ ਪਾਉਣਾ ਚਾਹੁੰਦੇ ਕਿ ਜਿਹੜੀ ਸੰਗਤ ਅਖੰਡ ਪਾਠ, ਪਹਿਲੀ ਗੱਲ ਤੇ ਅਖੰਡ ਪਾਠ ਦਾ ਕਨਸੈਪਟ ਹੈ ਨਹੀਂ ਮੇਰੀ ਥਿਉਰੀ ਦੇ ਹਿਸਾਬ ਨਾਲ। ਜੇ ਤੁਸੀਂ ਕਰਨਾ ਹੀ ਹੈ, ਕਰਵਾਉਣੇ ਹੀ ਨੇ, ਪਹਿਲੀ ਗੱਲ ਤੇ ਸਹਿਜ ਪਾਠ ਕਰਵਾਓ, ਸੰਗਤ ਆਪ ਕਰੇ। ਜੇ ਨਹੀਂ ਕਰਨੀ ਤੇ ਜਿਹੜੀ ਕਮੇਟੀ ਬਣਦੀ ਹੈ ਉਹਦਾ ਪਹਿਲਾਂ ਹੀ ਇਹਦਾ ਪੂਰਨਾ ਹੋਣਾ ਚਾਹੀਦਾ ਕਿ ਜਿਹੜਾ ਵੀ ਆਦਮੀ ਗੁਰਦੁਆਰੇ ਦਾ ਪ੍ਰਚਾਰਕ ਹੋਏਗਾ, ਭਾਵੇਂ ਉਹ ਅਖੰਡ ਪਾਠ ਕਰੇ, ਸਹਿਜ ਕਰੇ, ਸੁਖਮਨੀ ਸਾਹਿਬ ਦਾ ਪਾਠ ਕਰੇ, ਉਹਦੀ ਪ੍ਰੋਪਰ ਉਹਦੇ ਬੱਚਿਆਂ ਦੀ ਐਜੂਕੇਸ਼ਨ ਦਾ ਜ਼ਿੰਮਾ ਕਮੇਟੀ ਲਵੇਗੀ। ਉਹ ਵਿਤਕਰਾ ਨਹੀਂ ਕਰੇਗੀ ਉਹਦੇ ਅੰਦਰ ਕਿ ਜੀ ਤੈਨੂੰ ਪੜ੍ਹਾਵਾਂਗੇ ਤੇ ਤੈਨੂੰ ਨਹੀਂ ਪੜ੍ਹਾਵਾਂਗੇ। ਤੁਸੀਂ ਦਸਵੰਧ ਕਰਕੇ, ਮੇਰੇ ਕੋਲ ਐਸੀ ਕਮੇਟੀਆਂ ਜਿਨ੍ਹਾਂ ਕੋਲ 8-8 ਕਰੋੜ ਰੁਪਏ ਐਫਡੀਆਂ ਨੇ, ਤੇ ਆਪਸ ਕੰਪੀਟੀਸ਼ਨ ਦਿਖਾਉਂਦੇ ਨੇ
ਕਿ ਪਹਿਲੇ ਪ੍ਰਧਾਨ ਸਾਹਿਬ 1 ਕਰੋੜ ਸੀ ਤੇ ਅਸੀਂ 8 ਕਰੋੜ ਇਕੱਠਾ ਕਰਤਾ। ਉਹ 8 ਕਰੋੜ ਦਾ ਅਸੀਂ ਕੀ ਕਰਨਾ ਉਹਦਾ? ਜੇ ਤੁਸੀਂ ਆਪਣੇ ਭਾਈਚਾਰੇ ਨੂੰ, ਜਿਹੜੇ ਸਿੱਖੀ ਦੇ ਪ੍ਰਚਾਰਕ ਨੇ, ਉਹ ਰਾਗੀ ਨੇ, ਪਾਠੀ ਨੇ, ਗ੍ਰੰਥੀ ਨੇ, ਸੇਵਾਦਾਰ ਨੇ, ਗਾਰਡ ਨੇ, ਜਿਹੜੇ ਸਹਿਜ ਪਾਠ ਕਰ ਰਹੇ ਨੇ, ਪਾਠੀ ਸਿੰਘ ਨੇ, ਅਸੀਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਜਦ ਤੱਕ ਉਹ ਪੜ੍ਹਨਾ ਚਾਹਣ, ਉਹ ਬਿਲਕੁਲ ਫ੍ਰੀ ਆਫ ਕਾਸਟ ਹੋਣੀ ਚਾਹੀਦੀ ਆ। ਉਹਦੇ ਅੰਦਰ ਉਹਨਾਂ ਦੀ ਬੱਚਿਆਂ ਦੀ ਡਰੈਸਾਂ, ਬੱਚੇ ਦੀ ਕਿਤਾਬਾਂ, ਬੱਚੇ ਦੀ ਯੂਨੀਫਾਰਮ, ਬੱਚੇ ਦੀ ਸਕੂਲ ਫੀ ਸਾਰੀ ਸਾਫ਼ ਹੋਈ। ਉਹ ਦਸਵੰਧ ਹੈਗਾ, ਉਹ ਦਸਵੰਧ ਉੱਥੇ ਅਸੀਂ ਲਾਵਾਂਗੇ ਤਾਂ ਸਿੱਖੀ ਦਾ ਕੁਝ ਬਣੇਗਾ। ਅਸੀਂ ਕੰਪੇਅਰ ਕਰਾਂਗੇ ਰਾਧਾ ਸੁਆਮੀ, ਉਹ ਪੜ੍ਹਦੇ, ਜਿੱਥੇ ਮੈਂ ਉਹਨਾਂ ਦੀ ਸਭਾ ਤੇ ਗਿਆ, ਅਟੈਂਡ ਕਰਕੇ ਆਇਆ ਵਾਂ, ਉਹਨਾਂ ਦਾ ਕੋਈ ਵੀ ਪੱਕਾ ਸਥਾਨ ਨਹੀਂ ਹੈਗਾ। ਟੈਂਟ ਲਵਾਉਂਦੇ ਨੇ, ਸੰਗਤ ਆ ਕੇ ਟੈਂਟ ਲਗਾਏਗੀ ਸੈਟਰਡੇ ਨੂੰ, ਸਵੇਰੇ ਸੰਡੇ ਨੂੰ ਆਪਣੀ ਉਹ ਸਤਸੰਗ ਕਰਨਗੇ, ਉਹੀ ਸੰਗਤ ਚੁੱਕੇਗੀ। ਉਹਨਾਂ ਨੇ ਦਸਵੰਧ ਵਾਸਤੇ ਕੋਈ ਬਿਲਡਿੰਗਾਂ ਨਹੀਂ ਬਣਾਈਆਂ। ਉੱਥੇ ਜਾ ਕੇ ਸੰਗਤ ਦੇਖੋ ਤੇ ਸੰਗਤ ਵਾਸਤੇ ਤੁਹਾਡੇ ਕੋਲ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ। ਪੜ੍ਹਾਉਂਦੇ ਗੁਰਬਾਣੀ ਪਏ ਨੇ, ਲੇਕਿਨ ਬਾਅਦ ਚੋਂ ਕਹਿੰਦੇ ਨਹੀਂ ਸਤਿਆਰਥ ਰਾਧਾ ਸੁਆਮੀ। ਉਹਦੇ ਨਾਲ ਹੀ ਉੱਥੇ ਇੱਕ ਡੇਰਾ ਹੈਗਾ ਗੁਰੂ ਜੀ ਦੇ ਨਾਂ ਦਾ, ਗੁਰੂ ਜੀ ਦਾ ਆਸ਼ਰਮ, ਉਹ ਵੀ ਗੁਰਬਾਣੀ ਪੜ੍ਹਾਉਂਦੇ ਨੇ। ਉੱਥੇ ਪਿਨ ਡ੍ਰੌਪ ਸਾਇਲੈਂਸ ਹੈਗਾ ਵਾ, ਪੜ੍ਹਾ ਗੁਰਬਾਣੀ ਰਹੇ ਨੇ, ਤੇ ਲੇਕਿਨ ਉੱਥੇ ਤੇ ਕੋਈ ਦਸਵੰਧ ਨਹੀਂ, ਉੱਥੇ ਤੇ ਕੋਈ ਗੁਲਕ ਨਹੀਂ ਰੱਖੀ ਉਹਨਾਂ ਨੇ। ਨਾ ਰਾਧਾ ਸੁਆਮੀ ਗੁਲਕ ਮੈਨੂੰ ਨਜ਼ਰ ਆਈ ਤੇ ਨਾ ਉੱਥੇ ਨਜ਼ਰ ਆਈ। ਤੇ ਤੁਹਾਡਾ ਜਿਹੜਾ ਦਸਵੰਧ ਹੈ ਉਹ ਇਸ ਲਈ ਵੀ ਹੋਣਾ ਚਾਹੀਦਾ ਕਿ ਜਿਹੜੇ ਲੋਕੀ ਲੀਗਲ, ਉਹਨਾਂ ਵਾਸਤੇ ਵੀ ਅਸੀਂ ਕੁਝ ਕਰੀਏ। ਡੇਰਾ ਰਾਮ ਰਹੀਮ ਜਦੋਂ ਦਾ ਜੇਲ੍ਹ 'ਚ ਬੰਦ ਹੈਗਾ ਵਾ, ਉਦੋਂ ਦਾ ਪਤਾ ਨਹੀਂ ਕਿੰਨੀ ਵਾਰੀ ਜੇਲ੍ਹ 'ਚੋਂ ਛੁੱਟ ਕੇ ਆ ਚੁੱਕਾ ਹੈਗਾ ਵਾ। ਸਾਡੇ ਜਿਹੜੇ ਫੌਜੀ ਨੇ ਜਾਂ ਦੂਜੇ ਬੰਦੇ ਨੇ ਜਿਹੜੇ 84 ਦੇ ਜੇਲ੍ਹਾਂ 'ਚ ਬੰਦ ਨੇ, ਉਹਦੇ ਵਾਸਤੇ ਦਸਵੰਧ ਕਿੱਥੇ ਜਾਏਗੀ? ਉਹਦੇ ਵਾਸਤੇ ਦਸਵੰਧ ਦਾ ਸਾਡਾ ਕੋਈ ਏਜੰਡਾ ਨਹੀਂ ਹੈਗਾ। ਉਹ ਲੋਕੀ ਬਜ਼ੁਰਗ ਹੋ ਗਏ ਨੇ ਜੇਲ੍ਹਾਂ 'ਚ, ਅੱਜ 36 ਸਾਲ ਤੋਂ ਲੋਕਾਂ ਨੂੰ 35 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਉਹ ਦਸਵੰਧ ਅਸੀਂ ਕਰੋੜਾਂ ਰੁਪਏ ਦਾ ਸਾਡਾ ਬਜਟ ਹੈਗਾ ਵਾ, ਤੇ ਉਹ ਦਸਵੰਧ ਉੱਥੇ ਵੀ ਯੂਜ਼ ਹੋਣੀ ਚਾਹੀਦੀ ਆ। ਤੇ ਮੇਰਾ ਫਿਰ ਵਨਸ ਅਗੇਨ ਇੱਕੋ ਹੀ ਹੈਗਾ ਵਾ ਕਿ ਜਿਹੜੇ ਬੱਚੇ, ਜਿਹੜੇ ਬਾਠੀ, ਜਿਹੜੇ ਲੋਕੀ ਗੁਰਦੁਆਰੇ ਸੇਵਾ ਕਰਦੇ ਨੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਜਦ ਤੱਕ ਬੱਚਾ ਪੜ੍ਹਨਾ ਚਾਹੇ, ਅਨਲਿਮਿਟਿਡ, ਉਹ ਪੋਸਟ ਗ੍ਰੈਜੂਏਟ ਕਰੇ, IAS ਅਫੀਸਰ ਬਣਾਏ, IPS ਅਫੀਸਰ ਬਣੇ, ਉਹ ਕਮੇਟੀ ਉਹਦੀ ਜ਼ਿੰਮੇਵਾਰੀ ਚੁੱਕੇ, ਬਜਾਏ ਇਹਦੇ ਕਿ ਉਹ FD ਦਾ ਐਲਾਨ ਕਰਨ ਕਿ ਸਾਡੇ ਅਸੀਂ 1 ਕਰੋੜ ਇਕੱਠਾ ਕਰ ਲਿਆ, 2 ਕਰੋੜ ਤੁਹਾਡੀ FD ਦਾ ਸਿੱਖ ਸੰਗਤ ਨੂੰ ਕੋਈ ਫਾਇਦਾ ਨਹੀਂ ਹੈਗਾ। ਤੇ ਇਹਨਾਂ ਗੱਲਾਂ ਦੀ ਮੇਰੀ ਤੁਹਾਡੇ ਨਾਲ ਸਾਂਝ ਹੈਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਆਪ ਜੀ ਦਾ ਬਹੁਤ ਧੰਨਵਾਦ, ਜਿਹੜੇ ਵਿਚਾਰ ਤੁਸੀਂ ਰੱਖ ਕੇ ਗਏ ਹੋ। ਤੁਸੀਂ ਬੜਾ ਹੀ ਇੰਪੋਰਟੈਂਟ ਪੁਆਇੰਟ ਜਿਹੜਾ ਰੱਖਿਆ ਹੈ ਕਿ ਪਾਠੀ ਸਿੰਘਾਂ ਦੀ ਜਿਹੜੇ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ, ਉਹ ਸਾਰਾ ਕੁਝ ਜਿਹੜਾ ਹੈ ਉਹ ਫ੍ਰੀ ਹੋਣਾ ਚਾਹੀਦਾ, ਬਿਲਕੁਲ। ਔਰ ਪਾਠੀ ਸਿੰਘ ਵੀ ਜਿਹੜੇ ਨੇ ਪੜ੍ਹੇ ਲਿਖੇ ਹੋਣ, ਤੇ ਤਾਂ ਹੀ ਜਿਹੜਾ ਪ੍ਰਚਾਰ, ਕਿਉਂਕਿ ਜੇ ਇੱਕ ਪਾਸੇ ਦਿਮਾਗ ਫ੍ਰੀ ਹੋਏਗਾ ਤੇ ਉਹ ਆਪਣਾ ਪ੍ਰਚਾਰ ਜਿਹੜਾ ਨੇ ਫਿਰ ਉਹ ਖੁੱਲ ਕੇ ਜਿਹੜਾ ਨਿਸ਼ਕਾਮ ਹੋ ਕੇ ਕਰ ਸਕਦੇ ਨੇ। ਅਸੀਂ ਕਈ ਵਾਰੀ ਵੀਡੀਓਜ਼ ਵੀ ਦੇਖਦੇ ਹਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਕਿ ਕੋਈ ਸਿੰਗਰ ਲਗਾਉਣਾ ਹੈ ਤਾਂ ਉਹਦੇ ਵਾਸਤੇ ਅਸੀਂ ਲੱਖਾਂ ਰੁਪਇਆ ਖਰਚ ਕਰ ਦਿੰਦੇ ਹਾਂ, ਤੇ ਜੇ ਕੋਈ ਪਾਠੀ ਸਿੰਘ ਆਪਣੀ ਭੇਟਾਂ ਮੰਗਦੇ ਨੇ ਤੇ ਉਹਦੇ ਲਈ ਭੈਣ ਜੀ, ਉਹਦੇ ਵਾਸਤੇ ਮੈਂ ਹੁਣੇ ਕਿਤੇ ਰਾਮਾਇਣ ਦਾ ਪਾਠ ਹੋਇਆ ਸੀ, ਤੇ ਉਹਨੇ ਪੁੱਛਿਆ ਜਿਹਨੇ ਕੀਤਾ ਪਾਠ, ਮੈਂ ਕਿਹਾ ਕਿੰਨੇ ਪੈਸੇ ਲਏ ਤੁਸੀਂ? ਤੇ ਉਹਨੇ ਕਿਹਾ ਜੀ I took 25,000 rupees। ਰਾਮਾਇਣ ਦਾ ਪਾਠ 24 ਘੰਟੇ 'ਚ ਹੁੰਦਾ ਵਾ, ਤੇ 24 ਘੰਟੇ ਵਾਸਤੇ ਉਹਨਾਂ ਨੇ 25,000 ਰੁਪਇਆ ਦਿੱਤਾ। ਉਹਨਾਂ ਨੂੰ AC ਅਕਮੋਡੇਸ਼ਨ ਦਿੱਤੀ, ਦੇਸੀ ਘਿਓ ਦਾ ਖਾਣਾ ਦਿੱਤਾ ਉਹਨਾਂ ਨੂੰ ਕਰਨ ਵਾਸਤੇ। ਤੇ ਅਸੀਂ 48 ਘੰਟੇ ਵਾਸਤੇ 6,000 5,000 ਦਿਨ ਦੇ ਸਾਡਾ ਸਾਹ ਫੁੱਲ ਜਾਂਦਾ ਵਾ। ਤੇ ਦਸਵੰਧ ਉਹ ਤੇ ਦਸਵੰਧ ਨਹੀਂ, ਉਹਨਾਂ ਦੀ ਕੋਈ ਦਸਵੰਧ ਨਹੀਂ ਹਿੰਦੂਆਂ ਦੀ, ਉਹ ਰਾਮਾਇਣ ਵਾਲੇ ਤੇ ਆਪਣੇ ਇੰਡੀਵਿਜੂਅਲ ਦੇ ਰਹੇ 25,000 rupees for 24 hours and we are using our passport 48 hours। ਅਸੀਂ ਇਹਸਾਨ ਕਰਦੇ ਹਾਂ ਕਿ ਤੈਨੂੰ 5,000 ਦੇ ਦਿੱਤਾ, ਤੈਨੂੰ 6,000 ਦਿੱਤਾ। 6,000 is to be divided to be in 4 or 5 people. We are not being given in labor wages. It is very shocking. Sorry to again interpret. ਨਹੀਂ ਵੀਰ ਜੀ, ਤੁਸੀਂ ਬਹੁਤ ਵਧੀਆ ਔਰ ਬੜਾ ਵੈਲਿਡ ਪੁਆਇੰਟ ਜਿਹੜਾ ਤੁਸੀਂ ਲੈ ਕੇ ਆਏ ਆ। ਔਰ ਇਹ ਪੁਆਇੰਟ ਜਿਹੜਾ ਵਾ, ਇਹ ਗੱਲ ਜਿਹੜੀ ਆ ਅਸੀਂ ਜਗ੍ਹਾ ਜਿੰਨੀ ਅਸੀਂ ਇੱਥੇ ਕਰਾਂਗੇ ਇਹੋ ਜਿਹੇ ਫੋਰਮਾਂ ਤੇ, ਉਨੀ ਇਹ ਗੱਲ ਜਿਹੜੀ ਅੱਗੇ ਪਹੁੰਚੇਗੀ। ਔਰ ਬਹੁਤ ਵੈਲਿਡ ਪੁਆਇੰਟ ਤੁਸੀਂ ਲੈ ਕੇ ਆਏ। ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਥੈਂਕ ਯੂ, ਧੰਨਵਾਦ। ਹਾਂਜੀ, ਆਪ ਜੀ ਤੋਂ ਬਾਅਦ, ਵੀਰ ਜੀ ਤੋਂ ਬਾਅਦ ਕੋਈ ਵੀ ਹੋਰ ਭੈਣ ਭਰਾ? ਕਰਨਲ ਮਨਮੋਹਨ ਸਿੰਘ ਜੀ, ਵੀਰ ਜੀ ਤੁਸੀਂ ਹੈਂਡ ਰੇਜ਼ ਕੀਤਾ ਸੀ, ਫਿਰ ਤੁਸੀਂ ਹੱਥ ਥੱਲੇ ਕਰ ਲਿਆ, ਕੁਝ ਵਿਚਾਰ ਰੱਖਣਾ ਚਾਹੋਗੇ? ਹਾਂਜੀ, ਮੈਂ ਕੁਝ ਪੁਆਇੰਟਸ ਨੋਟ ਕੀਤੇ ਨੇ ਤੇ ਹੁਣੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਮੈਂ ਕਰਮਜੀਤ ਸਿੰਘ ਜੀ ਦਾ ਬੜਾ ਆਭਾਰੀ ਹਾਂ, ਇਹਨਾਂ ਨੇ ਬੜੇ ਚੰਗੇ ਪੁਆਇੰਟ ਦਿੱਤੇ ਨੇ। ਵੈਸੇ ਕੁਝ ਪੁਆਇੰਟਸ ਉੱਤੇ ਮੈਂ ਬੋਲਣਾ ਚਾਹਾਂਗਾ ਇਹਨਾਂ ਦੇ। ਤੇ ਡਾਕਟਰ ਹਰੀ ਸਿੰਘ ਜੀ ਨੇ ਜਿਹੜਾ ਲਾਸਟ ਪੁਆਇੰਟ ਦਿੱਤਾ ਸੀ ਕਿ ਸਾਨੂੰ ਜਪਜੀ ਸਾਹਿਬ ਦਾ ਕਰਨਾ ਚਾਹੀਦਾ ਸ਼ੁਰੂ, ਮੈਂ ਉੱਥੋਂ ਹੀ ਸ਼ੁਰੂ ਕਰਨਾ ਕਿ ਸਭ ਤੋਂ ਪਹਿਲਾ ਪੁਆਇੰਟ ਸਾਡਾ ਹੈ
ਕਿ ਸਾਨੂੰ ਗੁਰਬਾਣੀ ਦੇ ਨਾ ਅਰਥ ਨਵੇਂ ਲੱਭਣੇ ਪੈਣਗੇ। ਜਿਹੜੇ ਪੁਰਾਣੇ ਅਰਥ ਸੀ ਨਾ, ਇਹ ਪਿਛਲੇ 200 ਸਾਲ ਤੋਂ ਚੱਲ ਰਹੇ ਨੇ, 100 150 200 ਸਾਲ ਤੋਂ, ਤੇ ਨਾ ਤੇ ਸਾਨੂੰ ਕੋਈ ਅਕਲ ਦਿੰਦੇ ਨੇ ਤੇ ਨਾ ਕੁਝ ਕਰਦੇ ਨੇ, ਸਿਰਫ ਰਟਣ ਲਈ ਬਣੇ ਹੋਏ ਨੇ ਉਹ ਟੀਕੇ ਜਿਹਨੇ ਕੀਤੇ ਹੋਏ ਨੇ। ਸਾਨੂੰ ਨਵੇਂ ਅਰਥ ਲੈਣੇ ਪੈਣਗੇ ਤਾਂ ਕਿ ਗੁਰਬਾਣੀ ਦੇ ਵਿੱਚੋਂ ਅਸੀਂ ਕੁਝ ਸੇਧ ਲੈ ਸਕੀਏ। ਇੱਕ ਇੱਕ ਜਪਜੀ ਸਾਹਿਬ ਦੀ ਤੁਕ ਦਾ, ਇੱਕ ਇੱਕ ਸ਼ਬਦ ਦਾ ਇੱਕ ਬੜਾ ਵੱਡਾ ਮੀਨਿੰਗ। ਜੇ ਨਿਰਭਉ ਹੈ ਤੇ ਅਸੀਂ ਨਿਰਭਉ ਨਿਰਵੈਰ ਕਰਕੇ ਅੱਗੇ ਚੱਲ ਜਾਂਦੇ। ਨਿਰਭਉ ਦਾ ਮਤਲਬ ਤੇ ਇਹੀ ਹੈ ਕਿ ਜਿੰਨੇ ਵੀ ਸਾਨੂੰ ਭਰਮ ਪਾਏ ਗਏ ਨੇ ਉਹਨਾਂ ਤੋਂ ਅਸੀਂ ਡਰ ਰਹੇ ਹੋਣਾ। ਖੈਰ ਉਸ ਦੇ ਉੱਤੇ ਮੈਂ ਅਜੇ ਨਹੀਂ ਜਾਂਦਾ। ਪਹਿਲਾ ਪੁਆਇੰਟ ਹੈ। ਦੂਜਾ ਪੁਆਇੰਟ ਹੈ ਕਿ ਸਾਨੂੰ ਬ੍ਰੇਨਸਟਾਰਮ ਕਰਕੇ ਸਪੈਸ਼ਲ ਸਿਲੇਬਸ ਬਣਾਉਣਾ ਪਏਗਾ ਪ੍ਰਚਾਰਕਾਂ ਲਈ ਵੀ ਔਰ ਏਜ ਗਰੁੱਪਸ ਦੇ ਲਈ ਵੀ। ਔਰ ਇਹ ਸਿਲੇਬਸ ਜਿਹੜਾ ਹੋਏਗਾ ਇਹਦੇ ਵਿੱਚ ਗੁਰਬਾਣੀ ਵੀ ਹੋਏਗੀ, ਸਿੱਖ ਹਿਸਟਰੀ ਵੀ ਹੋਏਗੀ ਔਰ ਸਿੱਖ ਕਲਚਰ ਵੀ ਹੋਏਗਾ। ਜਦੋਂ ਤੱਕ ਇਹ ਤਿੰਨੋਂ ਚੀਜ਼ਾਂ ਨਹੀਂ ਮਿਲਦੀ, ਸਾਰੀਆਂ ਇਕੱਠੀਆਂ ਕੀਤੀਆਂ ਜਾ ਸਕਦੀਆਂ, ਉਦੋਂ ਤੱਕ ਅਸੀਂ ਇੱਕ ਉਹੋ ਜਿਹਾ ਸਿੱਖ ਨਹੀਂ ਲਿਆ ਸਕਦੇ ਜਿਹੜਾ ਕਿ ਲੜੇਗਾ ਵੀ ਔਰ ਸੰਤ ਵੀ ਹੋਏਗਾ ਤੇ ਸਿਪਾਹੀ ਵੀ ਹੋਏਗਾ ਤੇ ਉਹ ਸਾਰੇ ਦੀ ਮਦਦ ਵੀ ਕਰੇਗਾ। ਇਹ ਸਾਡਾ ਇਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਹੋਏਗਾ। ਇਹ ਸਾਨੂੰ ਬ੍ਰੇਨਸਟਾਰਮਿੰਗ ਕਰਨੀ ਪਏਗੀ ਔਰ ਇਸ ਲੈਸਨ ਪਲਾਨ ਦੇ ਉੱਤੇ ਫਿਰ ਸਾਨੂੰ ਬਣਾਉਣੇ ਪੈਣਗੇ ਏਜ ਗਰੁੱਪ ਲਈ। ਔਰ ਉਹ ਏਜ ਗਰੁੱਪ ਹੋਣਗੀਆਂ 1 ਤੋਂ 4 ਸਾਲ ਤੱਕ। ਬੱਚਿਆਂ ਨੂੰ ਆਪਣੇ ਪੇਰੈਂਟਸ ਨੇ ਕਿਸ ਤਰੀਕੇ ਦੇ ਨਾਲ ਕਰਨਾ ਹੈ, ਭਾਵੇਂ ਲੋਰੀਆਂ ਬੋਲੀਆਂ ਨੇ ਜਾਂ ਉਹਨਾਂ ਨੂੰ ਸਿਰਫ ਇੱਕ ਓਂਕਾਰ ਹੀ ਕਰਵਾਉਣਾ ਹੈ ਥੋੜੀ ਦੇਰ ਲਈ, ਤਾਂ ਕਿ ਉਹ ਵੀ ਉਹਨਾਂ ਦੇ ਦਿਮਾਗ ਉਹਦੇ ਨਾਲ ਜੁੜ ਜਾਣ। ਉਹਨਾਂ ਨੇ ਥੋੜੀ ਗੁਰਮੁਖੀ ਸਿਖਾਣੀ ਹੈ, ਉਹਨਾਂ ਨਾਲ ਪੰਜਾਬੀ ਬੋਲਣੀ ਹੈ। ਮੈਂ ਬੇਸਿਕਲੀ ਗੱਲ ਕਰ ਰਿਹਾ ਵਾਂ ਸਿਰਫ ਪੰਜਾਬ ਲਈ ਨਹੀਂ, ਡਾਇਸਪੋਰਾ ਦੇ ਲਈ ਗੱਲ ਕਰ ਰਿਹਾ, ਕਿਉਂਕਿ ਡਾਇਸਪੋਰਾ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਗੁਰਮੁਖੀ ਤੋਂ ਬਹੁਤ ਦੂਰ ਨੇ। ਗੁਰਬਾਣੀ ਨਾ ਉਹਨਾਂ ਦੇ ਮਾਪਿਓ ਨੂੰ ਆਉਂਦੀ ਹੈ ਤੇ ਨਾ ਉਹਨੂੰ ਆਪ ਆਉਂਦੀ ਹੈ। ਅਸੀਂ ਸਿਲੇਬਸ ਮਾਪਿਓ ਲਈ ਵੀ ਬਣਾਉਣਾ ਕਿ ਤੁਸੀਂ ਇਹ ਸਿਖਾਉਣਾ ਕਿਸ ਤਰ੍ਹਾਂ ਹੈ। ਜੂਸ ਜਿਹੜੇ ਨੇ ਉਹਨਾਂ ਦਾ ਬੜਾ ਸਿਲੇਬਸ ਬਣਿਆ ਹੁੰਦਾ ਕਿ ਜਦੋਂ ਮੈਰਿਜ ਹੁੰਦੀ ਹੈ ਉਸ ਵੇਲੇ ਉਹ ਸਿਲੇਬਸ ਦੇ ਦਿੰਦੇ ਨੇ ਕਪਲ ਨੂੰ, ਔਰ ਉਸ ਤੋਂ ਬਾਅਦ ਫਿਰ ਜਦੋਂ ਕਨਸੀਵ ਕਰਦੀ ਹੈ ਮਾਂ ਉਦੋਂ ਸਿਲੇਬਸ ਦਿੰਦੇ ਨੇ ਕਿ ਤੂੰ ਕੀ ਕਰਨਾ ਹੈ। ਉਹਦੇ ਹਸਬੈਂਡ ਨੂੰ ਕਹਿੰਦੇ ਤੂੰ ਇਹਦੇ ਨਾਲ ਲੜਨਾ ਨਹੀਂ ਹੈ, ਤੂੰ ਉੱਚਾ ਨਹੀਂ ਬੋਲਣਾ, ਕਿਉਂਕਿ ਅੰਦਰ ਜਿਹੜਾ ਬੱਚਾ ਹੈਗਾ ਉਹ ਸਭ ਸੁਣਦਾ ਹੈ ਤੇ ਉਹ ਉਸ ਤਰ੍ਹਾਂ ਦਾ ਬਣੇਗਾ। ਬੜੀਆਂ ਚੀਜ਼ਾਂ, ਬੜੀਆਂ ਡੀਪ ਜਿਹੀਆਂ ਚੀਜ਼ਾਂ ਹੈਗੀਆਂ ਨੇ, ਉਹਨਾਂ ਨੂੰ ਕਰਨਾ ਪਏਗਾ ਸਾਨੂੰ। ਫਿਰ 5 ਤੋਂ 12 ਸਾਲ ਦੇ ਲਈ ਸਿਲੇਬਸ ਹੋਏਗਾ, 13 ਤੋਂ 18 ਸਾਲ ਦਾ 13 ਟੀਨੇਜ ਦਾ ਹੋਏਗਾ, ਫਿਰ 19 ਤੋਂ 30 ਸਾਲ ਦਾ ਹੋਏਗਾ, ਫਿਰ 31 ਤੋਂ 45, 45 ਤੋਂ 55 ਤੇ 55 ਦੇ ਉੱਤੇ ਜਿਹੜੇ ਹੁੰਦੇ ਨੇ ਉਹ ਸਾਰੇ ਉਹਨਾਂ ਦੇ ਲਈ, ਤਾਂ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਜਾਂ ਬਾਕੀ ਜਿਹੜੀ ਪ੍ਰੋਜਨੀ ਹੈ ਉਹਨਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਾਉਣਗੇ। ਫਿਰ ਇੱਕ ਸਿਲੇਬਸ ਹੋਏਗਾ ਨਾਨ ਸਿੱਖ ਸੀਕਰ ਜਿਹੜੇ ਨੇ ਉਹਨਾਂ ਨੂੰ ਲਿਆਉਣ ਲਈ। ਅਸੀਂ ਸਿਰਫ ਸਿੱਖਾਂ ਨੂੰ ਹੀ ਨਹੀਂ ਸਿੱਧਾ ਕਰਨਾ, ਅਸੀਂ ਤੇ ਬਲਕਿ ਬਾਹਰੋਂ ਜਿਹੜੇ ਐਨੇ ਸੀਕਰ ਨੇ ਇਸ ਵੇਲੇ ਉਹ ਦੇਖਦੇ ਨੇ ਕਿ ਉਹਨਾਂ ਦਾ ਆਪਣਾ ਧਰਮ ਬਿਲਕੁਲ ਖਰਾਬ ਹੈ, ਉਹਦੇ ਵਿੱਚ ਜ਼ਿਆਦਾ ਖਰਾਬੀਆਂ ਆ ਗਈਆਂ ਨੇ ਤੇ ਉਹ ਚਾਹੁੰਦੇ ਨੇ ਕਿ ਕਿਸੇ ਨਵੇਂ ਪਾਸੇ ਆਉਣ। ਇਹੀ ਨਾਨਕ ਸਾਹਿਬ ਦੇ ਟਾਈਮ 'ਚ ਸਿਰਫ ਸੀਕਰ ਹੀ ਆਏ ਸਨ, ਕੋਈ ਸਾਰੇ ਪੰਡਤ ਤੇ ਨਹੀਂ ਆਏ ਤੇ ਨਾ ਹੀ ਕੋਈ ਇੱਜੜ ਉਹਨਾਂ ਨਾਲ ਸਿੱਖ ਬਣਿਆ ਸੀ। ਉਹ ਇੱਕ ਇੱਕ ਸਿੱਖਰ ਹੁੰਦਾ ਸੀ, ਉਹ ਜਿਹੜਾ ਜਗਿਆਸੂ ਹੁੰਦਾ ਸੀ। ਉਸ ਦੇ ਲਈ ਅਸੀਂ ਸਿਲੇਬਸ ਬਣਾਉਣੇ ਨੇ ਕਿ ਕੀ ਹੈਗਾ। ਫਿਰ ਸਾਡੇ ਲਈ ਇਲੈਕਟ੍ਰੋਨਿਕ ਮੀਡੀਆ ਜਿਹੜਾ ਨਾ ਇਹ ਬੈਸਟ ਫੀਚਰ ਹੈ। ਅਸੀਂ ਇੱਕ ਰਾਗੀ ਪਾਠੀ ਔਰ ਅਖੰਡ ਪਾਠ ਤੇ ਮੈਂ ਕਹਿੰਦਾ ਇਹਨੂੰ ਜ਼ੀਰੋ ਕਰ ਦੇਣਾ ਚਾਹੀਦਾ। ਕਿਧਰੇ ਅਖੰਡ ਪਾਠ ਹੋਣਾ ਨਹੀਂ ਚਾਹੀਦਾ, ਜਿਸ ਤਰ੍ਹਾਂ ਹੁਣੇ ਡਾਕਟਰ ਸਾਹਿਬ ਨੇ ਕਿਹਾ ਸੀ ਅਖੰਡ ਪਾਠ ਕਿਧਰੇ ਵੀ ਨਹੀਂ ਹੋਣਾ ਚਾਹੀਦਾ। ਇਹਦਾ ਫਾਇਦਾ ਕੀ ਹੈ? ਐਵੇਂ ਵੇਸਟ ਆਫ ਮਨੀ ਹੈ। ਔਰ 8ਵੀਂ ਪਾਸ ਜਿਹੜੇ ਬੰਦੇ ਹੁੰਦੇ ਨੇ ਉਹ ਆ ਕੇ ਅਖੰਡ ਪਾਠ ਸੁੱਤੇ ਹੁੰਦੇ ਨੇ, ਜਦੋਂ ਅਸੀਂ ਨਹੀਂ ਹੁੰਦੇ ਉਹ ਸੁੱਤੇ ਹੁੰਦੇ ਨੇ ਔਰ ਚੁੱਪ ਕੀਤੇ ਹੁੰਦੇ ਨੇ, 4-4 ਵਰਕੇ ਇਕੱਠੇ ਅੱਗੇ ਕਰ ਦਿੰਦੇ ਨੇ ਔਰ ਬੋਲ ਵੀ ਦੇਣ 48 ਘੰਟੇ। ਤੇ ਸਾਨੂੰ ਅਕਲ ਕੀ ਆਈ ਉਸ ਅਖੰਡ ਪਾਠ ਤੋਂ? ਉਹ ਤੇ ਇੱਕ ਹਵਨ ਕਰਾਉਣ ਵਾਲੀ ਗੱਲ ਹੁੰਦੀ ਹੈ ਅਖੰਡ ਪਾਠ, ਉਹਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ ਕਿ ਸਾਨੂੰ ਕਰਵਾਉਣ ਦੀ। ਇਲੈਕਟ੍ਰੋਨਿਕ ਮੀਡੀਆ ਦੇ ਨਾਲ ਅਸੀਂ ਕਰਨਾ। ਫਿਰ ਬੇਸਿਕਲੀ ਕੀ ਅਸੀਂ ਇਨਕਲਕੇਟ ਕਰਨਾ ਹੈ ਆਪਣੇ ਛੋਟੇ ਬੱਚਿਆਂ ਤੋਂ ਲੈ ਕੇ ਗੱਭਰੂਆਂ ਦੇ ਲਈ ਔਰ ਉਸ ਤੋਂ ਬਾਅਦ ਵੱਡਿਆਂ ਦੇ ਲਈ ਵੀ। ਇੱਕ ਤਾਂ ਸੈਲਫ ਐਸਟੀਮ ਉਹਨਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਇਨਕਲਕੇਟ ਕਰਨਾ ਹੈ, ਸੈਲਫ ਡਿਸਿਪਲਿਨ ਉਹਨਾਂ ਦੇ ਵਿੱਚ ਇਨਕਲਕੇਟ ਕਰਨਾ, ਮੋਰਲ ਵੈਲਿਊਜ਼ ਉਹਨਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਬਚਪਨ ਤੋਂ ਕਿ ਕੀ ਮੋਰਲ ਵੈਲਿਊਜ਼ ਨੇ। ਉਹ ਕਹਾਣੀਆਂ ਨਾਲ ਦੱਸਣਾ ਕਿ ਸਾਡੇ ਛੋਟੇ ਸਾਹਿਬਜ਼ਾਦੇ ਕਰਦੇ ਸੀ, ਵੱਡੇ ਸਾਹਿਬਜ਼ਾਦੇ ਨੇ ਇਹ ਕੀਤਾ ਸੀ, ਬਾਕੀ ਜਿਹੜੇ ਮਨੁੱਖ ਸਨ ਉਹਨਾਂ ਦੇ ਜਿਹੜੇ ਵੀ ਸਚਾਰ ਸਨ ਉਹਨਾਂ ਨੇ ਕੀ ਕੁਝ ਕੀਤਾ, ਉਹਨਾਂ ਨੇ ਮੋਰਲ ਵੈਲਿਊਜ਼ ਦੱਸੀਆਂ ਨੇ। ਫਿਰ ਲਵ ਫॉर ਨੇਚਰ ਔਰ ਐਨੀਮਲਸ, ਇਹ ਬੜੀ ਜ਼ਰੂਰੀ ਚੀਜ਼ ਹੈ। ਜਦੋਂ ਤੱਕ ਅਸੀਂ ਨੇਚਰ ਨਾਲ ਨਹੀਂ ਜੁੜਦੇ ਔਰ ਐਨੀਮਲਸ ਬਰਡਸ ਜਾਂ ਕੀੜੇ ਮਕੌੜੇ ਉਹਨਾਂ ਨਾਲ ਨਹੀਂ ਜੁੜਦੇ ਔਰ ਉਹਨਾਂ ਦਾ ਅਸੀਂ ਇਹ ਨਹੀਂ ਦੇਖਦੇ ਕਿ ਉਹਨਾਂ ਨੇ ਉਹ ਕੁਦਰਤ ਲਈ ਕੀ ਕਰ ਰਹੇ ਨੇ, ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਤਿਤਲੀ ਜਿਹੜੀ ਹੈ ਉਹ ਸਿਰਫ ਸਾਨੂੰ ਬਿਊਟੀਫੁਲ ਨਹੀਂ ਹੈ ਜਾਂ ਉਹ ਸਜਾਉਣ ਲਈ ਨਹੀਂ ਹੈਗੀ, ਉਹ ਤੇ ਪੋਲੀਨੇਸ਼ਨ ਕਰਦੀ ਹੈ ਸਾਰਿਆਂ ਦੀ। ਉਸੇ ਤਰੀਕੇ ਨਾਲ ਵਲਚਰ ਕੀ ਹੈ? ਵਲਚਰ ਕੋਈ ਬੁਰੀ ਚੀਜ਼ ਨਹੀਂ ਹੈ, ਉਹ ਤੇ ਸਾਰੀ ਸਫਾਈ ਕਰਦਾ ਹੈ ਸਾਡੇ ਲਈ। ਕੀੜੀਆਂ ਕੀ ਨੇ ਜਾਂ ਕਾਕਰੋਚ ਕੀ ਨੇ? ਉਹ ਤੇ ਸਾਡੇ ਘਰ ਦੀ ਸਫਾਈ ਕਰਦੇ ਨੇ ਜਿਹੜੀਆਂ ਚੀਜ਼ਾਂ ਡਿੱਗੀਆਂ ਹੁੰਦੀਆਂ ਨੇ। ਅਸੀਂ ਉਸ ਟੌਮ ਐਂਡ ਜੈਰੀ ਆ ਹੋਰ ਉਹ ਕਿੰਨੇ ਐਨੀਮਲ ਜਿਹੜੇ ਸਨ ਅੰਗਰੇਜ਼ਾਂ ਦੇ, ਉਹ ਸਾਰੇ ਉਹਨਾਂ ਨੂੰ ਐਨੀਮਲ ਦੇ ਨਾਲ ਪਿਆਰ ਸਿਖਾਉਂਦੇ ਨੇ ਔਰ ਕੰਪੈਸ਼ਨ ਸਿਖਾਉਂਦੇ ਨੇ। ਫਿਰ ਸਾਨੂੰ ਡਿਗਨਿਟੀ ਆਫ ਲੇਬਰ ਬਿਲਕੁਲ ਨਹੀਂ ਹੈ, ਹੰਕਾਰ। ਕਿਸੇ ਭਾਈ ਜੀ ਨੇ ਹੁਣੇ ਕਿਹਾ ਸੀ
ਹੰਕਾਰ ਬਹੁਤ ਜ਼ਿਆਦਾ ਵੇ। ਥੋੜਾ ਜਿਹਾ ਸਮਝ ਨਹੀਂ ਆ ਜਾਂਦੀ ਆਪਣੇ ਛੋਟੇ ਜਿਹੇ ਸਬਜੈਕਟ ਦੀ, ਤੇ ਇੰਨਾ ਹੰਕਾਰ ਹੋ ਜਾਂਦਾ ਦੂਜਿਆਂ ਨੂੰ ਤੇ ਅਸੀਂ ਕੁਝ ਸਮਝਦੇ ਨਹੀਂ, ਸੁਣਨਾ ਹੀ ਨਹੀਂ ਚਾਹੁੰਦੇ। ਹਾਂ ਬੇਸ਼ੱਕ ਉਹਦਾ ਬੋਲਣਾ ਠੀਕ ਨਹੀਂ ਹੈ, ਕੁਝ ਨਹੀਂ ਹੈ, ਇਹ ਸਾਰਾ ਕੁਝ ਹੈ। ਫਿਰ ਨੈਕਸਟ ਹੈ ਕਿ ਕੋਈ ਵੀ ਫ੍ਰੀ ਕਿਸੇ ਨੂੰ ਪੜ੍ਹਾਉਣਾ ਨਹੀਂ ਚਾਹੀਦਾ, ਕਿਸੇ ਉੱਤੇ ਕਿਦੀ ਮਦਦ ਫ੍ਰੀ ਕਦੀ ਨਹੀਂ ਕਰਨੀ ਚਾਹੀਦੀ। ਗੁਰਬਾਣੀ ਕਹਿੰਦੀ ਹੈ ਕਿ ਮੰਨੇ ਨਾਨਕ ਭਵੇ ਨਾ ਭਿੱਖ, ਕੋਈ ਭਿਖਾਰੀ ਨਹੀਂ ਬਣਾਣੇ ਅਸੀਂ। ਉਸ ਹੋਰ ਵੀ ਕਈ ਜਗ੍ਹਾ ਦੇ ਉੱਤੇ ਭਿਖਾਰੀ ਸਾਡਾ ਹੈ ਹੀ ਨਹੀਂ ਕੋਈ, ਤੇ ਅਸੀਂ ਬੱਚਿਆਂ ਨੂੰ ਕਿਉਂ ਭਿਖਾਰੀ ਬਣਾਈਏ। ਜਿਹੜੇ ਵੀ ਗਰੀਬ ਬੱਚੇ ਨੂੰ ਅਸੀਂ ਪੜ੍ਹਾਉਂਦੇ ਹਾਂ, ਜਿੰਨਾ ਮਰਜ਼ੀ ਪੜ੍ਹਾਓ, ਉਹਦੇ ਕੋਲ ਇਸ ਵੇਲੇ ਪੈਸੇ ਨਹੀਂ, ਉਹਨੂੰ ਲੋਨ ਦਿਓ ਔਰ ਉਸ ਦੇ ਕੋਲ ਰਾਈਟ ਅਪ ਲਾਓ ਕਿ ਜਦੋਂ ਤੂੰ ਕਮਾਣਾ ਸ਼ੁਰੂ ਕਰੇਗਾ, ਭਾਵੇਂ ਤੂੰ 100 ਰੁਪਇਆ ਮਹੀਨਾ ਸਾਨੂੰ ਵਾਪਸ ਕਰੇਗਾ, ਤੂੰ ਵਾਪਸ ਕਰੇਗਾ ਸਾਨੂੰ, ਕਿਸੇ ਨੂੰ ਵੀ ਫ੍ਰੀ ਨਹੀਂ ਦੇਣਾ। ਔਰ ਉਸ ਦਾ ਵੀ ਸੈਲਫ ਐਸਟੀਮ ਪੂਰਾ ਹੋਣਾ ਚਾਹੀਦਾ ਕਿ ਮੈਨੂੰ, ਮੈਂ ਠੀਕ ਹੈ ਇਹ ਲੈ ਰਿਹਾ, ਦਈ ਜਾਓ ਉਹਨੂੰ ਜਿੰਨਾ ਚਾਹੀਦਾ। ਤੁਸੀਂ ਵੱਡੇ, ਅਸੀਂ ਵੱਡੇ ਹਾਂ, ਅਸੀਂ ਦਈ ਜਾਵਾਂਗੇ, ਮਗਰ ਉਸ ਨੂੰ ਕਹਿਣਾ ਕਿ ਤੂੰ ਵਾਪਸ ਕਰਨਾ ਹੈ ਜਦੋਂ ਤੂੰ ਜਾਣਾ ਹੈ। ਇਹ ਨਹੀਂ ਕਿ ਉਹ ਬਣਨ ਤੋਂ ਬਾਅਦ ਫਿਰ ਤੂੰ ਜਾ ਕੇ ਉਹੀ ਨੈਗੇਟਿਵ ਚੀਜ਼ਾਂ ਕਰੇ, ਉਹਨੂੰ ਜੋੜ ਕੇ ਰੱਖਣਾ ਆਪਣੇ ਨਾਲ। ਫਿਰ ਨੈਕਸਟ ਹੈਗਾ ਕਿ ਗੁਰਦੁਆਰਾ ਜਿੱਥੇ 4-4 5-5 ਹੈਗੇ, ਇੱਕ ਪਿੰਡ ਵਿੱਚ ਜਾਂ ਇੱਕ ਸੈਕਟਰ ਦੇ ਵਿੱਚ ਜਾਂ ਕਾਲੋਨੀ ਦੇ ਵਿੱਚ 2-2 3-3 ਗੁਰਦੁਆਰੇ ਨੇ, ਉਹਨਾਂ 'ਚ ਇੱਕ ਗੁਰਦੁਆਰਾ ਹੋਣਾ ਚਾਹੀਦਾ। ਬਾਕੀ ਦੀਆਂ ਦੋਨੋਂ ਤਿੰਨੋਂ ਗੁਰਦੁਆਰਿਆਂ ਦੀਆਂ ਬਿਲਡਿੰਗਸ ਨੂੰ ਯੂਟਿਲਾਈਜ਼ ਕਰੋ, ਉਹਨਾਂ ਦੇ ਹੈਲਥ ਲਈ, ਉਹਨਾਂ ਦੀ ਮੈਂਟਲ ਹੈਲਥ, ਫਿਜ਼ੀਕਲ ਹੈਲਥ, ਔਰ ਲਾਇਬ੍ਰੇਰੀਜ਼ ਬਣਾਓ, ਉੱਥੇ ਉਹਨਾਂ ਨੂੰ ਪਿਕਚਰਸ ਦਿਖਾਓ, ਕਾਮਿਕਸ ਹੋਣ, ਐਨੀਮੇਸ਼ਨ ਦਿਖਾਓ। ਇਹ ਸਾਰਾ ਕੁਝ ਹੋਣਾ ਚਾਹੀਦਾ। ਮੇਰੇ ਖਿਆਲ ਵਿੱਚ ਇੰਨੇ ਪੁਆਇੰਟਸ ਹੈਗੇ ਨੇ। ਥੈਂਕ ਯੂ ਜੀ। ਹਾਂਜੀ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਤੁਸੀਂ ਬੜੇ ਪੁਆਇੰਟਸ ਰੱਖ ਕੇ ਗਏ ਹੋ, ਏਜ ਗਰੁੱਪ ਦੇ ਹਿਸਾਬ ਨਾਲ ਸਿਲੇਬਸ ਦਾ ਵੀ ਰੱਖ ਕੇ ਗਏ ਹੋ, ਕੁਦਰਤ ਦੇ ਨਾਲ ਪਿਆਰ ਦਾ ਵੀ ਰੱਖ ਕੇ ਗਏ ਹੋ, ਹਰ ਚੀਜ਼ ਨੂੰ ਤੁਸੀਂ ਕਵਰ ਕੀਤਾ ਹੈ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਹਾਂਜੀ ਭੈਣ ਜੀ ਬਲਵਿੰਦਰ ਕੌਰ ਜੀ, ਪਲੀਜ਼ ਆਪਣੇ ਵਿਚਾਰ ਰੱਖੋ ਜੀ। ਭੈਣ ਜੀ ਬਲਵਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੇ ਥੈਂਕ ਯੂ ਸਾਰਿਆਂ ਨੂੰ ਇਹਨੇ ਪੁਆਇੰਟ ਸ਼ੇਅਰ ਕਰਨ ਵਾਸਤੇ। ਤੇ ਆਈ ਐਮ ਮੈਂ ਪ੍ਰੈਜ਼ੈਂਟ ਜਨਰੇਸ਼ਨ ਦੇ ਥੋੜੇ ਪੁਆਇੰਟਸ ਆਪਣੇ ਤਰਫੋਂ ਰੱਖਣਾ ਚਾਹਾਂਗੀ। ਤੇ ਐਸ ਸਜੈਸਟਡ ਮੈਂ ਦਸ਼ਮੰਡ ਆਪਣੇ ਐਨਜੀਓ ਦੇ ਥਰੂ ਕਰਨੀ ਆ, ਸੈਕਸ਼ਨ 8 ਕੰਪਨੀ। ਐਂਡ ਜਦੋਂ ਮੈਂ ਗਲੋਬਲ ਸਿੱਖ ਨਾਲ ਕਾਉਂਸਲ ਨਾਲ ਕਨੈਕਟ ਹੋਈ ਸੀ, ਮੈਂ ਫਾਰਮਰਸ ਨਾਲ ਕੰਮ ਕਰਦੀ ਪਈ ਸੀ, ਫਾਰਮਰਸ ਐਂਡ ਵੂਮਨ। ਤੇ ਹੁਣ ਮੈਂ ਪੂਰਾ ਮੈਂ ਬੈਂਗਲੌਰ ਵਿੱਚ ਹੈਗੀ ਹਾਂ, ਤੇ ਮੈਂ ਪੂਰਾ ਕਰਨਾਟਕਾ ਕਵਰ ਕਰ ਲਿਆ ਹੈ ਔਨ ਦ ਕਲੈਕਟਿਵਸ, ਫਾਰਮਰਸ ਕਲੈਕਟਿਵਸ। ਤੇ ਮੈਂ ਉਹ ਕੰਮ ਕਰਦੀ ਪਈ ਹਾਂ ਜੋ ਅਸੀਂ ਡਿਸਕਸ ਕਰਦੇ ਪਏ ਸੀ। ਹੁਣ from the perspective of how to take this concept forward, ਮੇਰੀ ਇੱਕ ਵਿਨਤੀ ਹੈ ਐਲਡਰਸ ਨਾਲ ਕਿ ਐਜ਼ ਅ ਯੰਗਸਟਰ I want guidance, mentorship on strategy and leadership. ਉਹ ਇੱਕ ਪੁਆਇੰਟ ਜਿਹੜਾ ਹੈਗਾ ਏ, ਉਹ ਮੈਨੂੰ ਕਿਧਰੇ ਮਿਸਿੰਗ ਲੱਗਦਾ ਹੈ ਐਜ਼ ਅ ਯੰਗਸਟਰ, ਕਿ ਮੈਨੂੰ ਸਟ੍ਰੈਟੇਜੀ ਐਂਡ ਲੀਡਰਸ਼ਿਪ ਐਜ਼ ਫਰਮ ਦੀ ਐਲਡਰਸ ਚਾਹੀਦਾ ਹੈ ਜਦੋਂ ਮੈਂ ਇਸ ਕੰਮ ਨੂੰ ਅੱਗੇ ਲੈ ਕੇ ਜਾ ਰਹੀ ਹਾਂ। ਤੇ ਦੂਜਾ ਇਹ ਕਿ ਮੈਂ ਕਮਿਊਨੀਕੇਟ ਕਿਸ ਤਰ੍ਹਾਂ ਕਰਾਂ। ਤੇ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਨੂੰ ਲੋਕ ਕਿਸ ਤਰ੍ਹਾਂ ਇਨਫਲੂਐਂਸ ਹੋ ਕੇ ਅੱਗੇ ਜਾਣਗੇ, ਕਮਿਊਨੀਕੇਸ਼ਨ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਅੱਜ ਦੇ ਜ਼ਮਾਨੇ 'ਚ। ਤੇ ਇਹ ਦੋ ਪੁਆਇੰਟ ਮੈਂ ਅੱਗੇ ਰੱਖਣਾ ਚਾਹੁੰਦੀ ਸੀ ਕਿ ਮੈਂ ਆਲਰੇਡੀ ਉਹ ਫਾਰਮਰਸ ਨਾਲ ਕੰਮ ਕਰਦੀ ਪਈ ਸੀ, ਜਿਹੜਾ ਮੈਂ ਹੁਣ ਵੀ ਕਰ ਰਹੀ ਹਾਂ, ਤੇ ਵੂਮਨ ਨਾਲ। ਤੇ ਮੈਂ ਆਲਰੇਡੀ ਕਰਨਾਟਕਾ ਤੇ ਤਮਿਲਨਾਡੂ ਕਵਰ ਕਰ ਚੁੱਕੀ ਹਾਂ। ਤੇ ਮੇਰੇ ਕੋਲ ਕਾਫੀ ਫਾਰਮਰਸ ਕਲੈਕਟਿਵਸ ਹੈ ਨੇ, ਮੈਂ ਕਾਫੀ ਚੀਜ਼ਾਂ ਕਰਦੀ ਪਈ ਹਾਂ, ਗਵਰਨਮੈਂਟ ਨਾਲ ਵੀ ਕਰਦੀ ਪਈ ਹਾਂ, ਇੰਸਟੀਟਿਊਟਸ ਨਾਲ ਵੀ ਕਰਦੀ ਪਈ ਹਾਂ। ਤੇ ਹੁਣ ਅਗਰ ਮੈਂ ਦਸ਼ਮੰਡ ਦਾ ਕੰਸੈਪਟ ਅੱਗੇ ਲੈ ਕੇ ਜਾਵਾਂ, ਤੇ ਮੈਨੂੰ ਇੱਥੇ ਕੀ ਕਿਸ ਟਾਈਪ ਦੀ ਸਟ੍ਰੈਟੇਜੀ ਐਂਡ ਲੀਡਰਸ਼ਿਪ ਮੈਂਟਰਿੰਗ ਮਿਲ ਸਕਦੀ ਹੈ, ਤੇ ਦੂਜਾ ਮੈਂ ਇਹਨੂੰ ਕਿਸ ਤਰ੍ਹਾਂ ਕਮਿਊਨੀਕੇਟ ਕਰਾਂ, ਇਹ ਅਗਰ ਤੁਸੀਂ ਮੈਨੂੰ ਗਾਈਡ ਕਰੋਗੇ ਤੇ ਆਈ ਥਿੰਕ that will be a very good step for me and what has been spoken about on the platform. ਜੀ Thank you. ਬਹੁਤ ਬਹੁਤ ਧੰਨਵਾਦ। ਪਹਿਲੇ ਤਾਂ ਤੁਸੀਂ ਜੋ ਵੀ ਤੁਸੀਂ ਵਰਕ ਕਰ ਰਹੇ ਆ, ਕੰਮ ਕਰ ਰਹੇ ਆ, ਉਹਦੇ ਬਾਰੇ ਆਪਣੀ ਕਈ ਵਾਰੀ ਗੱਲ ਵੀ ਹੋਈ ਹੈ ਫੋਨ ਤੇ, ਔਰ ਤੁਸੀਂ ਜਿਹੜੀ ਹੈ ਸਾਂਝ ਵੀ ਹੁਣ ਪਾਈ ਹੈ। ਤਾਂ ਜ਼ਰੂਰ ਭੈਣ ਜੀ, ਜਿਹੜੀ ਵੀ ਤੁਹਾਨੂੰ ਕੋਈ ਵੀ ਗਾਈਡੈਂਸ ਬਲਵਿੰਦਰ ਦੀ ਚਾਹੀਦੀ ਹੋਏਗੀ ਕਿਸ ਤਰ੍ਹਾਂ ਹੈ, ਉਹਦੇ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ। ਤੇ ਆਪਾਂ ਪਲੀਜ਼ ਉਹਦੀ ਜਿਹੜੀ ਆਪਾਂ ਮੀਟਿੰਗ ਤੋਂ ਬਾਅਦ ਜਾਂ ਕਦੀ ਵੀ ਆਪਾਂ ਸਾਰੇ ਜਾਣੇ ਬੈਠ ਕੇ ਉਹਦੀ ਗੱਲ ਜਿਹੜੀ ਉਹ ਜ਼ਰੂਰ ਕਰਾਂਗੇ। ਹਾਂਜੀ, ਆਪ ਜੀ ਤੋਂ ਬਾਅਦ ਵੀਰ ਸਿਮਰਨਜੀਤ ਸਿੰਘ ਜੀ। ਹਾਂਜੀ ਵੀਰ ਜੀ, ਪਲੀਜ਼ ਵਿਚਾਰ ਰੱਖੋ ਜੀ ਆਪਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ।
ਗੱਲ ਦਸਵੰਧ ਦੀ ਹੋ ਰਹੀ ਹੈ। ਮੈਂ ਬਹੁਤ ਜਲਦੀ ਆਪਣੀ ਗੱਲ ਕੰਪਲੀਟ ਕਰਾਂਗਾ ਕਿ ਬਹੁਤ ਇੱਥੇ ਸੂਝਵਾਨ ਲੋਕ ਬੈਠੇ ਨੇ ਆਲਰੇਡੀ। ਆਈ ਥਿੰਕ ਮੈਨੂੰ ਲੱਗਦਾ ਹੈ ਟੌਪਿਕ ਨਾਲ ਭਲੀ ਭਾਂਤ ਲੋਕੀ ਜਾਣੂ ਵੀ ਨੇ। ਲੋੜ ਜਿਵੇਂ ਸਰਬਜੀਤ ਅੰਕਲ ਜੀ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਹੈ, ਕਰਮਜੀਤ ਸਿੰਘ ਨੂਰ ਅੰਕਲ ਜੀ ਨੇ ਔਰ ਹਰੀ ਜੀ ਨੇ, ਡਾਕਟਰ ਹਰੀ ਸਿੰਘ ਜੀ ਨੇ। ਬੇਸਿਕਲੀ ਪ੍ਰੋਬਲਮ ਕਿੱਥੇ ਹੈ ਕਿ ਸਾਡੀ ਕੌਮ ਕੋਲ ਮੁੱਦੇ ਬਹੁਤ ਹੈ। ਮਤਲਬ ਸਾਡੇ ਅਗਰ ਅੱਜ ਅਸੀਂ ਗੱਲ ਕਰੀਏ, ਦਿੱਕਤਾਂ ਬਹੁਤ ਹੈਗੀਆਂ, ਲਿਸਟ ਬਣਾਉਣ ਬੈਠਾਂਗੇ ਬਹੁਤ ਹੈ, ਲੇਕਿਨ ਸਾਡੇ ਕੋਲ ਕੋਈ ਅਪਰੋਚ ਨਹੀਂ ਹੈ, ਕੋਈ ਰੋਡ ਮੈਪ ਨਹੀਂ ਹੈ ਆਉਣ ਵਾਲੇ ਸਾਲਾਂ ਦੇ ਵਿੱਚ, ਜਾਂ ਸਾਡੀ ਕੌਮ ਦੇ ਕੋਲ ਕੁਝ ਐਸਾ ਪਲੇਟਫਾਰਮ ਨਹੀਂ ਬਣ ਪਾ ਰਿਹਾ ਪਿਛਲੇ ਕੁਝ ਵੀ ਪੋਲੀਟੀਕਲ ਕਹਿ ਲਓ ਜਾਂ ਸਾਡੀ ਆਪਸੀ ਜਥੇਬੰਦੀਆਂ ਦੀ ਟਕਰਾਵ ਕਹਿ ਲਓ। ਹੁਣ ਜਿੱਥੇ ਗੱਲ ਆਉਂਦੀ ਹੈ ਉੱਥੇ ਦਸਵੰਧ ਦੀ, ਮੈਂ ਦਿੱਲੀ ਦੀ ਗੱਲ ਕਰਾਂਗਾ, ਕੋਈ ਮੈਂ ਦਿੱਲੀ ਹਿੱਚੀ ਸਾਡੀ ਜਿਹੜੀ ਛੋਟੀ ਛੋਟੀ ਸੰਸਥਾਵਾਂ ਉਹਨਾਂ ਨਾਲ ਗੱਲ ਔਰ ਕੰਮ ਕਰਨ ਦਾ ਮੌਕਾ ਵੀ ਮਿਲਦਾ ਹੈ। ਬੇਸਿਕਲੀ ਸਭ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਬੈਨਰ ਥੱਲੇ ਕੰਮ ਕਰਨਾ ਚਾਹੁੰਦੇ ਹੈ। ਬਹੁਤ ਸਾਰੀ ਇੱਥੇ ਜਥੇਬੰਦੀਆਂ ਬਣ ਗਈਆਂ ਜੋ ਚਾਹ ਕੇ ਵੀ ਇੱਕ ਜਗ੍ਹਾ ਇਕੱਠੇ ਨਹੀਂ ਹੋਣਾ ਚਾਹੁੰਦੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿੱਛੇ ਕੌਮੀ ਇਕੱਤਰਤਾ ਰੱਖਣ ਵਾਸਤੇ ਅਸੀਂ ਬਹੁਤ ਪ੍ਰਯਾਸ ਕੀਤਾ, ਸਾਨੂੰ 30 ਸਿੰਘ ਸਭਾਵਾਂ ਨੇ ਨਾ ਕਰ ਦਿੱਤੀ ਸਿਰਫ ਸਾਨੂੰ ਜਗ੍ਹਾ ਦੇਣ ਵਾਸਤੇ। ਹੁਣ ਅਸੀਂ ਹਿਸਾਬ ਲਗਾਈਏ, ਅਸੀਂ ਗੱਲਾਂ ਬਹੁਤ ਕਰਦੇ ਹਾਂ, ਭਾਵੇਂ ਸੋਸ਼ਲ ਮੀਡੀਆ ਤੇ ਕਰਦੇ ਹਾਂ, ਬਹੁਤ ਜਗ੍ਹਾ ਹੁੰਦੀ ਹੈ, ਪਰ ਗਰਾਊਂਡ ਲੈਵਲ ਤੇ ਜਦ ਅਸੀਂ ਗੱਲ ਕਰਦੇ ਹਾਂ ਇੱਕ ਹੋਣ ਦੀ, ਜਥੇਬੰਦੀਆਂ ਨੂੰ ਹੱਥ ਪੈਰ ਜੋੜਨੇ ਆ ਕਿ ਇੱਕ ਜਗ੍ਹਾ ਆ ਕੇ ਆਓ, ਗੱਲ ਗੁਰਮਤ ਦੀ ਕਰ ਲਈਏ, ਗੱਲ ਕੌਮ ਦੀ ਕਰ ਲਈਏ, ਉੱਥੇ ਅਸੀਂ ਇਕੱਠੇ ਨਹੀਂ ਹੋ ਪਾਉਂਦੇ। ਅਸੀਂ ਵੱਖਰੇ ਵੱਖਰੇ ਵੰਡੇ ਹੋਏ ਹਾਂ, ਆਪਣੇ ਆਪਣੇ ਬੈਨਰ ਥੱਲੇ ਕੰਮ ਕਰਨਾ ਚਾਹ ਰਹੇ ਹਾਂ। ਹੁਣ ਪੜ੍ਹਾਈ, ਦਵਾਈ, ਕਮਾਈ, ਇਹ ਤਿੰਨ ਚੀਜ਼ਾਂ ਮੈਨੂੰ ਲੱਗਦਾ ਕਿ ਬਹੁਤ ਲੋੜ ਹੈਗੀ ਹੈ ਇਸ ਟਾਈਮ ਸਾਡੀ ਕੌਮ ਨੂੰ। ਹੁਣ ਮੈਂ ਰੀਸੈਂਟਲੀ ਗੱਲ ਕਰਾਂਗਾ, ਪਿੱਛੇ ਇਹ 21 ਤਰੀਕ ਨੂੰ ਅਸੀਂ ਗੁਰਮਤ ਪ੍ਰੋਗਰਾਮ ਕਰਨ ਦੀ ਇੱਕ ਸਿੰਘ ਸਭਾ ਨੂੰ ਬੇਨਤੀ ਕੀਤੀ ਸੀ ਹੱਥ ਜੋੜ ਕੇ ਕਿ ਸਾਨੂੰ ਐਜ਼ ਅ ਸਾਇੰਸ ਔਰ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਇੱਕ ਘੰਟੇ ਦਾ ਇੱਕ ਪ੍ਰੈਜੈਂਟੇਸ਼ਨ ਸ਼ੋਅ ਰੱਖਣਾ ਹੈਗਾ ਹੈ। ਪਹਿਲੇ ਵੀ 7-8 ਗੁਰਦੁਆਰੇ ਅਸੀਂ ਦਿੱਲੀ ਕਵਰ ਕਰ ਚੁੱਕੇ ਹਾਂ। ਉਹਨਾਂ ਨੇ ਸਾਨੂੰ ਪਹਿਲੇ ਤੇ ਬਹੁਤ ਨਾ ਬੋਲੀ ਔਰ ਫਿਰ ਲਾਸਟ ਦੇ ਵਿੱਚ ਬਹੁਤ ਮੇਰੇ ਸੇ ਇੱਕ ਹਾਸੇ ਵਾਲੀ ਗੱਲ ਵੀ ਸੀ ਕਿ ਉਹਨਾਂ ਨੇ ਇੱਕ ਬੇਨਤੀ ਕੀਤੀ ਜੀ ਸਾਡੇ ਇੱਥੇ ਨਾ ਦੁਸ਼ਹਿਰਾ ਸਮਾਗਮ ਚੱਲ ਰਿਹਾ ਤੇ ਇਸ ਕਰਕੇ ਅਸੀਂ ਤੁਹਾਨੂੰ ਐਂਟਰਟੇਨ ਨਹੀਂ ਕਰ ਪਾਵਾਂਗੇ। ਬੇਸਿਕਲੀ ਠੀਕ ਹੈ, ਇੱਕ ਮਨਮਤ ਪ੍ਰਚਾਰ ਕਰਨਾ ਔਰ ਇੱਕ ਗੁਰਮਤ ਦਾ ਪ੍ਰਚਾਰ ਕਰਨਾ ਦੋਨੋਂ ਅਲੱਗ-ਅਲੱਗ ਚੀਜ਼ ਹੈ। ਦੁਸ਼ਹਿਰਾ ਸਮਾਗਮ ਮੈਨੂੰ ਲੱਗਦਾ ਹੈ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਵਾਸਤੇ, ਜਿਹਦੇ ਵਿੱਚ ਇੱਕ ਮਤਲਬ ਅਲੱਗ ਹੀ ਮਤਲਬ ਇੱਕ ਲਹਿਰ ਚਲਾਈ ਜਾ ਰਹੀ ਹੈ। ਉਹ ਮੈਨੂੰ ਨਹੀਂ ਸਮਝ ਆ ਰਹੀ ਉਹ ਦੁਸ਼ਹਿਰਾ ਸਮਾਗਮ ਕਿੱਥੋਂ ਆਇਆ, ਕਿੱਥੋਂ ਹੋ ਰਿਹਾ ਹੈ, ਲੈ ਕੇ ਕਿੱਥੇ ਜਾਏਗਾ, ਕੀ ਸਿਖਾਏਗਾ, ਜਾਂ ਸਿਰਫ ਵੱਡੀ ਵੱਡੀ ਆਵਾਜ਼ਾਂ ਤੇ ਵਾਹਿਗੁਰੂ ਵਾਹਿਗੁਰੂ ਬੋਲਣਾ ਸਿਖਾਏਗਾ। ਖੈਰ ਇਹਨਾਂ ਚੀਜ਼ਾਂ ਵਿੱਚ ਨਹੀਂ ਜਾਵਾਂਗੇ। ਬੇਸਿਕਲੀ ਲੋੜ ਹੈ ਤੇ ਲੋਕਾਂ, ਕੁਝ ਐਸੇ ਲੋਕ ਨੇ ਜਿਹੜੇ ਦਸਵੰਧ ਦੇਣਾ ਚਾਹੁੰਦੇ ਹੈ, ਉਹ ਕਹਿੰਦੇ ਸਾਨੂੰ ਬੱਚੇ ਦਿਓ, ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਬਟ ਅਲਟੀਮੇਟਲੀ ਕਿਤੇ ਨਾ ਕਿਤੇ ਪੈਸਾ ਮਨ ਲੱਗਦਾ ਬਰਬਾਦ ਫਿਰ ਅਲਟੀਮੇਟਲੀ ਉੱਥੇ ਜਾ ਕੇ ਹੋ ਜਾਂਦਾ ਹੈ ਸਿਰਫ ਲੰਗਰਾਂ ਤੇ, ਕਿਉਂਕਿ ਸਾਡੇ ਕੋਲ ਵੈਰੀਫਾਈਡ ਕੇਸਿਸ ਹੀ ਨਹੀਂ ਹੋ ਪਾਉਂਦੇ। ਮੈਂ ਤੁਹਾਨੂੰ ਸਹੀ ਦੱਸਾਂ, ਲੋੜ ਬਹੁਤ ਹੈ, ਗੱਲ ਭਾਈਆਂ ਦੀ ਕਰੀਏ ਜਾਂ ਬੱਚਿਆਂ ਦੀ, ਛੋਟੇ ਛੋਟੇ ਆਂਦੇ ਹੈ, ਬਟ ਕਈ ਇਸ ਤਰ੍ਹਾਂ ਦੇ ਵੈਸੇ ਨਿਕਲ ਜਾਂਦੇ ਆ ਜਿਹੜੇ ਫੇਕ ਵੀ ਨਿਕਲ ਜਾਂਦੇ ਆ। ਦੇਣਾ ਚਾਹੁੰਦੇ ਆ ਲੋਕ ਦਸਵੰਧ, ਆਪਣੀ ਕਿਰਤ ਕਮਾਈਆਂ ਵਿੱਚੋਂ ਕੰਮ ਕਰਨਾ ਚਾਹ ਰਹੇ ਆ, ਬੱਚਿਆਂ ਦੀ ਪੜ੍ਹਾਈ ਵਾਸਤੇ, ਲੋਕਲ ਗੁਰਦੁਆਰੇ ਦੇ ਭਾਈਆਂ ਵਾਸਤੇ, ਉਹਨਾਂ ਦੇ ਬੱਚਿਆਂ ਵਾਸਤੇ, ਪਰ ਅਲਟੀਮੇਟਲੀ ਮੈਨੂੰ ਲੱਗਦਾ ਹੈ ਗੱਲ ਉੱਥੇ ਖਤਮ ਹੋ ਜਾਂਦੀ ਹੈ ਕਿਉਂਕਿ ਸਾਡੀ ਇੱਥੇ ਬਹੁਤ ਸਾਰੀ ਸਿੰਘ ਸਭਾਵਾਂ ਹੈ, ਹਜ਼ਾਰਾਂ ਦੀ ਤਾਦਾਦ ਹੈ, ਉਹ ਹਰ ਇੱਕ ਸਿੰਘ ਸਭਾਵਾਂ ਦੇ ਵਿੱਚ ਇੱਕ ਮਸੰਦ ਬਹਿ ਗਿਆ ਆ ਕੇ, ਜੋ ਆਪਣੇ ਹਿਸਾਬ ਨਾਲ, ਆਪਣੀ ਗੋਲਕਾਂ ਦੇ ਹਿਸਾਬ ਨਾਲ ਕੰਮ ਕਰਨਾ ਚਾਹ ਰਿਹਾ ਹੈ, ਸਿਰਫ ਲੰਗਰ ਦੇ ਹਿਸਾਬ ਨਾਲ ਕੰਮ ਕਰਨਾ ਚਾਹ ਰਿਹਾ। ਉਹ ਲਾਇਬ੍ਰੇਰੀ ਖੋਲਣ ਦੇ ਮੂਡ ਵਿੱਚ ਨਹੀਂ ਹੈਗਾ, ਉਹ ਲੰਗਰ ਦੇ ਮੂਡ ਵਿੱਚ ਹੈ, ਕਿਉਂਕਿ ਲੰਗਰ ਦੇ ਨਾਲ ਹੀ ਉਹ ਸੰਗਤ ਨੂੰ ਆਪਣੀ ਅਪਰੋਚ ਦਿਖਾ ਪਾਉਂਦਾ ਹੈ। ਜੇ ਅਸੀਂ ਕਿਸੇ ਕੋਲ ਜਾਂਦੇ ਹਾਂ ਲੈ ਕੇ ਕਿ ਅਸੀਂ ਗੁਰਮਤ ਦਾ ਪ੍ਰਚਾਰ ਕਰਨਾ ਹੈ, ਕੋਈ ਕੈਂਪ ਲਗਾਉਣਾ, ਉੱਥੇ ਸਾਨੂੰ ਨਾ ਹੀ ਮਿਲਦੀ ਹੈ ਕਿਉਂਕਿ ਅਲਟੀਮੇਟਲੀ ਉਹਦੇ ਵਿੱਚ ਉਹਨਾਂ ਦੀ ਨਾਂ ਨਹੀਂ ਹੋ ਪਾਉਂਦਾ। ਤੇ ਹੁਣ ਦਸਵੰਧ ਦਾ ਫਿਰ ਕੰਮ ਵਿਗੜਦਾ ਉੱਥੇ ਆ ਕੇ, ਕਿਉਂਕਿ ਫਿਰ ਅਲਟੀਮੇਟਲੀ ਜੋ ਕਿ ਫਿਰ ਜਾ ਕੇ ਨਾ ਲੰਗਰ ਔਰ ਆਟਾ ਦਾਲ ਚਾਵਲ ਹੀ ਦਾਨ ਦੇ ਆਉਂਦੇ, ਕਿਉਂਕਿ ਉਹਨਾਂ ਕੋਲ ਕੁਝ ਵੈਰੀਫਾਈਡ ਕੇਸਿਸ ਹੀ ਨਹੀਂ ਹੋ ਪਾਉਂਦੇ, ਜਾਂ ਜਿਹੜੇ ਹੋ ਪਾਉਂਦੇ ਹੈ ਉਹ ਉਸ ਲੈਵਲ ਤੱਕ ਨਹੀਂ ਹੋ ਪਾਉਂਦੇ, ਤਦ ਤੱਕ ਗੱਲ ਬਹੁਤ ਖਤਮ ਹੋ ਜਾਂਦੀ ਹੈ। ਤੇ ਮੇਰੀ ਬਸ ਇਹੀ ਬੇਨਤੀ ਹੈ, ਮੈਂ ਆਈ ਥਿੰਕ ਇਹਨਾਂ ਵਿੱਚ ਤੁਹਾਡੇ ਲੋਕਾਂ ਕੋ ਉਮਰ ਵਿੱਚ ਵੀ ਬਹੁਤ ਛੋਟਾ ਵਾ, ਮੈਂ ਸਿੱਖ ਰਿਹਾ ਵਾਂ, ਮੈਂ ਕੰਮ ਕਰ ਰਿਹਾ,
ਔਰ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਡੀ ਜਿਹੜੀ ਕੌਮ ਹੈ ਉਹ ਮੁੱਦਿਆਂ ਤੇ ਨਾ ਹੋ ਕੇ ਛੋਟੇ ਛੋਟੇ ਦਵਾਈ ਪੜ੍ਹਾਈ ਕਮਾਈ ਇਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦੇਵੇ। ਔਰ ਜਿੱਥੇ ਸਿੰਘ ਸਭਾਵਾਂ ਮਸੰਦਾ ਦਾ ਅੱਜ ਕਬਜ਼ਾ ਹੋ ਗਿਆ, ਇਹਨਾਂ ਨੂੰ ਅਸੀਂ ਦੁਬਾਰਾ ਐਜ਼ ਅ ਅਵੇਅਰਨੈਸ ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂਆਤ ਕਰ ਪਾਈਏ। ਦਿੱਕਤਾਂ ਤੇ ਬਹੁਤ ਆਉਂਦੀਆਂ, ਔਰ ਇਹ ਗੁਰੂ ਸਾਹਿਬ ਦਾ ਵੀ ਕਹਿਣਾ ਹੈ ਕਿ ਦਿੱਕਤਾਂ ਤੇ ਬਹੁਤ ਆਉਣਗੀਆਂ, ਪਰ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਰਵਾਂਗੇ। ਤੇ ਜਿੱਥੇ ਜਿੱਥੇ ਲੋੜ ਹੋਵੇਗੀ, ਭਾਵੇਂ ਸਿੱਖ ਹੈਲਪਲਾਈਨ ਪਿੱਛੇ ਸ਼ੁਰੂ ਹੋਈ ਹੈ, ਜਿਹਨਾਂ ਨਾਲ ਇੱਕ ਵੈਰੀਫਾਈਡ ਕੇਸਿਸ ਲੱਭੇ ਜਾ ਰਹੇ ਆ ਬੱਚਿਆਂ ਵਾਸਤੇ, ਬਹੁਤ ਇਸ ਤਰ੍ਹਾਂ ਦੀ ਹੈ, ਬਟ ਇਕੱਠਾ ਨਹੀਂ ਹੋ ਪਾ ਰਿਹਾ, ਇਸ ਕਾਰਨ ਉਹ ਉਹਦੀ ਪਿੱਚ ਨਹੀਂ ਤਿਆਰ ਹੋ ਪਾ ਰਹੀ, ਉਹਦੇ ਵਾਸਤੇ ਕੰਮ ਨਹੀਂ ਹੋ ਪਾ ਰਿਹਾ। ਪਰ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਸਾਨੂੰ ਛੋਟੀ ਛੋਟੀਆਂ ਚੀਜ਼ਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲ ਜਾਏ ਤੇ ਅਸੀਂ ਕਿਤੇ ਨਾ ਕਿਤੇ ਜਾ ਕੇ ਇੱਕ ਰੋਡ ਮੈਪ ਤਿਆਰ ਕਰ ਲਈਏ, ਜਿਹਨਾਂ ਨਾਲ ਸਾਡੀ ਕੌਮ ਅੱਗੇ ਜਾ ਕੇ ਇੱਕ ਅੱਛੇ ਲੈਵਲ ਤੇ, ਭਾਵੇਂ IAS ਹੋਣ, ਭਾਵੇਂ ਪੁਲਿਸ ਹੋਵੇ, ਭਾਵੇਂ ਵਕੀਲ ਹੋਵੇ, ਭਾਵੇਂ ਸੰਸਦ ਦੇ ਵਿੱਚ ਜਾ ਕੇ ਪਹੁੰਚ ਹੋ ਪਾਵੇ। ਉਹ ਪੜ੍ਹਾਈ ਦਵਾਈ ਕਮਾਈ ਨਾਲ ਹੀ ਹੋ ਪਾਏਗੀ ਜੀ। ਬੋਲਾਂ ਚ ਕਦੀ ਖਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਆਪ ਜੀ ਨੇ ਪੜ੍ਹਾਈ ਕਮਾਈ ਦਵਾਈ ਦੀ ਗੱਲ ਕੀਤੀ, ਔਰ ਦਿੱਲੀ ਦੇ ਵਿੱਚ ਬੜੇ ਜ਼ੋਰ ਦੇ ਨਾਲ ਇਹ ਗੱਲ ਕਹੀ ਜਾਂਦੀ ਹੈ। ਮੇਰੀ ਗੱਲ ਵੀ ਹੋਈ ਸੀ ਉਹਨਾਂ ਨਾਲ, ਜਿਹੜੇ ਇਹ ਨਾਅਰਾ ਦਿੰਦੇ ਨੇ ਕਿ ਪੜ੍ਹਾਈ ਦਵਾਈ ਕਮਾਈ। ਮੈਂ ਕਿਹਾ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ, ਸਾਰੇ ਦਿੱਲੀ ਵਾਲੇ ਇਕੱਠੇ ਹੋ ਜਾਓ। ਬਾਕੀ ਨਹੀਂ, ਉਸ ਗੱਲ ਤੇ ਆ ਕੇ ਫਿਰ ਉਹ ਚੁੱਪ ਕਰ ਜਾਂਦੇ ਨੇ। ਫਿਰ ਸਭ ਨੇ ਆਪਣੀਆਂ ਆਪਣੀਆਂ ਬੰਸਰੀਆਂ ਫੜੀਆਂ ਹੋਈਆਂ ਨੇ, ਤਾਂ ਕਰਕੇ ਵੀ ਜਿਹੜੀ ਗੱਲ ਆ ਉਹ ਬਣਦੀ ਨਹੀਂ ਹੈ। ਖੈਰ ਲੱਗੇ ਰਹੀਏ, ਕਿਤੇ ਨਾ ਕਿਤੇ ਜ਼ਰੂਰ ਪਹੁੰਚਾਂਗੇ ਤਾਂ ਜ਼ਰੂਰ। ਹਾਂਜੀ, ਆਪ ਜੀ ਤੋਂ ਬਾਅਦ ਸਾਡੇ ਵੀਰ ਕਿਰਪਾਲ ਸਿੰਘ ਬਠਿੰਡਾ ਜੀ। ਹਾਂਜੀ ਵੀਰ ਜੀ, ਪਲੀਜ਼ ਵਿਚਾਰ ਸਾਂਝੇ ਕਰੋ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ ਜੀ। ਮੈਂ ਅੱਜ ਸਵੇਰ ਦਾ ਸੈਸ਼ਨ ਵੀ ਜਿਹੜਾ ਸੁਣਿਆ, ਹੁਣ ਦਾ ਵੀ ਸੁਣਿਆ, ਵਿਚਾਰ ਸਾਰੇ ਸਪੀਕਰਾਂ ਦੇ। ਮੈਂ ਇਕੱਲੇ ਇਕੱਲੇ ਦਾ ਨਾਂ ਕੀ ਲਵਾਂ, ਕਿਉਂਕਿ ਸਮਾਂ ਕਾਫੀ ਹੋ ਗਿਆ ਤੇ ਛੇਤੀ ਮੁਕਾਉਣੀ ਹੈ ਗੱਲ, ਕਿ ਸਾਰਿਆਂ ਦੇ ਹੀ ਬਹੁਤ ਸੋਹਣੇ ਸੀ। ਮੈਂ ਕਿਸੇ ਨਾਲ ਵੀ ਅਸਹਿਮਤੀ ਪ੍ਰਗਟ ਨਹੀਂ ਕਰਦਾ, ਪਰ ਕਈ ਵਾਰ ਜਿਹੜੀ ਹੈ ਨਾ ਉਹ ਕੰਟਰਾਡਿਕਸ਼ਨ ਲੱਗਦੀ ਹੈ। ਹਾਲਾਂਕਿ ਮੈਨੂੰ ਨਹੀਂ ਲੱਗਦੀ, ਪਰ ਇਸ ਤਰ੍ਹਾਂ ਦੀ ਹੁੰਦੀ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਸੁਝਾਅ ਆਇਆ ਹੈ, ਜਿਹੜਾ ਕਿ ਅਸੀਂ ਖੁਦ ਵੀ ਦਿੰਦੇ ਰਹੇ ਹਾਂ, ਕਿ ਲੰਗਰ ਜਿਹੜੇ ਆ ਉਹ ਸਾਦੇ ਹੋਣੇ ਚਾਹੀਦੇ ਆ। ਇੱਥੇ ਬਹੁਤ ਜਿਹੜੇ ਹੈਗੇ ਆ ਉਹ ਵੱਖੋ ਵੱਖਰੇ ਦੇ ਜਿਹੜੇ ਪਕਵਾਨ ਨਹੀਂ ਹੋਣੇ ਚਾਹੀਦੇ। ਪਰ ਜਦੋਂ ਇਹ ਗੱਲ ਕਹੀ ਦੀ ਹੈ ਤੇ ਸਾਨੂੰ ਸੁਣਾ ਦਿੱਤੀ ਜਾਂਦੀ ਹੈ ਗੁਰਬਾਣੀ ਦੇ ਵਿੱਚ, ਜਿਹੜੀ ਇੱਕ ਤੁਕ, ਕਿ ਦੇਖੋ ਗੁਰਬਾਣੀ 'ਚ ਤਾਂ ਲਿਖਿਆ ਕੀ ਆ ਉਹ ਜਿਹੜੀ ਹੈਗੀ ਦੌਲਤ ਵੱਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਕਿ ਉਹ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਇੱਥੇ ਤਾਂ ਜਿਹੜੀ ਹੈਗੀ ਹੈ ਘਿਓ ਵਾਲੀ ਜਿਹੜੀ ਹੈ ਉਹ ਖੀਰ ਬਣਨ ਦੀ ਵੀ ਗੱਲ ਕੀਤੀ, ਤੇ ਤੁਸੀਂ ਸਾਦੇ ਦੀ ਗੱਲ ਕਰਦੇ ਹੋ। ਇਹ ਕੰਟਰਾਡਿਕਸ਼ਨ ਹੁੰਦੀ ਹੈ। ਇੱਕ ਤਾਂ ਇਸ ਦਾ ਕੋਈ ਜਵਾਬ ਜਿਹੜਾ ਹੈਗਾ, ਜੇ ਕੋਈ ਵਿਦਵਾਨ ਦੇ ਦੇ ਤਾਂ ਉਹ ਚੰਗੀ ਗੱਲ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ ਦਸਵੰਧ ਦੀ ਜਿਹੜੀ ਗੱਲ ਹੈ, ਕਿਉਂਕਿ ਜਿਹੜੇ ਸਵੇਰੇ ਵੀ ਜਿੰਨੇ ਵੀ ਪ੍ਰੋਜੈਕਟ ਦੱਸੇ ਗਏ ਔਰ ਸ਼ਾਮ ਨੂੰ ਵੀ ਦੱਸੇ ਗਏ ਹੈ, ਇਹ ਇੱਕ ਕੇਂਦਰੀ ਜਿਹੜੀ ਸਥਾਨ ਦੇ ਉੱਤੇ ਦਸਵੰਧ ਇਕੱਠਾ ਕੀਤੇ ਤੋਂ ਬਗੈਰ ਨਹੀਂ ਹੋ ਸਕਦੇ, ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਹੈ ਔਰ ਬਹੁਤ ਵੱਡਾ ਪੈਸਾ ਚਾਹੀਦਾ। ਇਹਦੇ ਵਾਸਤੇ ਕੇਂਦਰੀ ਸਥਾਨ ਤੇ ਹੋਣਾ ਚਾਹੀਦਾ। ਦੂਸਰੇ ਪਾਸੇ ਆਪਾਂ ਕਹਿੰਦੇ ਵੀ ਜਿੰਨੀਆਂ ਸਾਡੀਆਂ ਉਹ ਸੰਸਥਾਵਾਂ ਬਣ ਚੁੱਕੀਆਂ ਹੈ, ਉੱਥੇ ਕਰਪਸ਼ਨ ਇੰਨੇ ਆ ਗਈ ਕਿ ਉਹ ਖਾ ਜਾਂਦੇ ਹੈ। ਇਸ ਕਰਕੇ ਆਪਣੇ ਮਤਲਬ ਆਪਣੇ ਆਪ ਹੀ ਜਿਹੜੀ ਤੁਸੀਂ ਲੋੜਵੰਦ ਦੀ ਸਹਾਇਤਾ ਕਰੋ, ਬਸ ਇਹੀ ਦਸਵੰਧ ਹੈ। ਸ਼ਾਇਦ ਕਰਨਲ ਜਿਹੜੇ ਹੈਗੇ ਸਾਹਿਬ ਨੇ ਜਿਹੜੀ ਇੱਕ ਨੇ ਇਹ ਵਿਊ ਵੀ ਦਿੱਤਾ ਸੀਗਾ ਕਿ ਦਸਵੰਧ ਦੀ ਕਿਤੇ ਵੀ ਜਿਹੜੀ ਹੈਗੀ ਆ ਉਹ ਸ਼ਬਦ ਹੀ ਹੈ ਨਹੀਂ, ਨਾ ਗੁਰਬਾਣੀ ਦੇ ਵਿੱਚ, ਨਾ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ। ਇਹ ਨੰਦ ਲਾਲ ਦੀਆਂ ਗਜ਼ਲਾਂ ਦੇ ਵਿੱਚ ਹੈ, ਤੇ ਨੰਦ ਲਾਲ ਸਾਡੇ ਤੇ ਥੋਪਿਆ ਗਿਆ। ਇੱਕ ਇਹ ਤੁਹਾਨੂੰ ਥੋੜੀ ਜਿਹੀ ਕਲੈਰੀਫਿਕੇਸ਼ਨ ਕਰਦੇ ਹੋ, ਉਹਨਾਂ ਦੇ ਵਿੱਚੋਂ, ਉਹਨਾਂ ਦੀ ਲਿਖਤ ਦੇ ਵਿੱਚੋਂ ਕਿਹੜੀ ਐਸੀ ਗੱਲ ਹੈ, ਇੱਕ ਅੱਧੀ ਨੇ 5-7 ਜਿਹੜੀਆਂ ਇਸ ਤਰ੍ਹਾਂ ਦੀਆਂ ਦੱਸੀਆਂ ਜਾਣ ਕਿ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਇਹ ਗੁਰਮਤਿ ਦੇ ਵਿਰੋਧੀ ਹੈ। ਜੇ ਇੰਨੀਆਂ ਕੁ ਗੱਲਾਂ ਗੁਰਮਤਿ ਵਿਰੋਧੀ ਹੋ ਗਈਆਂ ਤਾਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸਾਡੇ ਤੇ ਥੋਪੇ ਗਏ ਹੈ। ਅਦਰਵਾਈਜ਼ ਆਪਾਂ ਜਿਹੜਾ ਨਾ ਉਹ ਬਗੈਰ ਹੀ ਕਿਸੇ ਸਬੂਤ ਤੋਂ ਇਹ ਗੱਲ ਨਹੀਂ ਕਹਿ ਸਕਦੇ। ਇੱਕ ਇਸ ਦੀ ਥੋੜੀ ਕਲੈਰੀਫਿਕੇਸ਼ਨ ਦੇ ਦਿੱਤੀ ਤਾਂ ਅੱਛੀ ਗੱਲ ਹੈ। ਬਸ ਮੇਰੇ ਇਹੀ 2 ਸਵਾਲ ਸੀਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਇੱਕ ਤਾਂ ਤੁਹਾਡਾ ਸਵਾਲ ਸੀ ਕਿ ਜਿਹੜਾ ਉਦਾਹਰਨ ਦਿੱਤੀ ਜਾਂਦੀ ਹੈ, ਬਲਵੰਡ ਕੀ ਵੀ ਨੇਕ ਜਾਨ ਜਿਸ ਬਹੁਤੀ ਸ਼ੌਂਕ ਪਤਰਾਲੀ, ਲੰਗਰ ਦੌਲਤ ਦੀ ਰਸ ਅੰਮ੍ਰਿਤ ਖੀਰ ਘਿਆਲੀ। ਇਹ ਤਾਂ ਮੈਂ ਆਪਣੇ ਵੀਰ ਡਾਕਟਰ ਸਰਬਜੀਤ ਸਿੰਘ ਜੀ ਨੂੰ ਕਹਾਂਗੀ ਕਿ ਉਹ ਇਹਦਾ ਜਵਾਬ ਜਿਹੜਾ ਹੈ ਉਹ ਦੇ ਸਕਦੇ ਤਾਂ ਜ਼ਰੂਰ ਦੇਣ। ਦੂਸਰਾ, ਤੁਸੀਂ ਕਰਨਲ ਸਾਹਿਬ ਨੂੰ ਸਵਾਲ ਕੀਤਾ ਹੈ ਕਿ ਜਿਹੜਾ ਇਹਨਾਂ ਨੇ ਸਵੇਰੇ ਕਿਹਾ ਸੀ ਕਿ ਭਾਈ ਨੰਦ ਲਾਲ ਜੀ ਜਿਹੜੇ ਨੇ ਉਹ ਸਾਡੇ ਤੇ ਥੋਪੇ ਗਏ ਨੇ,
ਇਹਨਾਂ ਨੂੰ ਕਿੱਥੋਂ ਹਮ। ਲੱਗਦਾ ਹੈ ਜਾਂ ਕਿਹੜੀਆਂ ਉਸ ਤਰ੍ਹਾਂ ਦੀਆਂ ਕੋਈ ਪੰਕਤੀਆਂ ਜਾਂ ਕੁਝ ਕੱਢ ਕੇ ਦੱਸਣ। ਸੋ ਪਹਿਲੇ ਮੈਂ ਵੀਰ ਸਰਬਜੀਤ ਸਿੰਘ ਜੀ ਨੂੰ ਕਹਾਂਗੀ ਕਿ ਉਹ ਜੇ ਗੁਰਬਾਣੀ ਦੀ ਭਾਈ ਸੱਤਾ ਐਂਡ ਭਾਈ ਬਲਵੰਡ ਜੀ ਦੀ ਵਾਰ ਹੈ ਜਿਹੜੀ, ਉਹਦੇ ਵਿੱਚੋਂ ਇਹ ਜਿਹੜੀ ਪੰਕਤੀ ਲਈ ਗਈ ਆ, ਜੇ ਤੁਸੀਂ ਜਵਾਬ ਦਿਓ ਤਾਂ ਬੜੀ ਮਿਹਰਬਾਨੀ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵੀਰ ਜੀ। ਵੇਖਿਆ ਜਾਵੇ ਨਾ ਤੇ ਅਸੀਂ ਖੁਦ ਹੀ ਆਪਣਾ ਪ੍ਰਚਾਰ ਬਣਾਉਣੇ ਆ ਕਈ ਵਾਰੀ, ਔਰ ਖੁਦ ਹੀ ਉਹਦੀ ਵਿਰੋਧਤਾ ਵਾਲੀਆਂ ਚੀਜ਼ਾਂ ਐਡ ਕਰ ਦਿੰਦੇ ਆ, ਜਿਹਦੇ ਨਾਲ ਜਿਹੜਾ ਕਿ ਸਾਨੂੰ ਫਿਰ ਕੰਟਰਡਿਕਸ਼ਨ ਚ ਆ ਜਾਂਦੇ ਹੈਗੇ। ਜਿਸ ਤਰ੍ਹਾਂ ਵੀਰ ਜੀ ਨੇ ਪਹੁੰਚ ਕੀਤਾ ਖੀਰ ਦਾ, ਇਹਦਾ ਮੈਂ ਸਪਸ਼ਟ ਹੈ ਕਿ ਉਸ ਵੇਲੇ ਖੀਰ, ਵੈਸੇ ਦੁੱਧ ਨੂੰ ਕਹਿੰਦੇ ਖੀਰ ਹੈਗੇ ਉਸ ਸਮੇਂ ਜਿਹੜਾ ਹੈਗਾ ਵਾ, ਉਹ ਹੈਗਾ ਵਾ। ਤੇ ਜੇ ਖੀਰ ਵੀ ਹੈਗੀ, ਵੰਡਣੀ ਕੋਈ ਐਸੀ ਮਨਾ ਵਾਲੀ ਗੱਲ ਨਹੀਂ ਹੈਗੀ, ਪਹਿਲੀ ਗੱਲ ਵੇਖਿਆ ਜਾਵੇ। ਦੂਸਰੀ ਗੱਲ ਆ ਜਾਂਦੀ ਹੈਗੀ ਆ, ਹੁਣ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂ ਚ ਵੀ ਗੱਲ ਵੇਖੀ ਹੈ ਨਾ, ਤੇ ਉੱਥੇ ਗੁਰੂ ਮਹਾਰਾਜ ਮੋਤੀ ਤਾਂ ਮੰਦਰ ਉਸਰੇ ਰਤਨੀ ਕਾ ਹੋ ਜੜਾਓ, ਉੱਥੇ ਸਿਰਫ ਸਪਸ਼ਟ ਕਿਹਾ ਵਾ ਕਿ ਕਿਤੇ ਵੀ ਰੋਕ ਨਹੀਂ ਹੈਗੀ ਤੁਹਾਨੂੰ, ਉੱਚੇ ਤੋਂ ਉੱਚੇ ਲੈਵਲ ਤੇ ਪਹੁੰਚੋ, ਪਰ ਸਿਰਫ ਇੱਕੋ ਵਾਰਨਿੰਗ ਦਿੱਤੀ ਹੈ, ਮਤ ਦੇਖ ਭੁਲਾ ਵਿਸਰੇ ਤੇਰਾ ਚਿਤਰਾ ਵੇ ਨਾ। ਭੁੱਲਣਾ ਵਿਸਰੇ। ਹਾਂ, ਇਹ ਚੀਜ਼ ਧਿਆਨ ਰੱਖਣੀ ਹੈਗੀ ਆ। ਔਰ ਦੂਸਰੀ ਜਿਹੜੀ ਗੱਲ ਹੈਗੀ ਨਾ, ਅਸੀਂ ਲੰਗਰ ਦੇ ਸੰਬੰਧ ਚ ਕਰਦੇ ਹੈਗੇ ਆ, ਇਟ ਹੈਜ਼ ਟੂ ਬੀ ਬੈਲੈਂਸਡ ਡਾਈਟ। ਉਹਦੇ ਵਾਸਤੇ ਸਾਨੂੰ ਜਿਹੜੀ ਚੀਜ਼ ਦੀ ਵੀ ਲੋੜ ਹੈ ਉਹ ਹੋਣੀ ਚਾਹੀਦੀ ਹੈਗੀ ਆ। ਇਹ ਨਹੀਂ ਕਿ ਖਾਲੀ ਦਾਲ ਬਣਾਈ ਚਲੋ ਰੋਜ਼, ਜਾਂ ਮਾਂਹ ਦੀ ਦਾਲ ਬਣਾਈ ਚਲੋ, ਔਰ ਬਾਅਦ ਪੇਟ ਖਰਾਬ ਹੋ ਜਾਏ ਸਾਡਾ। ਇਹ ਵੀ ਅਸੀਂ ਸਿੱਖਣਾ ਹੈਗਾ ਵਾ। ਇੱਕ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ ਕਿ ਹਾਂ, ਇਹ ਨਹੀਂ ਕਿ ਤੁਸੀਂ ਪੀਜ਼ੇ ਜਾਂ ਹੋਰ ਇਹੋ ਜਿਹੀ ਚੀਜ਼ਾਂ ਐਡ ਕਰੀ ਜਿਹੜੀ ਹੈ ਜਿਹਦੇ ਵਿੱਚ ਤੁਸੀਂ ਪ੍ਰੋਸੈਸ ਫੂਡ ਯੂਜ਼ ਕਰਦੇ ਹੋ, ਔਰ ਜਿੰਨਾ ਤੁਸੀਂ ਆਪਣੇ ਪੇਟ ਖਰਾਬ ਕਰੋ। ਉਹਨਾਂ ਚੀਜ਼ਾਂ 'ਚ ਮਨਾਹੀ ਹੈਗੀ ਆ ਜੇ ਤੁਸੀਂ ਗੁਰਮਤਿ ਦੇ ਲੈਵਲ ਤੇ ਆਧਾਰ ਤੇ ਜਾਓਗੇ। ਬੈਲੈਂਸ ਫੂਡ ਕੋਈ ਵੀ ਹੈਗੇ, ਭਾਵੇਂ ਫਰੂਟ ਹੋਣ, ਸਬਜ਼ੀਆਂ ਹੋਣ, ਦਾਲਾਂ ਹੋਣ, ਉਹਨਾਂ ਦੀ ਕੋਈ ਮਨਾਹੀ ਨਹੀਂ। ਔਰ ਇਹ ਚੀਜ਼ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ। ਬੈਲੈਂਸ ਫੂਡ ਜਿਸ ਤਰ੍ਹਾਂ ਅਸੀਂ ਘਰ ਖਾਣੇ ਹੈਗੇ ਆ, ਠੀਕ ਉਸੇ ਤਰ੍ਹਾਂ ਹੀ ਬੈਲੈਂਸ ਫੂਡ ਗੁਰਦੁਆਰਾ ਸਾਹਿਬ 'ਚ ਵੀ ਹੋਣੀ ਚਾਹੀਦੀ ਹੈਗੀ ਆ। ਇਹ ਨਹੀਂ ਕਿ ਖਾਲੀ ਦਾਲ ਬਣਾਈ ਚਲੋ। ਇਹ ਜਿਨ੍ਹਾਂ ਨੇ ਕੰਸੈਪਟ ਬਣਾਇਆ ਹੈਗਾ, ਇਹ ਉਹੀ ਜਵਾਬ ਦੇ ਸਕਦੇ ਹੈਗੇ ਆ। ਗੁਰਮਤਿ ਦੇ ਆਧਾਰ ਤੇ ਵੀ ਨਹੀਂ ਹੈਗਾ, ਸਾਇੰਸ ਦੇ ਆਧਾਰ ਤੇ ਵੀ ਨਹੀਂ ਇਹ ਚੀਜ਼ ਹੈਗੀ। ਇਸ ਕਰਕੇ ਸਿਰਫ ਬਲੈਂਕਟ ਪ੍ਰੋਪੇਗੈਂਡੇ ਦੇ ਆਧਾਰ ਤੇ ਵੀ ਸਾਨੂੰ ਆਪਣੇ ਓਪੀਨੀਅਨ ਨਹੀਂ ਬਣਾਉਣੇ ਚਾਹੀਦੇ। ਉਸ ਨੂੰ ਜ਼ਰੂਰ ਸਾਇੰਸ ਦੇ ਤੌਰ ਤੇ ਵਿਚਾਰੋ, ਗੁਰਮਤਿ ਦੇ ਤੌਰ ਤੇ ਵਿਚਾਰਾਂਗੇ ਤਾਂ ਸਾਨੂੰ ਪਤਾ ਲੱਗਾ ਕਿ ਹਾਂ, ਬੈਲੈਂਸ ਫੂਡ ਵਾਸਤੇ ਕੋਈ ਮਨਾਹੀ ਨਹੀਂ, ਔਰ ਨਾ ਹੀ ਗੁਰੂ ਸਾਹਿਬ ਨੇ ਕਿਸੇ ਤਰ੍ਹਾਂ ਦੀ ਮਨਾਹੀ ਕੀਤੀ ਸੀਗੀ। ਪੂਰਨ ਤੌਰ ਤੇ ਬੈਲੈਂਸ ਖਾਣਾ ਖਾਂਦੇ ਜੀ। ਬਲਕਿ ਵੇਖੋ ਜਾਵੇ ਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਤੇ ਇਸ ਤਰ੍ਹਾਂ ਸ਼ਾਇਦ ਸੁਣੇ ਜਾਂਦੇ ਹੈਗੇ ਆ, ਕੁਛ ਥਾਵਾਂ ਤੇ ਸੀ ਲੰਗਰ ਪੂਰਾ ਤਿਆਰ ਹੁੰਦਾ ਸੀ, ਸਾਂਝਾ ਲੰਗਰ। ਹਰ ਘਰ 'ਚ ਨਹੀਂ ਸੀ ਖਾਣਾ ਬਣਾਇਆ ਜਾਂਦਾ। ਉਹਦਾ ਮੰਤਵ ਇਹੋ ਹੀ ਸੀਗਾ ਕਿ ਜਿਹੜਾ ਹੈਗਾ ਵਾ, ਜਿੰਨਾ ਅਸੀਂ ਟਾਈਮ ਜਾਂ ਮਨੀ ਇੱਕ ਜਗ੍ਹਾ ਵੀ ਹਰ ਇੱਕ ਜਾਣਾ ਵੇਸਟ ਕਰਦਾ ਹੈਗਾ ਵਾ, ਉਹ ਇੱਕ ਦੋ ਜਾਣੇ ਉਸ ਚੀਜ਼ ਨੂੰ ਕਵਰ ਕਰ ਸਕਦੇ, ਬਾਕੀ ਕੁਝ ਹੋਰ ਕੰਮ ਕਰ ਸਕਦੇ ਹੈਗੇ ਆ। ਔਰ ਦੂਸਰਾ ਜਿਹੜਾ, ਜਦੋਂ ਵੀ ਅਸੀਂ ਲੰਗਰ ਦੇ ਤੌਰ ਤੇ ਖਾਣਾ ਤਿਆਰ ਕਰਦੇ ਹੈਗੇ ਆ, ਸਾਡੀ ਵੇਸਟੇਜ ਹਾਰਡਲੀ 10% 20% ਹੋਏਗੀ। ਲੇਕਿਨ ਜਦੋਂ ਅਸੀਂ ਘਰਾਂ 'ਚ ਖਾਣਾ ਬਣਾਉਂਦੇ ਹੈਗੇ, ਸਾਡੀ ਵੇਸਟੇਜ 50% 100% ਤੱਕ ਵੀ ਜਾ ਸਕਦੀ ਹੈਗੀ ਆ। ਫਿਊਲ ਅਸੀਂ ਬਹੁਤ ਐਕਸਟਰਾ ਯੂਜ਼ ਕਰਦੇ ਹੈਗੇ ਆ। ਜੇ ਮਾਰਕੀਟ 'ਚੋਂ ਚੀਜ਼ਾਂ ਖਰੀਦਣ ਜਾਵਾਂਗੇ ਤਾਂ ਸਾਨੂੰ ਮਹਿੰਗੀਆਂ ਮਿਲਣਗੀਆਂ, ਅਗਰ ਇੰਡੀਵਿਜੂਅਲੀ ਖਰੀਦਦੇ ਹੈਗੇ ਆ, ਹੋਲਸੇਲ ਸਾਨੂੰ ਸਸਤੀਆਂ ਪੈਣਗੀਆਂ। ਇਸ ਕਰਕੇ ਲੰਗਰ ਦਾ ਕੰਸੈਪਟ ਮਾੜਾ ਨਹੀਂ ਆ। ਲੰਗਰ ਵਿੱਚ ਬੈਲੈਂਸ ਡਾਈਟ ਪੂਰੀ ਹੋਣੀ ਚਾਹੀਦੀ ਹੈਗੀ ਆ। ਹਾਂ, ਇਹੋ ਜਿਹਾ ਲੰਗਰ ਨਾ ਬਣਾਓ ਕਿ ਤੁਹਾਨੂੰ ਜਾ ਕੇ ਸੜਕਾਂ ਤੇ ਰੋੜ ਹੋ ਜਿਹੜਾ, ਉਹ ਲੰਗਰ ਨਹੀਂ ਕਹਿਲਾ ਸਕਦੇ। ਉਹ ਅਸੀਂ ਆਪਣੀ ਸ਼ੋਸ਼ਾਪਣਾ ਕਹਿ ਲਓ ਜਾਂ ਆਪਣਾ ਵਿਖਾਵਾ ਕਰ ਰਹੇ ਹੈਗੇ। ਔਰ ਮੈਨੂੰ ਯਾਦ ਹੈਗਾ ਇੱਥੇ ਵੀ, ਜਿਸ ਤਰ੍ਹਾਂ ਨਿਊ ਬੰਬੇ 'ਚ ਵੀ ਜਿਹੜਾ ਹੈਗਾ ਵਾ ਨਗਰ ਕੀਰਤਨ ਚੱਲਦਾ, ਜਿਹਦਾ ਟੋਟਲ ਡਿਊਰੇਸ਼ਨ ਜਿਹੜਾ ਹੈਗਾ 4 ਜਾਂ 5 ਘੰਟੇ ਹੁੰਦਾ ਵਾ। ਸਟਾਰਟਿੰਗ 'ਚ ਲੰਗਰ ਵੀ ਹੁੰਦਾ ਵਾ, ਐਂਡ ਤੇ ਵੀ ਹੁੰਦਾ ਹੈਗਾ ਵਾ, ਤੇ ਵਿੱਚ 10-10 ਲੰਗਰ ਦੇ ਬਣਾਉਣ ਦੀ ਕੋਈ ਲੋੜ ਨਹੀਂ ਗੀ। ਕਿਸੇ ਨੂੰ ਭੁੱਖ ਨਹੀਂ ਲੱਗੀ ਹੁੰਦੀ, ਖਾਲੀ ਜਿਹੜਾ ਹੈਗਾ ਅਸੀਂ ਜੋ ਲੈਨੇ ਉਥੋਂ ਅੱਧੀਆਂ ਚੀਜ਼ਾਂ ਸੜਕ ਤੇ ਰੋੜਦੇ ਹੈਗੇ ਆ। ਜੇ ਵੱਧ ਤੋਂ ਵੱਧ ਲੋੜ ਹੈਗੀ ਆ, ਰਸਤੇ 'ਚ ਇੱਕ ਜਗ੍ਹਾ ਬਣਾਇਆ ਜਾ ਸਕਦਾ ਵਾ, ਐਵਰੀ 3 ਆਵਰਸ ਗੈਪ ਦੇ ਹਿਸਾਬ ਨਾਲ, ਜਾਂ ਕੁਝ ਇਸ ਹਿਸਾਬ ਨਾਲ ਵੇਖ ਸਕਦੇ ਜਿੱਥੇ ਹੈਗੇ ਆ ਉੱਥੇ ਲੋੜ ਹੈਗੀ ਆ। ਅਦਰਵਾਈਜ਼ ਲੋੜ ਨਹੀਂ ਬਾਕੀ ਥਾਵਾਂ ਤੇ। ਅਦਰਵਾਈਜ਼ ਬਾਕੀ ਲੋਕਾਂ ਨੂੰ ਸਿਰਫ ਲੋੜ ਹੁੰਦੀ ਸਭ ਤੋਂ ਵੱਧ ਪਾਣੀ ਦੀ ਜਾਂ ਹੋਰ ਕਿਸੇ ਚੀਜ਼ ਦੀ। ਔਰ ਜਿੰਨੇ ਵੀ ਲੰਗਰ ਖਾਣ ਵਾਲੇ ਹੁੰਦੇ ਹੈਗੇ ਆ, ਮੈਂ ਇਹ ਵੀ ਨੋਟ ਕੀਤਾ ਹੈਗਾ ਵਾ, ਜਿਹੜੇ ਨਗਰ ਕੀਰਤਨ ਦੇ ਨਾਲ ਚੱਲ ਰਹੇ ਹੁੰਦੇ ਉਹ ਨਹੀਂ ਜਾਂਦੇ ਭੱਜਦੇ। ਉਹਨਾਂ ਵਾਸਤੇ ਵੱਖਰੇ ਹੀ ਲੋਕ ਹੁੰਦੇ ਆ ਜਿਹੜੇ ਉੱਥੇ ਭੀੜ ਲਾਈ ਹੁੰਦੀ ਹੈ ਸਟਾਲਾਂ ਤੇ, ਔਰ ਉੱਥੇ ਖਾਣ 'ਚ ਲੱਗੇ ਹੁੰਦੇ ਆ। ਇਸ ਕਰਕੇ ਇਹ ਚੀਜ਼ਾਂ ਅਸੀਂ ਵਿਖਾਵੇ ਔਰ ਗਲਤ ਵਰਤੋਂ ਦੋਵਾਂ ਚੀਜ਼ਾਂ ਰੋਕ ਕੇ ਸਹੀ ਦਿਸ਼ਾ ਵੱਲ ਜਾਣਾ ਹੈਗਾ। ਗੁਰੂ ਮਹਾਰਾਜ ਨੇ ਸਾਨੂੰ ਕਿਤੇ ਨਹੀਂ ਕਿਸੇ ਤਰ੍ਹਾਂ ਦੀ ਰੁਕਾਵਟ ਪਾਈ ਕਿ ਅਸੀਂ ਉੱਚੇ ਪੱਧਰ ਤੇ ਨਾ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਹਾਂਜੀ ਵੀਰ ਜੀ, ਤੁਹਾਡਾ ਦੂਸਰਾ ਸਵਾਲ ਸੀ ਸਾਡੇ ਕਰਨਲ ਮਨਮੋਹਨ ਸਿੰਘ ਵੀਰ ਜੀ ਕੋਲੋਂ। ਹਾਂਜੀ ਵੀਰ ਜੀ ਪਲੀਜ਼, ਤੁਸੀਂ ਭਾਈ ਨੰਦ ਲਾਲ ਜੀ ਦੀ ਗੱਲ ਕੀਤੀ ਸੀ, ਉਹਦਾ ਜਵਾਬ ਦੇ ਸਕਦੇ। ਹਾਂਜੀ, ਪਹਿਲਾਂ ਤੇ ਮੈਂ ਇਹ ਗੱਲ ਬੜੀ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਦੇ ਲਈ ਕਿ ਇਹ ਜਿਹੜਾ ਜ਼ੂਮ ਦੀ ਮੀਟਿੰਗ ਹੈ,
ਇਸ ਤਰ੍ਹਾਂ 1 to 1 ਕਿਸੇ ਪੁਆਇੰਟ ਨੂੰ ਲੈ ਕੇ ਡਿਸਕਸ਼ਨ ਨਹੀਂ ਹੈ। ਜਿਹੜੇ ਬਾਕੀ ਇਹਦੇ ਵਿੱਚ 15-20 ਹੋਰ ਸਰੋਤੇ ਹੈਗੇ ਨੇ ਉਹਨਾਂ ਦੇ ਡਿਫਰੈਂਟ ਮੀਨਿੰਗਸ ਹੋਣਗੇ ਔਰ ਇਹ ਗੱਲ ਕਿੱਥੋਂ ਦੀ ਕਿੱਥੇ ਚਲੀ ਜਾਏਗੀ। ਮੈਂ ਕਿਰਪਾਲ ਸਿੰਘ ਜੀ ਨਾਲ ਇਸ ਨੂੰ ਇਨ 1 to 1 ਕਰਾਂਗਾ ਔਰ ਪੂਰੀ ਤਰ੍ਹਾਂ ਨੂੰ ਕੰਪਲੀਟ ਕਰਾਂਗਾ। ਮੈਂ ਬੇਸਿਕਲੀ ਆਪਣਾ ਤੁਹਾਨੂੰ ਮਾਈਂਡ ਹੁਣੇ ਵੀ ਦੱਸਣਾ ਚਾਹਨਾ ਕਿ ਭਾਈ ਗੁਰਦਾਸ ਜੀ ਔਰ ਭਾਈ ਨੰਦ ਲਾਲ ਜਿਨ੍ਹਾਂ ਦੀਆਂ ਕਿ ਕੀਰਤਨ ਦਰਬਾਰ ਸਾਹਿਬ ਵਿੱਚ ਕੀਤਾ ਜਾਂਦਾ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਨਾਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਥੋਪੇ ਗਏ ਨੇ ਸਾਡੇ ਉੱਤੇ। ਇਹਨਾਂ ਦੀ ਕੋਈ ਬਾਣੀ ਇਹੋ ਜਿਹੀ ਨਹੀਂ ਹੈ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਏ, ਫਿਰ ਵੀ ਇਹ ਥੋਪੇ ਗਏ ਨੇ ਔਰ ਇਹਨਾਂ ਦੇ ਵਿੱਚ ਕਾਫੀ ਪ੍ਰੂਫਸ ਹੈਗੇ ਨੇ ਜਿਹੜੇ ਕਿ ਮੈਂ ਕਿਰਪਾਲ ਸਿੰਘ ਜੀ ਦੇ ਨਾਲ 1 to 1 ਕਰਾਂਗਾ। ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਵੀਰ ਕਿਰਪਾਲ ਸਿੰਘ ਜੀ, ਮੈਂ ਆਪ ਜੀ ਨੂੰ ਵੀਰ ਜੀ ਦਾ ਨੰਬਰ ਦੇ ਦਿਆਂਗੀ, ਫੋਨ ਨੰਬਰ, ਤੇ ਤੁਸੀਂ ਆਪਸ ਦੇ ਵਿੱਚ ਗੱਲ ਜ਼ਰੂਰ ਕਰ ਲੈਣਾ। ਹਾਂਜੀ, ਬਹੁਤ ਧੰਨਵਾਦ ਆਪ ਜੀ ਦਾ। ਵੀਰ ਲਾਲ ਸਿੰਘ ਜੀ ਪਲੀਜ਼, ਤੁਸੀਂ ਪਹਿਲੇ ਵੀ ਹੈਂਡ ਰੇਜ਼ ਕੀਤਾ ਸੀ ਤਾਂ ਪਲੀਜ਼ ਤੁਸੀਂ ਆਪਣੀ ਗੱਲ ਰੱਖੋ ਜੀ। ਹਾਂਜੀ ਵੀਰ ਜੀ, ਅਨਮਿਊਟ ਕਰੋ ਪਲੀਜ਼। ਵੀਰ ਲਾਲ ਸਿੰਘ ਜੀ ਪਲੀਜ਼ ਅਨਮਿਊਟ ਕਰੋ ਜੀ। ठीक है, आप जी तो बात जिन्ना दा हैंड रेज्ड है BSK, मेरा ख्याल है बलजीत सिंह कटियाल जी ने। हाँ जी वीर जी प्लीज तुसी गल रख लो मेरे तक। हेलो, मेरी आवाज आ रही है जी? हाँ जी आ रही वीर जी, आ रही है जी। वाहिगुरू जी का खालसा वाहिगुरू जी की फतेह। पहला ते मैं माफी मंगना वा कि मैं मेरा इंटरनेट नहीं हैगा ते आई डिड नॉट, गड़बड़ चल रही है, रिपेयर चल रही है ते आई कुड नॉट हियर द होल ਸੈਮੀਨਾਰ। ਪਰ ਜਿਹੜੀਆਂ ਮੈਨੂੰ ਮੋਟੀਆਂ ਗੱਲਾਂ ਕੁਝ ਥੋੜੀਆਂ ਬਹੁਤ ਸਮਝ ਆਈਆਂ ਨੇ, ਉਹਦੇ ਹਿਸਾਬ ਨਾਲ ਮੈਂ ਦੇਖਿਆ ਇੰਟੈਲੈਕਚੁਅਲ ਜਗਲਰੀ ਬੜੀ ਹੋ ਰਹੀ ਹੈ ਤੇ ਇਹਦੇ ਵਿੱਚ ਤੁਹਾਨੂੰ ਪ੍ਰੋਜੈਕਟ ਛੋਟਾ ਚੁੱਕਣਾ ਚਾਹੀਦਾ। 1 ਚੁੱਕੋ, 2 ਚੁੱਕੋ, 3 ਚੁੱਕੋ, ਉਸ ਤੋਂ ਬਾਅਦ ਖੱਬੇ ਸੱਜੇ ਦੇਖਣਾ ਬੰਦ ਕਰੋ ਔਰ ਉਹਨਾਂ ਨੂੰ ਪੂਰੇ ਕਰੋ। ਛੋਟਾ ਪ੍ਰੋਜੈਕਟ ਲਓਗੇ ਤੁਹਾਡਾ ਕੌਨਫੀਡੈਂਸ ਬਣੇਗਾ ਜੇ ਤੁਸੀਂ ਸਕਸੈਸਫੁਲ ਹੋ ਜਾਓਗੇ। ਜਦੋਂ ਤੁਹਾਡਾ ਕੌਨਫੀਡੈਂਸ ਵਧੀਆ ਹੋ ਜਾਏਗਾ then you can ਤੁਹਾਡਾ ਹਿਆ ਪਾਏਗਾ ਕਿ ਅਸੀਂ ਹੋਰ ਵਧੀਆ ਕੰਮ ਕਰੀਏ। ਸੋ ਇਹ ਹਿਊਮਨ ਸਾਈਕੋਲੋਜੀ ਹੈ। ਮੈਂ ਇਹਦੀ ਵੀ ਗੱਲ ਕਰ ਲਾਂ, ਉਹਦੀ ਵੀ ਗੱਲ ਕਰ ਲਾਂ, ਮੈਂ 500 ਚੀਜ਼ਾਂ ਦੀ ਗੱਲ ਕਰ ਲਾਂ, ਮੇਕਸ ਨੋ ਸੈਂਸ ਟੂ ਮੀ। ਤੇ ਇਹ ਚੀਜ਼ਾਂ ਬੜੀਆਂ ਸੋਚੇ। ਆਰਗੇਨਾਈਜੇਸ਼ਨਲੀ individually Sikh community is very successful. Organizationally I do not hesitate to say that we are failure in many ways. ਐਂਡ ਉਹਦੇ ਉੱਤੇ ਸਾਨੂੰ ਥੋੜ੍ਹਾ ਬਹੁਤ ਸੋਚਣਾ ਚਾਹੀਦਾ ਤੇ ਬੜੇ ਧਿਆਨ ਨਾਲ ਗੱਲ ਕਰਨੀ ਚਾਹੀਦੀ ਹੈ। ਦੂਸਰੀ ਮੈਂ ਕਿਉਂਕਿ ਮੈਂ ਸਾਰਾ ਸੁਣਿਆ ਨਹੀਂ, ਸੋ ਆਈ ਕੈਨੋਟ। ਫੋਰ ਐਨ ਐਗਜ਼ਾਮਪਲ, ਦਿੱਲੀ ਦੇ ਵਿੱਚ ਸਿੱਖ ਰਹਿੰਦੇ ਨੇ, ਉਹ ਇੱਕੋ ਪ੍ਰੋਜੈਕਟ ਲੈ ਲੈਣ ਕਿ ਅਸੀਂ ਪੰਜਾਬੀ ਲੈਂਗੁਏਜ ਨੂੰ ਇੱਥੇ ਪ੍ਰੋਪੇਗੇਟ ਕਰਨਾ ਔਰ ਸਾਰਾ ਉਹਨਾਂ ਦਾ ਕਨੈਕਸ਼ਨ ਨੇ ਵਿਦ ਦ ਮੈਨੇਜਮੈਂਟ ਐਂਡ ਦ ਪੋਲੀਟੀਕਲ ਲੀਡਰਸ। ਔਰ ਫੋਰਨ 에ਅਰਪੋਰਟ ਦੇ ਉੱਤੇ 70% ਤੋਂ ਉੱਤੇ ਪੰਜਾਬੀ ਆਉਂਦਾ ਬਾਹਰੋਂ, ਕੋਈ ਪੰਜਾਬੀ ਨਹੀਂ ਬੋਲੀ ਜਾਂਦੀ, ਕੋਈ ਉੱਥੇ ਫੈਸਿਲਿਟੀ ਨਹੀਂ ਪੰਜਾਬੀ ਦੀ। ਜਸਟ ਟੇਕ ਦੈਟ ਪ੍ਰੋਜੈਕਟ ਐਂਡ ਪੈਸਾ ਵੀ ਨਹੀਂ ਲੱਗਦਾ, ਕੁਝ ਵੀ ਨਹੀਂ ਲੱਗਦਾ, ਕੋਈ ਦਸਵੰਧ ਦੀ ਲੋੜ ਨਹੀਂ ਹੈ, ਐਫਰਟ ਦੀ ਲੋੜ ਹੈਗੀ ਆ। ਸੋ ਜੇ ਉਹ ਤੁਸੀਂ ਸਕਸੈਸਫੁਲ ਹੋ ਜਾਓਗੇ ਫਿਰ ਤੁਸੀਂ ਪੈਸੇ ਵਾਲੇ ਪ੍ਰੋਜੈਕਟ ਤੇ ਵੀ ਸਕਸੈਸਫੁਲ ਹੋ ਜਾਓਗੇ। ਸੋ ਪਲੀਜ਼ ਥਿੰਕ ਔਨ ਦੋਜ਼ ਲਾਈਨਸ। ਇਹ ਜਿਹੜੀ ਦੇਖੋ ਅਮਰੀਕਾ ਇਜ਼ ਅ ਵੈਰੀ ਸਕਸੈਸਫੁਲ ਕੰਟਰੀ, ਬਟ ਇਹਨਾਂ ਦੀਆਂ 3 ਚੀਜ਼ਾਂ ਬੜੀਆਂ ਜ਼ਬਰਦਸਤ ਨੇ, ਆਰਗੇਨਾਈਜੇਸ਼ਨ, R&D ਐਂਡ ਪਬਲਿਕ ਰਿਲੇਸ਼ਨ। ਤੇ ਇਹਦੇ ਉੱਤੇ ਅਸੀਂ ਬੜੇ ਵੀਕ ਹਾਂ, ਉਹਦੇ ਉੱਤੇ ਸਾਰਾ ਕੰਮ ਕਰਨ ਦੀ ਲੋੜ ਹੈ ਤੇ ਆਈ ਵਿਲ ਐਪਰੀਸ਼ੀਏਟ। ਦੂਸਰੀ ਚੀਜ਼ ਜਿਹੜੀ ਭਾਈ ਸਾਹਿਬ ਨੇ ਹੁਣੇ ਗੱਲ ਕਹੀ ਹੈ ਕਿ ਥੋਪਿਆ ਗਿਆ ਵਾ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ, ਇਸ ਤਰ੍ਹਾਂ ਇੰਨਾ ਸਟਰੋਂਗ ਲੈਂਗੁਏਜ ਇੱਕ ਪਬਲਿਕ ਫੋਰਮ ਤੇ ਬੋਲਣੀ ਚੰਗੀ ਨਹੀਂ ਹੈ। ਦੂਸਰੀ ਚੀਜ਼ ਇਹ ਹੈ ਕਿ ਜੇ ਤੁਸੀਂ ਆਈ ਐਮ ਸਟੂਡੈਂਟ ਆਫ basically I'm an engineer, I'm a student and research scholar of interfaith studies of different religions. ਕੋਈ religion ਇਹੋ ਜਿਹਾ ਨਹੀਂ ਹੈ ਜਿਹਦੇ ਵਿੱਚ ਕਈ ਨੰਦ ਲਾਲ ਹੋਏ ਨੇ ਤੇ ਕਈ ਭਾਈ ਗੁਰਦਾਸ ਹੋਏ ਨੇ। ਹੁਣ ਕਿ ਉਹ ਸਾਰਿਆਂ ਨੂੰ ਕੰਡੈਮ ਕਰਦੇ, ਸੈਂਟ ਪੀਟਰ, ਜੌਨ ਤੇ ਦੂਜੇ ਪਾਸੇ ਜਿੰਨੇ ਮੁਹੰਮਦ ਸਾਹਿਬ ਦੇ ਕੰਟੈਂਪਰੇਰੀ ਸਨ, ਉਹਨਾਂ ਨੂੰ ਬਹੁਤ ਐਪਰੀਸ਼ੀਏਟ ਹੈ। ਸਾਰੀਆਂ ਹਦੀਸਾਂ ਕੰਟੈਂਪਰੇਰੀ ਦੀਆਂ ਨੇ, ਹਾਲਾਂਕਿ ਉਸ ਤੋਂ ਬਾਅਦ ਵਾਲੀਆਂ ਉਹਨਾਂ ਨੂੰ ਉਹ ਕੁਰਾਨ ਦੇ ਬਰਾਬਰ ਸਮਝਦੇ ਨੇ। ਸੋ ਪਲੀਜ਼ ਇੱਕ ਰਿਲੀਜਨ, ਆਰਗੇਨਾਈਜ਼ਡ ਰਿਲੀਜਨ ਇਜ਼ ਅ ਬਿਗ ਥਿੰਗ। ਠੀਕ ਹੈ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਇਜ਼ ਇੰਸਟੀਚਿਊਟ ਬਾਈ ਇਟਸੈਲਫ। ਜੇ ਕਿਧਰੇ ਅਸੀਂ ਐਪਰੀਸ਼ੀਏਟ ਕਰਨੇ ਆ ਜਿੱਥੇ ਉਹ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਇਹਨੇ ਭਾਈ ਨੰਦ ਲਾਲ, ਹੱਕ ਅਗਾਹ ਗੁਰੂ ਗੋਬਿੰਦ ਸਿੰਘ,
ਹਾਂ ਉਹਦਾ ਮਤਲਬ ਹੈ ਕਿ ਉਹ ਬਿਲਕੁਲ ਰੱਬ ਵਰਗੇ ਹੀ ਨੇ, ਉਹਨਾਂ ਨੂੰ ਸਭ ਦਾ ਧਿਆਨ ਹੈ। ਸੋ ਪਲੀਜ਼ do not bring these issues. Let's work on some bigger project than condemning some of our learned people or contemporary of Guru Gobind Singh or other gurus. We must respect them, provided their life was good and ਬੜੇ ਉਹਨਾਂ ਨੇ ਚੰਗੀਆਂ ਕੰਮ ਕੀਤੇ ਹੋਏ ਨੇ, ਤੇ ਇਹੋ ਜਿਹੀਆਂ ਚੀਜ਼ਾਂ ਪਬਲਿਕ ਫੋਰਮ ਤੇ ਨਹੀਂ ਲਿਆਉਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ, ਜਿਹੜਾ ਤੁਸੀਂ ਇਹ ਗੱਲ ਵੀ ਸਮਝਾ ਕੇ ਗਏ ਆ ਕਿ ਪਬਲਿਕ ਫੋਰਮ ਤੇ ਸਾਨੂੰ ਕਿਹੜੀਆਂ ਚੀਜ਼ਾਂ ਲਿਆਉਣੀਆਂ ਚਾਹੀਦੀਆਂ, ਕਿਹੜੀਆਂ ਨਹੀਂ। ਬਾਕੀ ਤੁਸੀਂ ਪੰਜਾਬੀ ਭਾਸ਼ਾ ਦੀ ਗੱਲ ਵੀ ਕੀਤੀ ਹੈ ਵੀਰ ਜੀ। ਇੱਥੇ ਮੈਂ ਇਹ ਗੱਲ ਜ਼ਰੂਰ ਸਾਂਝੀ ਕਰ ਦੇਣਾ ਚਾਹਾਂਗੀ ਕਿ ਦਿੱਲੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਦਿੱਲੀ ਦੇ ਲੋਕ ਹੀ ਹੈ ਲੈ ਲੈਣ ਕਿ ਪੰਜਾਬੀ ਜਿਹੜੀ ਆ ਉਹ ਉੱਥੇ ਬੋਲਣ, ਤੇ ਇਹੀ ਏਜੰਡਾ ਲੈ ਲੈ ਵੀਰ ਜੀ। ਬੋਲਣਗੇ ਤਾਂ ਨਾ, ਜੇ ਆਪਣੇ ਘਰਾਂ ਦੇ ਵਿੱਚ ਅਸੀਂ ਪੰਜਾਬੀ ਬੋਲਾਂਗੇ। ਬਹੁਤ ਘਰ ਇਸ ਤਰ੍ਹਾਂ ਦੇ ਹੈਗੇ ਨੇ ਪੰਜਾਬੀ ਬੋਲਣ ਲੱਗਿਆ ਨਾ ਬੜੀ ਸ਼ਰਮ ਮਹਿਸੂਸ ਕਰਦੇ ਨੇ। ਉਹ ਦੂਸਰੀ ਭਾਸ਼ਾ ਨਹੀਂ ਆਉਂਦੀ, ਉਹ ਸ਼ਰਮ ਤਾਂ ਉਹਦੀ ਹੋਣੀ ਚਾਹੀਦੀ ਕਿ ਮੈਨੂੰ ਦੂਸਰੀ ਭਾਸ਼ਾ ਨਹੀਂ ਆਉਂਦੀ। ਆਪਣੀ ਜਿਹੜੀ ਭਾਸ਼ਾ ਨਹੀਂ ਆਉਂਦੀ ਇਹਦੇ ਤੇ ਬੰਦੇ ਨੂੰ ਸ਼ਰਮਸਾਰੀ ਮਹਿਸੂਸ ਹੋਣੀ ਚਾਹੀਦੀ ਹੈ। ਅਸੀਂ ਮਹਿਸੂਸ ਕਰਦੇ ਹਾਂ ਜੀ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਨੂੰ ਫਲਾਣਾ ਨਹੀਂ ਆਉਂਦਾ। ਜੇ ਪੰਜਾਬੀ ਨਹੀਂ ਆਉਂਦੀ ਤੇ ਉਹਦੇ ਤੇ ਸਾਨੂੰ ਕੋਈ ਸ਼ਰਮ ਨਹੀਂ ਆ ਵੀ ਅਸੀਂ ਪੰਜਾਬੀ ਜਿਹੜੀ, ਜਦੋਂ ਕਿ ਆਪਣੀ ਜਿਹੜੀ ਮਾਤ ਭਾਸ਼ਾ ਹੈ ਸਾਨੂੰ ਆਉਣੀ ਬੜੀ ਜ਼ਰੂਰੀ ਆ। ਤੇ ਬਿਲਕੁਲ ਘਰਾਂ ਦੇ ਵਿੱਚ ਵੀ ਸਾਨੂੰ ਬੋਲਣੀ ਚਾਹੀਦੀ ਆ, ਜਿਹੜੀ ਕਿ ਬੜੀ ਘਾਟ ਆ ਸਾਡੇ ਘਰਾਂ ਦੇ ਵਿੱਚ। ਅਸੀਂ ਆਪਣੀ ਇੱਥੇ ਹੀ ਨਹੀਂ, ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਲੋਕ ਕਰਦੇ ਨੇ, ਤੇ ਇੱਥੇ ਹੀ ਨਹੀਂ ਜਿਹੜੀ ਉਹ ਪੰਜਾਬੀ ਉਹ ਘਰਾਂ ਦੇ ਵਿੱਚ ਬੋਲਦੇ। ਬਹੁਤ ਵੈਲਿਡ ਪੁਆਇੰਟ ਵੀਰ ਜੀ ਤੁਸੀਂ ਲੈ ਕੇ ਆਏ ਹੋ, ਕਿਉਂਕਿ ਹੁਣ ਸਮਾਂ ਸਾਡਾ ਜਿਹੜਾ ਹੈ ਉਹ ਪੂਰਾ ਹੋ ਚੁੱਕਾ ਹੈ। ਸੋ ਵੀਰ ਕਿਰਪਾਲ ਸਿੰਘ ਜੀ, ਮੈਂ ਆਪ ਜੀ ਨੂੰ ਜ਼ਰੂਰ ਵੀਰ ਜੀ ਉਹਨਾਂ ਦਾ ਨੰਬਰ ਦੇਵਾਂਗੇ, ਤੁਸੀਂ ਆਪਸ 'ਚ ਗੱਲ ਕਰ ਲੈਣਾ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਸਾਰਿਆਂ ਨੇ ਆਪਣਾ ਜਿਹੜਾ ਬੜਾ ਕੀਮਤੀ ਸਮਾਂ ਦੇ ਕੇ ਇੱਥੇ ਆ ਕੇ ਵਿਚਾਰ ਰੱਖੇ ਨੇ, ਵਿਚਾਰ ਸੁਣੇ ਨੇ। ਤੇ ਕੁਛ ਵੀਰ ਭੈਣ ਭਰਾ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਵਿਚਾਰ ਦੇ ਕੇ ਬਾਅਦ ਚੋਂ ਸ਼ਾਇਦ ਉਹਨਾਂ ਨੂੰ ਕੋਈ ਕੰਮ ਹੋਏਗਾ ਜਾਂ ਕੁਛ ਉਹ ਬਾਅਦ ਚੋਂ ਚਲੇ ਵੀ ਗਏ ਨੇ। ਸੋ ਇੱਥੇ ਮੈਂ ਇਹ ਗੱਲ ਜ਼ਰੂਰ ਸਾਂਝੀ ਕਰ ਦੇਵਾਂ ਕਿ ਕਿਸੇ ਨੇ ਵੀ ਆਪਣੇ ਸੁਝਾਅ ਰੱਖਣੇ ਹੋਣ ਤੇ ਉਹ ਸਾਡੀ ਜਿਹੜੀ ਈਮੇਲ ਹੈਗੀ ਆ ਗਲੋਬਲ ਸਿੱਖ ਕੌਂਸਲ ਦੀ, ਉੱਥੇ ਜਾ ਕੇ ਆਪਣੇ ਸੁਝਾਅ ਜਿਹੜੇ ਨੇ ਉਹ ਤੁਸੀਂ ਰੱਖ ਸਕਦੇ ਹੋ, ਦੇ ਸਕਦੇ ਹੋ। ਸਾਡੀ ਈਮੇਲ ਜਿਹੜੀ ਆ info@globalsikhcouncil.org, ਉੱਥੇ ਤੁਸੀਂ ਆਪਣੇ ਕੋਈ ਵੀ ਸੁਝਾਅ ਜਿਹੜੇ ਆ ਉਹ ਜ਼ਰੂਰ ਦਿਓ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸੁਝਾਅ ਅਸੀਂ ਇੱਥੇ ਨਹੀਂ ਦੇ ਸਕੇ ਤਾਂ ਤੁਸੀਂ ਮੇਲ ਵੀ ਕਰ ਸਕਦੇ ਆ। ਬਾਕੀ ਜਿਵੇਂ ਹਰ ਮਹੀਨੇ ਅਸੀਂ ਵੈਬੀਨਾਰ ਕਰਦੇ ਆ, ਅਗਲੇ ਮਹੀਨੇ ਨਵੰਬਰ ਦੇ ਮਹੀਨੇ ਜਿਹੜਾ ਅਸੀਂ ਵੈਬੀਨਾਰ ਕਰ ਰਹੇ ਆ, ਲੈ ਕੇ ਆ ਰਹੇ ਆ, ਉਹ ਮੂਲ ਨਾਨਕ ਸ਼ਾਹੀ ਕੈਲੰਡਰ ਤੇ ਲੈ ਕੇ ਆ ਰਹੇ ਆ। ਉਹਦੇ ਵਿੱਚ ਜਿਹੜਾ ਉਹਦਾ ਵਿਸ਼ਾ ਹੈ ਉਹ ਇਹ ਵਿਸ਼ਾ ਹੈ ਕਿ ਜਿਹੜੀ ਤਰੀਕ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ, ਉਹ ਵਿਸਾਖ ਤੋਂ ਕੱਤਕ ਕਿਵੇਂ ਹੋ ਗਈ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਉਹਨਾਂ ਦੀ ਬੜੀ ਵਧੀਆ ਕਿਤਾਬ ਹੈ ਕੱਤਕ ਕੇ ਵਿਸਾਖ, ਜਿਨ੍ਹਾਂ ਨੇ ਬੜੀ ਘਾਲਣਾ ਘਾਲ ਕੇ ਕਿੱਥੇ ਕਿੱਥੇ ਜਾ ਕੇ ਖੋਜਾਂ ਕੀਤੀਆਂ, ਕਿਤਾਬਾਂ ਲਿਖੀਆਂ, ਪਰ ਅੱਜ ਅਸੀਂ ਉਹਨਾਂ ਦੀਆਂ ਕਿਤਾਬਾਂ ਤੋਂ ਵੀ ਨਹੀਂ ਲਾਹਾ ਲੈ ਸਕੇ, ਕਿੱਥੇ ਦੇ ਕਿੱਥੇ ਪਹੁੰਚ ਗਏ ਆ। ਸੋ ਸਾਡੇ ਨਾਲ ਸਾਡੇ ਵੀਰ ਕਿਰਪਾਲ ਸਿੰਘ ਬਠਿੰਡਾ ਜੀ ਬੈਠੇ ਹੋਏ ਨੇ, ਜਿਹੜੇ ਮੂਲ ਨਾਨਕ ਸ਼ਾਹੀ ਕੈਲੰਡਰ ਤੇ ਬੜਾ ਤਕੜਾ ਜਿਹੜਾ ਨਾਲ ਕੰਮ ਕਰ ਰਹੇ ਨੇ। ਅਗਲੇ ਮਹੀਨੇ ਅਸੀਂ ਇਹ ਵਾਲੇ ਵੈਬੀਨਾਰ ਦੇ ਵਿੱਚ ਸਭ ਜਣੇ ਇਕੱਠੇ ਹੋਵਾਂਗੇ। ਸਭ ਜਣੇ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। ਜਿਹੜਾ ਮੰਨਦਾ ਵੀ ਆ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਉਹ ਵੀ, ਤੇ ਜਿਹੜਾ ਨਹੀਂ ਵੀ ਮੰਨਦਾ ਉਹ ਵੀ ਆ ਕੇ ਆਪਣੇ ਵਿਚਾਰ ਰੱਖੇ ਵੀ ਇਹ ਵਾਲੀਆਂ ਊਣਤਾਈਆਂ ਰਹਿ ਗਈਆਂ ਨੇ, ਇਹਨਾਂ ਨੂੰ ਸੁਧਾਰਿਆ ਜਾ ਸਕੇ। ਇਕੱਠੇ ਬੈਠਾਂਗੇ ਤੇ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਹੈ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆ ਕੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਬਾਕੀ ਵੀਡੀਓ ਜਿਹੜੀ ਆ ਇਹ ਕੱਲ ਤੱਕ ਸਾਰੀਆਂ ਵੀਡੀਓ ਆ ਜਾਣਗੀਆਂ। ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹ ਜਿਹੜੀਆਂ ਵੀਡੀਓਜ਼ ਨੇ ਇਹ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਸਾਰਿਆਂ ਨੂੰ ਭੇਜਣ ਅੱਗੇ, ਤਾਂ ਕਿ ਜਿਹੜੇ ਵਿਚਾਰ ਨੇ ਵੱਧ ਤੋਂ ਵੱਧ ਅੱਗੇ ਪਹੁੰਚ ਸਕਣ। ਆਓ ਜੀ ਸਾਰਿਆਂ ਦੇ ਧੰਨਵਾਦ ਦੇ ਨਾਲ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।